ਸਵਾਗਤ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਅਸੀਂ ਆਪਣੇ ਸਮੇਂ ਮੁਤਾਬਕ ਹਾਜ਼ਰ ਹਾਂ ਜੀ। ਚੈਨਲ ਉਹੀ ਪ੍ਰਾਈਮ ਏਸ਼ੀਆ ਟੀਵੀ ਤੇ ਅਸੀਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਇੱਕ ਵਾਰ 20 ਤਰੀਕ ਲੰਘ ਲੈਣ ਦਿਓ, ਉਸ ਤੋਂ ਬਾਅਦ ਤੁਹਾਨੂੰ ਨਾ ਤਾਂ ਬੰਦੇ ਥੈਂ ਲੱਭਣੇ ਆ ਤੇ ਨਾ ਉਹ ਝਟਕਾਰੇਦਾਰ ਖਬਰਾਂ ਲੱਭਣੀਆਂ। ਐਂਡ ਉਹੀ ਗੱਲ ਆਪਾਂ ਹੁਣ ਦੇਖ ਰਹੇ ਹਾਂ ਕਿ ਵੀ ਜਿੱਧਰ ਕਿੱਧਰ ਵੀ ਕਿਤੇ ਜਾਈਦਾ ਉਧਰ ਵੀ ਇੱਦਾਂ ਹੀ ਜਾਪਦਾ ਵੀ ਯਾਰ ਕੋਈ ਬੰਦਾ ਲੱਭਦਾ ਕਿਉਂ ਨਹੀਂ, ਲੱਭਣ ਕਿੱਥੇ ਅਗਲੇ ਬੰਦੇ, ਅਗਲਿਆਂ ਦਾ ਕੰਮ ਹੋ ਗਿਆ। ਐਂਡ ਇਸੇ ਚੀਜ਼ ਤੋਂ ਅਸੀਂ ਵਾਰ-ਵਾਰ ਆਪ ਜੀ ਨੂੰ ਕਹਿੰਦੇ ਸੀ ਵੀ ਬਸ ਉਹ 5-4 ਸਕਿੰਟ ਸੋਚ ਕੇ ਵੋਟ ਪਾ ਲਿਓ, ਉਦੋਂ ਬਾਅਦ ਤਾਂ ਫਿਰ 27 'ਚ ਜਾ ਕੇ ਅਗਲੇ ਨੂੰ ਚੇਤਾ ਆਉਣਾ ਆਪਣਾ। ਬਾਕੀ ਅੱਜ ਆਪਾਂ ਗੱਲਬਾਤਾਂ ਕਰਾਂਗੇ ਸਾਰੀਆਂ ਵੀ ਕਿੱਥੇ ਕੀ ਕੁਛ ਵਾਪਰਿਆ, ਹੁਣ ਗਾਂ ਦੀ ਕੀ ਗੱਲਬਾਤ ਆ। ਨਾਲ ਵੀਰ ਪਰਮਵੀਰ ਬਾਠ ਹੋਰੀ, ਹੋਰ ਬਾਠ ਸਾਹਿਬ ਕਿੱਦਾਂ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਬਾਲਾ, ਮੈਂ ਇਹ ਸੋਚਦਾ ਸੀ ਕਿ ਆਪਾਂ ਸਾਰੇ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਨਾ ਇੱਕ ਟਾਸਕ ਦਈਏ, ਇੱਕ ਟੀਚਾ ਦਈਏ ਕਿ ਤੁਸੀਂ ਕੁਛ ਨਹੀਂ ਕਰਨਾ, ਜਿਹੜੇ ਤੁਹਾਡੇ ਹਲਕੇ ਦੇ ਉਮੀਦਵਾਰ ਸੀ ਉਹਨਾਂ ਨੂੰ ਇੱਕ ਫੋਨ ਕਰਨਾ। ਕਾਹਦੇ ਤੇ ਕਰਨਾ? ਮੈਂ ਉਹੀ ਗੱਲ ਕਰਨ ਲੱਗਿਆ ਸੀ ਨਾ ਵੀ ਤੁਸੀਂ ਨੰਬਰ ਦੇ ਉੱਤੇ ਫੋਨ ਕਰਨਾ, ਫਿਰ ਦੇਖਿਓ ਕਿਹੜਾ ਬੰਦਾ ਚੱਕਦਾ ਹੈ। ਜਾਂ ਅੱਗੇ ਅੱਧੀ ਰਾਤ ਨੂੰ ਵੀ ਵਾਪਸ ਉਹਦਾ ਫੋਨ ਆਉਂਦਾ ਸੀ ਤੇ ਨਾਲ ਹੀ ਕਹਿੰਦੇ ਸੀ ਮਾਫ ਕਰਨਾ ਭਾਜੀ ਮੈਂ ਥੋੜਾ ਜਿਹਾ ਬਿਜ਼ੀ ਸੀ, ਮੈਂ ਕਿਹਾ ਭਰਾ ਨੂੰ ਫੋਨ ਕਰਾਂ। ਹੁਣ ਕਿਹੜਾ ਭਰਾ ਰਹਿ ਗਿਆ ਤੇ ਕਿਹੜਾ ਵੋਟਰ ਹੋ ਗਿਆ, ਇੱਕ ਤਾਂ ਉਹ ਪਤਾ ਲੱਗ ਜੂ। ਦੂਸਰਾ, ਸੰਧਾਲੀਆ ਸਾਹਿਬ ਸ਼ੁੱਕਰਵਾਰ ਸ਼ਾਮ ਤੋਂ ਲੈ ਕੇ ਐਤਵਾਰ ਸ਼ਾਮ ਤੱਕ ਰੋਕ ਲੱਗੀ ਸੀ ਕਿ ਤੁਸੀਂ ਪਿੰਡਾਂ 'ਚ ਨਹੀਂ ਜਾਣਾ। ਅਸੀਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਸਥਿਤੀ ਕਲੀਅਰ ਕਰ ਦਈਏ ਕਿ ਅੱਜ ਬੀਤੇ ਕੱਲ ਕੋਈ ਰੋਕ ਨਹੀਂ ਹੈ ਕਿ ਜੇ ਕੋਈ ਉਮੀਦਵਾਰ ਪਿੰਡਾਂ 'ਚ ਜਾ ਕੇ ਧੰਨਵਾਦੀ ਦੌਰਾ ਕਰਨਾ ਚਾਹੁੰਦਾ, ਤਾਂ ਕਿਸੇ ਨੂੰ ਕੋਈ ਚਾਹ ਦਾ ਕੱਪ ਪਿਆਉਣਾ ਚਾਹੁੰਦਾ, ਤਾਂ ਕਿਸੇ ਨੂੰ ਕੁਛ ਵੀ ਜੇ ਦੇਣਾ ਚਾਹੁੰਦਾ, ਉਹ ਖਰਚੇ 'ਚ ਨਹੀਂ ਲਿਖਿਆ ਜਾਣਾ। ਇਸ ਕਰਕੇ ਤੁਸੀਂ ਦੱਸੋ ਵੀ ਕਿਹੜਾ ਲੀਡਰ ਤੁਹਾਡਾ ਧੰਨਵਾਦ ਕਰਨ ਆਇਆ। ਜਾਣੀ ਵੀ ਸੋਮਵਾਰ ਨੂੰ ਹੀ ਥੱਕ ਹੋ ਗਿਆ ਉਹਨਾਂ ਤੋਂ, ਸਾਰਾ ਮੰਗਲਵਾਰ ਨੂੰ ਹੀ ਥੱਕ ਹੋ ਗਿਆ। ਜੇ 4 ਦਿਨ ਹੋਰ ਵੋਟਾਂ ਕਿਤੇ ਅੱਗੇ ਹੋ ਜਾਂਦੀਆਂ, 16 ਤੋਂ ਵੀ 20 ਤਾਂ ਹੀ ਹੋਈਆਂ, ਜੇ 20 ਤੋਂ 25 ਤੇ ਹੁੰਦੀਆਂ ਤੁਹਾਡੇ ਕੋਲ ਹੀ ਹੋਣੇ ਸੀ ਅੱਜ ਲੀਡਰ। ਇਹਨਾਂ ਹੋਣੇ ਸੀ ਬਾਠ ਸਾਹਿਬ। ਦੇਖੋ ਗੱਲ ਪਤਾ ਕੀ ਹੈ, ਇਹ ਕੰਮ ਉੱਦਾਂ ਹੀ ਆ ਜਿੱਦਾਂ ਅਜੇ ਕਹਿੰਦੇ ਵੀ ਵਿਆਹ ਹੋਣਾ ਜੀ, ਉਹਦਾ ਕਰਕੇ ਜਦੋਂ ਟੈਂਟ ਵਾਲਾ ਆ ਗਿਆ ਹੈ ਨਾ, ਮਾਰ ਉਧਰੋਂ ਨਵੇਂ ਮੇਜ਼ ਦੇ ਉੱਪਰ ਐ ਚਿੱਟੀਆਂ ਚਾਦਰਾਂ, ਫਿਰ ਦਰੀਆਂ, ਫਿਰ ਸਪੀਕਰ, ਫਿਰ ਹੌਲੀ ਕੋਈ ਇੱਕ ਪ੍ਰਾਹੁਣਾ ਦੂਜਾ ਤੀਜਾ, ਮਾਹੌਲ ਜਿਹਾ ਉਹ ਹੁੰਦਾ। ਉਹ ਮਾਹੌਲ ਉਦੋਂ ਪਹਿਲਾਂ ਸੀਗਾ। ਹੁਣ ਤੇ ਤੁਸੀਂ ਇਹ ਅੰਦਾਜ਼ਾ ਲਾਓ ਵੀ ਉਸੇ ਟੈਂਟ ਦੀਆਂ ਉਹ ਨੁੱਕਰਾਂ ਜਿਹੜੀਆਂ ਸਾਈਡਾਂ ਤੋਂ ਬੰਨ੍ਹ ਕੇ ਗੰਢਾਂ ਦੇ ਕੇ ਸਾਈਡ 'ਤੇ ਕੀਤੀਆਂ, ਟਾਟ ਜਿਹੜਾ ਉਹ ਮਿੱਟੀ ਨਾਲ ਭਰਿਆ ਤੇ ਅੱਧਾ ਇਕੱਠਾ ਹੋਇਆ, ਉੱਤੇ ਉਹ ਡੂਨੇ ਡਾਨੇ ਜੇ ਖਿਲ ਰਹੇ ਆ, ਕਿਤੇ ਚਟਨੀ ਡੋਲੀ ਆ। ਜਿਹੜੇ ਤਸਲੇ ਭਾਂਡੇ ਜੇ ਉਦੋਂ ਸ਼ੁਰੂ 'ਚ ਲਿਸ਼ਕਾ ਕੇ ਰੱਖੇ ਸੀ, ਉਹਨਾਂ 'ਚ ਅੱਧੇ ਮੁੱਦੇ ਵੱਜੇ ਆ। ਅਤੇ ਜਿੱਥੇ ਅੱਗੇ ਪ੍ਰਾਹੁਣੇ ਫਿਰਦੇ ਸੀ ਉੱਥੇ ਹੋ ਸਕਦਾ ਵੀ ਇੱਕ ਅੱਧਾ ਕੋਈ ਵਿਚਾਰਾ ਵਾਰਾ ਕੁੱਤਾ ਐ ਅੱਖ ਦੀ ਬਚਾ ਕੇ ਵੇਂਦਾ, ਕੋਈ ਪਕੌੜਾ ਕਿਤੇ ਬਚਿਆ ਹੋਵੇ। ਹੁਣ ਉਹੋ ਜਿਹਾ ਮਾਹੌਲ ਬਣ ਗਿਆ ਵੋਟਾਂ ਤੋਂ ਬਾਅਦ ਵਾਲਾ ਕੰਮ। ਉਹ ਇੱਥੇ ਜੇ ਆਪਾਂ ਇਹ ਭਾਲੀਏ ਵੀ ਪਹਿਲੀ ਰੌਣਕ ਦੁਬਾਰਾ ਲੱਗ ਜੇ, ਮੈਨੂੰ ਲੱਗਦਾ ਨਹੀਂ, ਬਿਲਕੁਲ ਹੀ ਨਹੀਂ ਲੱਗਦਾ। ਇਹ ਤਾਂ ਵੈਸੇ ਪੰਜਾਬ ਦੇ ਲੋਕਾਂ ਨੇ ਨਾ ਐਤਕੀ ਸੰਧਾਲੀਆ ਸਾਹਿਬ ਸਿਆਣਪ ਬੜੀ ਕੀਤੀ। ਤੁਸੀਂ ਦੇਖੋ ਕਿ ਜੇ ਗਿਣ ਕੇ ਵੀ ਦੇਖਣਗੇ ਨਾ ਲੋਕ ਉਂਗਲਾਂ ਦੇ ਉੱਤੇ, ਪੋਟਿਆਂ ਦੇ ਉੱਤੇ, ਜਿਹੜੀ ਗੱਲ ਕਰਦੇ ਸੀ ਕਿ ਪਤਾ ਨਹੀਂ ਕੀ ਹੋ ਜਾਣਾ, ਲੜਾਈ ਦੀਆਂ ਖਬਰਾਂ, ਝਗੜੇ ਦੀਆਂ ਖਬਰਾਂ 50 ਤੋਂ ਨਹੀਂ ਟੱਪੀਆਂ ਤੇ ਪੰਜਾਬ ਦੇ 13,000 ਪਿੰਡ ਨੇ। ਇਹਦਾ ਮਤਲਬ ਕੀ ਹੋਇਆ ਕਿ ਭਾਵੇਂ ਆਖਰੀ ਹਫ਼ਤੇ ਦੇ ਵਿੱਚ ਅੱਗ ਲਾਉਣ ਤੋਂ ਕਸਰ ਨਹੀਂ ਲੀਡਰਾਂ ਨੇ ਕੁਛ ਛੱਡੀ ਪੰਜਾਬ 'ਚ, ਪਰ ਲੋਕ ਨਹੀਂ ਲੜੇ। ਸੈਂਕੜੇ ਪਿੰਡਾਂ ਦੇ ਵਿੱਚ ਸਾਂਝੇ ਬੂਥ ਲੱਗੇ ਜਾਂ ਲੱਗੇ ਹੀ ਨਹੀਂ, ਲੋਕ ਨਹੀਂ ਲੜੇ। ਇਹਦਾ ਮਤਲਬ ਕੀ ਹੋਇਆ ਕਿ ਸਾਡਾ ਮੀਡੀਆ ਵਾਲਿਆਂ ਦਾ ਕੰਮ ਇਹ ਹੁੰਦਾ ਕਿ ਅਸੀਂ ਤੁਹਾਨੂੰ ਉਹ ਖਬਰ ਦੱਸਣੀ ਆ ਜਿੱਥੇ ਡਾਂਗ ਵਰੀ ਆ, ਜਿੱਥੇ ਸ਼ੀਸ਼ੇ ਟੁੱਟੇ ਆ, ਜਿੱਥੇ ਹਵਾਈ ਫਾਇਰ ਹੋਇਆ। ਅਸੀਂ ਬਿਲਕੁਲ ਉਹ ਖਬਰ ਨਹੀਂ ਦੱਸਣੀ ਕਿ ਕਦੇ ਕਿਸੇ ਨੇ ਸੁਣੀ ਇਸ ਪਿੰਡ ਦੇ ਵਿੱਚ ਜੀ ਅਮਨ ਅਮਾਨ ਨਾਲ ਵੋਟਾਂ ਪੈ ਗਈਆਂ। ਕਦੇ ਇਹ ਸਿਰਲੇਖ ਕਿਸੇ ਨੇ ਪੜ੍ਹਿਆ ਕਿ ਇਸ ਪਿੰਡ ਦੇ ਵਿੱਚ ਜੀ ਕੋਈ ਬੰਦਾ ਲੜਿਆ ਹੀ ਨਹੀਂ, ਕਿਉਂਕਿ ਪਿੰਡ ਦੇ ਵਿੱਚੋਂ 2-3 ਬੰਦਿਆਂ ਦਾ ਚੇਤਾ ਹੁੰਦਾ, ਜਾਂ ਬਦਮਾਸ਼ ਦਾ, ਜਾਂ ਜਿਹੜਾ ਬਹੁਤਾ ਸਾਧੂ ਸੁਭਾਅ ਹੋਵੇ, ਬਾਕੀ ਸਧਾਰਨ ਲੋਕਾਂ ਦਾ ਨਹੀਂ ਚੇਤਾ ਹੁੰਦਾ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਆਪਾਂ ਵਧਾਈ ਦਿੰਦੇ ਹਾਂ, ਸ਼ਾਬਾਸ਼ ਦਿੰਦੇ ਹਾਂ ਕਿ ਤੁਸੀਂ ਅਮਨ ਅਮਾਨ ਦੇ ਨਾਲ ਕੰਮ ਨੇਪਰੇ ਚਾੜਿਆ, ਤੁਸੀਂ ਪਿੰਡਾਂ ਦੀ ਭਾਈਚਾਰਕ ਸਾਂਝ ਏਕਤਾ ਟੁੱਟਣ ਨਹੀਂ ਦਿੱਤੀ। ਇਹ ਤਾਂ ਗੱਲ ਹੈਗੀ ਆ। ਦੇਖੋ ਇੱਕ ਗੱਲ ਇਹ ਵੀ ਆ ਵੀ ਜਿੱਦਾਂ ਐਤਕੀ ਵੋਟਾਂ ਦੀ ਪਰਸੈਂਟੇਜ ਘਟੀ ਹੈ। ਇਹ ਕੱਲ੍ਹ ਤੱਕ ਤਾਂ ਕਹਿੰਦੇ ਸੀ ਵੀ ਅੰਕੜਾ 17 ਤੋਂ ਥੱਲੇ ਆ, ਹੁਣ ਚਲੋ 72 ਦੇ ਲਾਗੇ ਬੰਨੇ 71.95 ਕਹਿੰਦੇ ਆ ਜੀ, ਪਰ ਪਿਛਲੀ ਵਾਰ ਨਾਲੋਂ ਘਟ ਗਿਆ ਕੰਮ। ਹੁਣ ਮੈਨੂੰ ਲੱਗਦਾ ਵੀ ਉਹ ਜਿਹੜੀ 5-6-7% ਪਰਸੈਂਟੇਜ ਘਟੀ, ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਇਹ ਵੀ ਕਾਰਨ ਤਾਂ ਨਹੀਂ ਰਿਹਾ ਵੀ ਲੋਕਾਂ ਨੂੰ ਇਹ ਲੱਗਿਆ ਵੀ ਯਾਰ ਪਾਈ ਜਾਓ ਰੌਲਾ, ਕਰੀ ਜਾਓ ਤੁਸੀਂ ਯਾਰ ਆਪਣਾ ਜੋ ਵੀ ਤੁਸੀਂ ਕਰਨਾ, ਹੀ ਨਹੀਂ ਪਾਉਂਦੇ ਵੋਟ। ਮੈਨੂੰ ਲੱਗਦਾ ਵੀ ਕਿਤੇ ਉਹ ਵੀ ਕਿਤੇ ਕਾਰਨ ਨਾ ਹੋਵੇ। ਹੋ ਸਕਦਾ ਵੀ ਇਹਨੂੰ ਲੋਕ ਆਪਣੇ ਹਿਸਾਬ ਨਾਲ ਦੇਖਣ ਕਿਉਂ ਲੋਕ ਨਹੀਂ ਬਾਹਰ ਨਿਕਲੇ, ਪਰ ਇਹ ਕਿਤੇ ਵਿਚਾਰਨ ਵਾਲੀ ਗੱਲ ਵੀ ਹੋ ਸਕਦੀ ਵੀ ਲੋਕ ਸੱਚੀ ਇਤਨੀ ਬਾਹਰ ਨਿਕਲੇ ਵੀ ਯਾਰ ਤੁਹਾਡਾ ਤਾਂ ਇਹੋ ਕੁਛ ਹੀ ਰਹਿਣਾ ਹੈ ਨਾ, ਵੀ ਕਿਉਂਕਿ ਦਿਹਾੜੀ ਕਾਹਤੋਂ ਖਰਾਬ ਕਰ ਵੀ ਅਸੀਂ ਆਪਣਾ ਕੰਮ ਕੱਲ੍ਹ ਹੀ ਕੰਮ ਖਰਾਬ ਕਰੀਏ। ਕਿਉਂਕਿ ਹੋ ਸਕਦਾ ਬੜੇ ਬੰਦੇ ਸੋਚਦੇ ਵੀ ਨਹੀਂ ਜੀ ਆਪਾਂ ਵੀ ਬਹੁਤ ਜ਼ੋਰ ਲਾਇਆ, ਤੁਸੀਂ ਵੋਟ ਪਾਉਣ ਜਾਓ, ਪਰ ਕਾਰਨ ਹੈ ਨਾ ਜੇ ਕੋਈ ਬੰਦਾ ਦਿਲੋਂ ਹੀ ਦੁਖੀ ਹੋਏ ਬੈਠਾ, ਕਿਉਂਕਿ ਅੰਕੜਾ ਤਾਂ ਹਰੇਕ ਕੋਲ ਨਾ, ਪਿਛਲੇ 5 ਸਾਲਾਂ ਦਾ, ਫਿਰ 10 ਦਾ, ਫਿਰ 15 ਦਾ, ਫਿਰ 20 ਦਾ, ਫਿਰ 25 ਦਾ, ਜਿੰਨੀ ਦੂਰ ਮਰਜ਼ੀ ਲੈ ਜਾਈਏ ਆਪਾਂ ਪੰਜਾਬ ਨੂੰ ਖਿੱਚ ਕੇ,
ਬੰਦਾ ਸੋਚਦਾ ਵੀ ਯਾਰ ਇੱਥੇ ਰਹਿੰਦੇ ਸੀ, ਪਹਿਲਾਂ ਬਾਪੂ ਉਹਨਾਂ ਦੀ ਲੰਘ ਗਈ, ਹੁਣ ਆਪਣੀ ਲੰਘ ਚੱਲੀ ਆ, ਗਾਂ ਨਿਆਣੇ ਵੀ ਇੱਧਰ ਉੱਧਰ ਵੱਜਦੇ ਫਿਰਦੇ ਆ, ਤੇ ਜੇ ਮੈਂ 5 ਸਾਲ ਹੀ ਬਸ ਉੱਥੇ ਜਾ ਕੇ ਤੇ ਨਹੁੰ ਤੇ ਉਹ ਨੇਲ ਪਾਲਿਸ਼ ਜੀ ਲਵਾ ਗਿਆ ਮੁੜ ਆਉਣਾ, ਤੇ ਮੈਂ ਉਹ ਕੰਮ ਕਰਦਾ ਹੀ ਨਹੀਂ। ਲੋਕਾਂ ਦੀ ਨਿਰਾਸ਼ਾ ਤਾਂ ਸਾਹਮਣੇ ਆਈ ਹੈ ਨਾ। ਜਾਣੀ ਜੇ ਇਸ ਹਲਕੇ ਦੇ ਵਿੱਚ 62% ਦੀ ਵੋਟਾਂ ਪਈਆਂ, 38 ਬੰਦੇ 100 ਚੋਂ ਗੈਰ ਹਾਜ਼ਰ ਰਹਿ ਗਏ, ਨਿਰਾਸ਼ਾ ਬਿਲਕੁਲ 100% ਸਾਹਮਣੇ ਆਈ ਹੈ ਕਿ ਲੋਕ ਇਹਨਾਂ ਦੀਆਂ ਆ ਪੇਤਲੀਆਂ ਗੱਲਾਂ ਤੋਂ ਖੁਸ਼ ਨਹੀਂ ਹੈ। ਮੈਂ ਉਹਦੀ ਧੌਣ ਤੇ ਗੋਡਾ ਰੱਖ ਦੂੰ, ਮੈਂ ਉਹਦੀ ਧੌਣ ਚੋਂ ਸਰੀਆ ਕੱਢ ਦੂੰ, ਉਹ ਕਹਿੰਦਾ ਜੀ ਉਹ ਛੋਟਾ ਹੈ, ਕੋਈ ਕਹਿੰਦਾ ਜੀ ਉਹ ਲੰਬਾ ਹੈ। ਉਹ ਚੀਜ਼ਾਂ ਮਾੜੀਆਂ ਲੋਕਾਂ ਨੇ ਪਸੰਦ ਨਹੀਂ ਕੀਤੀਆਂ। ਹਾਂ, ਲੋਕ ਸਿਹਤ ਸਿੱਖਿਆ ਦੇ ਮੁੱਦੇ ਤੇ ਗੱਲਾਂ ਕਰਦੇ। ਸੰਧਾਲੀਆ ਸਾਹਿਬ, ਵੈਸੇ ਤਾਂ ਇਹ ਬਹੁਤ ਪਹਿਲਾਂ ਦੀ ਗੱਲ ਹੈ, ਹੁਣ ਵੋਟਾਂ ਪੈਣੀਆਂ 4 ਸਾਲ 11 ਮਹੀਨੇ ਤਾਂ 3 ਹਫ਼ਤੇ ਬਾਅਦ। ਪਰ ਫਿਰ ਵੀ ਇੱਕ ਗੱਲ ਸਾਡੇ ਆਮ ਲੋਕਾਂ ਨੂੰ ਸੋਚਣੀ ਪਏਗੀ ਕਿ ਠੀਕ ਹੈ, ਜੇ ਤਾਂ ਭਾਰਤ ਦੇ ਸੰਵਿਧਾਨ ਦੇ ਵਿੱਚ ਇਸ ਗੱਲ ਦੀ ਆਗਿਆ ਹੁੰਦੀ ਕਿ ਭਾਈ ਜੇ ਅੱਧੀਆਂ ਵੋਟਾਂ ਲਾਓਗੇ ਤਾਂ ਜਿੱਤੇ ਆ, ਇੱਥੇ ਤਾਂ 100 ਦੇ ਵਿੱਚੋਂ 4 ਵੋਟਾਂ ਲੈਣ ਵਾਲਾ ਵੀ ਜਿੱਤ ਸਕਦਾ। ਮੰਨ ਲਓ ਕਿ 95 ਬੰਦੇ ਵੋਟ ਨਹੀਂ ਪਾਉਂਦੇ, 5 ਵੋਟਾਂ ਪਾਉਂਦੇ ਆ, ਉਹਦੇ ਵਿੱਚੋਂ ਇੱਕ ਨੂੰ 4 ਮਿਲਦੀਆਂ, ਇੱਕ ਨੂੰ 4 ਵੋਟਾਂ ਲੈ ਕੇ ਵੀ ਉਹ ਤੁਹਾਡੇ ਸਿਰ ਦੇ ਉੱਤੇ 5 ਸਾਲ MLA ਬਣ ਕੇ ਰਹੂਗਾ। ਇਸ ਕਰਕੇ ਨਿਰਾਸ਼ਾ ਹੋ ਸਕਦੀ ਹੈ, ਹੋਣੀ ਵੀ ਚਾਹੀਦੀ ਹੈ ਜਦੋਂ ਬੰਦੇ ਚੱਜ ਦੇ ਕੰਮ ਨਹੀਂ ਕਰਦੇ। ਪਰ ਉਹ ਨਿਰਾਸ਼ਾ ਉਸ ਬੰਦੇ ਦਾ ਕੱਖ ਨਹੀਂ ਵਿਗਾੜਦੀ ਜਿਹੜਾ ਬੰਦਾ ਮਾੜਾ ਹੋ ਕੇ ਤੁਹਾਡੇ ਤੇ ਰਾਜ ਕਰਨਾ ਚਾਹੁੰਦਾ। ਹਾਂ, ਤੁਸੀਂ ਘਰੇ ਰਹਿ ਗਏ, ਦਿਹਾੜੀ ਡੰਗ ਤੁਸੀਂ ਆਪ ਦਾ ਬਚਾ ਲਿਆ। ਇਸ ਕਰਕੇ ਚੰਗਾ ਬੰਦਾ ਚੁਣਨਾ ਕਿੱਦਾਂ, 5 ਸਾਲ ਦੀ ਤਿਆਰੀ ਹੋਣੀ ਸ਼ੁਰੂ ਕਰ ਦਿਓ। ਇੱਕ ਮੈਂ ਹੋਰ ਦੱਸਦਾ, ਆਪਾਂ ਰੋਜ਼ ਹੀ ਕਹਿੰਦੇ ਹੁੰਦੇ ਸੀ ਸਿੱਧੇ ਜਿਹਾ ਕਿ ਪੰਜਾਬੀਆਂ ਨੇ ਲਾਲਚ ਨਹੀਂ ਸਹਿਣ ਕਰਨਾ, ਉਹਨਾਂ ਨੇ ਪੈਸੇ ਨਹੀਂ ਲੈਣੇ, ਸ਼ਰਾਬ ਨਹੀਂ ਲੈਣੀ। ਫਿਰ ਆਪਾਂ ਇਹ ਵੀ ਕਹਿੰਦੇ ਵੀ ਜੇ ਚਲੋ ਹੋ ਹੀ ਗਿਆ ਕੰਮ, ਵੀ ਤੁਹਾਡੀ ਵੋਟ ਦਾ ਨਹੀਂ ਪਤਾ ਲੱਗਣਾ ਕਿਹਨੂੰ ਪਾਉਣੀ ਹੈ। 2-3 ਸੱਜਣਾ ਦੇ ਸੁਨੇਹੇ ਆਏ, ਉਹ ਕਹਿੰਦੇ ਜੀ ਸਾਨੂੰ ਪਤਾ ਲੱਗ ਗਿਆ ਵੋਟਾਂ ਘੱਟ ਕਾਹਤੋਂ ਪਈਆਂ। ਇਹ ਕਾਹਤੋਂ ਘੱਟ ਪਈਆਂ ਜੀ ਦੱਸੋ। ਉਹ ਕਹਿੰਦੇ ਇਸ ਕਰਕੇ ਘੱਟ ਨਹੀਂ ਪਈਆਂ ਕਿਉਂਕਿ ਤੁਹਾਡਾ ਸੁਨੇਹਾ ਲੋਕਾਂ ਕੋਲ ਪਹੁੰਚ ਗਿਆ ਸੀ ਕਿ ਪਹਿਲਾਂ ਜੋ ਮਰਜ਼ੀ ਹੋ ਗਿਆ, ਵੋਟ ਆਪਣੇ ਦਿਮਾਗ ਨਾਲ ਪਾਇਓ। ਉਹ ਕਹਿੰਦੇ ਨਾਲੇ ਸੌਦਾ ਫੜਾ ਜਾਂਦੇ, ਨਾਲੇ ਕਹਿੰਦੇ ਯਾਰ ਤੂੰ ਐਂ ਕਰੀ, ਤੂੰ ਪਾਉਣ ਹੀ ਨਾ ਜਾਈ, ਤੂੰ ਘਰੇ ਹੀ ਰਹਿ ਲਈ, ਕਿਉਂਕਿ ਉਹਨਾਂ ਨੂੰ ਖਤਰਾ ਵੀ ਇਹ ਨਾ ਹੋਵੇ ਲੈ ਵੀ ਲੈਣ ਸੌਦਾ ਤੇ ਮੁੜ ਕੇ ਵੋਟ ਦੂਜੇ ਨੂੰ ਆ। ਨਹੀਂ, ਇਹ ਕੰਮ ਤੇ ਐਤਕੀ ਚੱਲਿਆ। ਵੈਸੇ ਇਹ ਖਬਰ ਕਈਆਂ ਥਾਵਾਂ ਤੋਂ ਆਈ ਜੀ, ਕਿਉਂਕਿ ਪਹਿਲਾਂ ਹੁੰਦਾ ਸੀ ਵੀ ਜਿਹੜਾ ਬੰਦਾ ਨਿਊਟਰਲ ਜਿਹਾ ਨਾ, ਵੀ ਪਤਾ ਨਹੀਂ ਸੱਜੇ ਜਾਵੇ ਖੱਬੇ ਜਾਵੇ, ਮਤਲਬ ਜਿਹੜਾ 50% ਦੇ ਵਿਚਾਲੇ ਬੈਠਾ, ਵੀ ਜੇ 51 ਪਤਾ ਨਹੀਂ ਉਹਨੇ ਕਿੱਧਰ ਕਰ ਦੇਣੀ ਆ, ਵੀ ਉਹਨੂੰ ਚੁੱਕਣਾ ਹੁੰਦਾ ਸੀ ਵੀ ਭਾਈ ਟਾਈਮ ਨਾਲ ਲਾ ਕੇ ਪਵਾ ਲਵਾਂਗੇ। ਹੁਣ ਉਹਨਾਂ ਨੂੰ ਪਤਾ ਸੀ ਵੀ ਯਾਰ ਇਹ 51% ਉਧਰ ਜਾਂਦਾ ਹੀ, ਤੇ ਬਸ ਆਪਾਂ ਹਲਕਾ ਜਿਹਾ ਇਹਨੂੰ ਆਖਣਾ ਵੀ ਤੂੰ ਕੁਛ ਨਹੀਂ ਕਰਨਾ, ਤੂੰ ਬਸ ਘਰੇ ਰਹਿਣਾ ਹੀ, ਬਾਕੀ ਠੀਕ ਆ। ਤੇ ਜੇ ਜਾਪਿਆ ਨਾ ਵੀ ਹਾਂ ਤੂੰ ਘਰੋਂ ਨਿਕਲਣਾ, ਤੇ ਕੋਈ ਨਹੀਂ ਵੀ ਅਸੀਂ ਗਲੀ 'ਚ ਹੀ ਖਲੋਤੇ ਆ। ਇਹ ਚਰਚਾ ਤੇ ਆ ਵਾਕਈ ਚੱਲੀ, ਪਰ ਇਹਦੇ ਨਾਲ ਕਿੰਨਾ ਕੁ ਫਰਕ ਪਿਆ ਕਿੰਨਾ ਕੁ ਨਹੀਂ ਪਿਆ, ਇਹ ਤੇ ਮੇਰੇ ਖਿਆਲ ਨਾਲ 10 ਮਾਰਚ ਤੋਂ ਬਾਅਦ ਪਤਾ ਲੱਗਣਾ। ਉਦੋਂ ਪਹਿਲਾਂ ਤੇ ਕੁੱਲ ਮਿਲਾ ਕੇ ਆਪਾਂ ਇਹੀ ਕਹਿ ਸਕਦੇ ਹਾਂ ਵੀ ਹਰੇਕ ਨੂੰ ਲੱਗਦਾ ਵੀ ਅਸੀਂ ਆਪਣਾ ਪੂਰਾ ਜ਼ੋਰ ਲਾਇਆ, ਸਾਡੀ ਸਰਕਾਰ ਬਣਨੀ ਆ, ਅਸੀਂ ਦੇਖੋ ਵੱਟ ਕਿੱਦਾਂ ਕੱਢਦੇ ਹਾਂ। ਪਰ ਸੋਚਣ ਵਾਲੀ ਗੱਲ ਇਹ ਹੈ ਵੀ ਇਹ ਵੱਟ ਨਿਕਲਣਗੇ ਕਿ ਜਾਂ ਫਿਰ ਉਹ ਕਹਿੰਦਾ ਰਾਤ ਗਈ ਤੇ ਫਿਰ ਬਾਤ ਗਈ। ਹੋ ਸਕਦਾ ਲੋਕ ਬਾਤ, ਕਿਉਂਕਿ ਆਪਾਂ ਇਹ ਐਤਕੀ ਵੇਖਿਆ ਪੋਲੀਟੀਕਲ ਪਾਰਟੀਆਂ ਦੇ ਚੋਣ ਮੈਨੀਫੈਸਟੋ ਆਖਰੀ ਦਿਨਾਂ 'ਚ ਜਾ ਕੇ ਆਏ ਜੀ। ਕੁਝ ਇੱਕ ਨੇ ਤਾਂ ਅਫੀਸ਼ੀਅਲੀ ਉਹ ਵੀ ਜਾਰੀ ਨਹੀਂ ਕੀਤੇ, ਹਾਂ ਇੱਧਰ ਉੱਧਰ ਵਾਅਦੇ ਵੂਦੇ ਜੇ ਜ਼ਰੂਰ ਹੋ ਗਏ, ਪੱਤਰ ਪੁੱਤਰ ਜਾਂ ਲਿਖ ਕੇ ਕਿਸੇ ਨੇ ਨਹੀਂ ਦਿੱਤਾ। ਹੁਣ ਜਿਹੜੇ ਆਖਰੀ ਮੌਕੇ 'ਤੇ ਹੁੰਦਾ ਨਾ ਵੀ ਇਹ ਉੱਦਾਂ ਹੀ ਹੋ ਗਿਆ ਕੰਮ, ਵੀ ਉਹ ਕਹਿੰਦਾ ਯਾਰ ਫਲਾਣੇ ਨੂੰ ਸੱਦਿਆ, ਉਹ ਤੇਰਾ ਪੁਲਾ ਹੀ ਰਹਿ ਗਈ, ਜਾਂ ਭੱਜ ਕੇ ਉਹ ਸ਼ੇਰਾ ਸਕੂਟਰ ਫੜ ਕਾੜ ਦੇ ਆ। ਹੁਣ ਸਵੇਰੇ ਬਰਾਤ ਹੋਵੇ ਤੇ ਹਨੇਰੇ ਜਿਹਾ ਅਗਲਾ ਬੰਦਾ ਕਾੜ ਦੇ, ਉਹ ਫਿਰ ਚਾਚਾ ਤੁਹਾਡਾ ਫਿਰ ਚੇਤਾ ਭੁੱਲ ਗਿਆ, ਸਵੇਰੇ ਫਿਰ ਆਇਓ। ਉਹ ਪਤਾ ਹੀ ਹੁੰਦਾ ਵੀ ਕਿੰਨੇ ਕੁ ਮਨੋਂ ਸੱਦਣ ਵਾਲਾ ਕੰਮ ਆ। ਤੇ ਮੈਨੂੰ ਲੱਗਦਾ ਜਿਹੜੇ ਮੈਨੀਫੈਸਟੋ ਐਂਡ ਵਾਲੇ ਦਿਨਾਂ 'ਚ ਦਿੱਤੇ ਉਹ ਤੋਂ ਅੰਦਾਜ਼ਾ ਲੱਗਦਾ ਹੀ ਹੈ ਵੀ ਕਿੰਨੇ ਕੁ ਵਾਅਦੇ ਪੂਰੇ ਹੋਣੇ। ਸੰਧਾਲੀਆ ਸਾਹਿਬ, ਕਈ ਵਾਰੀ ਇਹ ਹੁੰਦਾ ਨਾ, ਉਹ ਕਹਿੰਦਾ ਹੁਣ ਜਾਣਾ, ਹੁਣ ਮੈਂ ਆਪ ਜਾਣਾ ਆ, ਜਾ ਕੇ ਪਤਾ ਕਹਿਣਾ ਪਹਿਲਾਂ ਤਾਂ 2-3 ਦਬਕੇ ਉੱਥੇ ਆ ਕੇ ਮਨੋਮਨੀ ਕਰ, ਉਹਨੂੰ ਮੈਂ ਕਿਹਾ ਸੀ, ਉਹ ਕਹਿੰਦੀ ਮੈਂ ਕਾਰਡ ਦੇ ਦੇਣਾ ਭਾਜੀ ਹੁਣਾਂ ਦੇ, ਮੈਂ ਆਪ ਜਾਣਾ। ਮੁੜ ਕੇ ਤੁਹਾਨੂੰ ਪਤਾ ਹੀ ਆ, ਬੁੜੀਆਂ ਸੂਟਾਂ ਸਾਡਾ ਬੈਠੀਆਂ, ਕਈ ਚੀਜ਼ਾਂ ਚੇਤਾ ਭੁਲਾਉਂਦੀਆਂ, ਤੁਹਾਡਾ ਕਾਰਡ ਦਾ ਫਰਿੱਜ ਦੇ ਪਿਆ ਹੀ ਰਹਿ ਗਿਆ। ਸਭ ਤੋਂ ਪਹਿਲਾਂ ਨਾ ਹੀ ਵੱਡੇ ਭਾ ਦਾ ਲਿਖਿਆ ਸੀ, ਫੇਰ ਕਹਿਣਾ ਕਿਸੇ ਨੇ ਕਹਿਣਾ ਜਾ ਕੇ, ਮੁੰਡਾ ਕਹਿੰਦਾ ਸੀ ਕਿ ਮੇਰਾ ਉਹਨਾਂ ਦੇ ਮੁੰਡੇ ਨਾਲ ਪਿਆਰ ਬੜਾ ਆ, ਮੁੰਡੇ ਨੇ ਆਪ ਕਾਰਡ ਦੇਣਾ, ਨਾਲੇ ਕਹਿੰਦਾ ਸੀ ਤਾਈ ਨੂੰ ਤਾਂ ਤਾਏ ਨੂੰ ਮਿਲਿਆਉਂਗਾ। ਪਤਾ ਨਹੀਂ ਕੀ ਕਰਦੇ ਅੱਜ ਕੱਲ੍ਹ ਦੇ ਜਵਾਕ, ਡੀਜੇ ਡੂਜੇ ਦੇ ਚੱਕਰਾਂ ਦੇ ਵਿੱਚ ਹੀ ਰਹਿ ਗਏ। ਮੈਨੂੰ ਹੁਣ ਪਤਾ ਲੱਗਾ, ਮੈਂ ਉੱਥੇ ਹੀ ਹਲਵਾਈ ਦਾ ਕੰਮ ਛੱਡਿਆ, ਪਹਿਲਾਂ ਤੁਹਾਡੇ ਕੋਲ ਮੈਂ ਕਿਹਾ ਭਾਜੀ ਨੂੰ ਮੈਂ ਆਪ ਕਹਿ ਕੇ ਆਉਣੀ। ਤੇ ਭਾਜੀ ਨੂੰ ਪਤਾ ਹੁੰਦਾ ਵੀ ਇਹ ਕਿੱਥੋਂ ਬੋਲਦੇ। ਸੋ ਮੈਨੂੰ ਲੱਗਦਾ ਵੀ ਹੁਣ ਹੌਲੀ ਹੌਲੀ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਉਹ ਕਿੱਥੋਂ ਜੋ ਬੋਲਦੇ ਸੀ ਤੇ ਕਿੰਨਾ ਕੁ ਅਗਲੇ ਬੋਲ-ਬਾਲ ਕੇ ਤੇ ਨਿਕਲ ਗਏ। ਸੰਧਾਲੀਆ ਸਾਹਿਬ, ਐਤਕੀ ਨਾ ਬਹੁਤ ਸਾਰੇ ਲੋਕਾਂ ਨੇ ਹੁਣ ਸ਼ਰਤਾਂ ਲਾਉਣੀਆਂ ਕਿ ਆਹ ਜਿੱਤ ਜੂ। ਅਸੀਂ ਕਹਿੰਦੇ ਕਿ ਪਿੰਡਾਂ 'ਚ ਸ਼ਰਤਾਂ ਲਾਉਣ ਦੀ ਲੋੜ ਕੋਈ ਨਹੀਂ। ਕਈ ਵਾਰੀ ਅਸੀਂ ਉੱਥੇ ਹੀ ਲੋਈਆਂ ਡੇਕ ਤੇ ਧਰੇਕ ਤੇ ਟੰਗ ਦੇਈਆਂ। ਉੱਥੇ ਮੰਨ ਲਓ ਇੱਕ ਨੇ ਕਹਿਤਾ ਜੀ ਅਕਾਲੀ ਜਿੱਤਣੇ ਆ, ਤੈਨੂੰ ਉਹਨੇ ਧੂਣੀ ਫੋਲਦੇ, ਤੈਨੂੰ ਬਹੁਤ ਪਤਾ ਕਾਂਗਰਸੀ ਜਿੱਤਣੇ ਆ। ਤੀਜਾ ਬੰਦਾ ਜਿਹੜਾ ਕੁਛ ਵੀ ਸੇਕਦਾ, ਆਮ ਆਦਮੀ ਪਾਰਟੀ ਦਾ ਦਾਅ ਲੱਗ ਜਾਣਾ। ਚੌਥਾ ਬੰਦਾ ਬੀਜੇਪੀ ਨੇ ਮੱਲ ਮਾਰਨੀ। ਪੰਜਵਾਂ ਰਾਜੇਵਾਲ ਨੂੰ ਕਿਹ ਤੋਂ ਘੱਟ ਜਾਣਦੇ ਹੋ। ਬਿਲਕੁਲ ਲੜਨ ਦੀ ਲੋੜ ਨਹੀਂ, ਐਵੇਂ ਉੱਥੇ ਡਾਂਗਾ ਚੱਕ ਲਓਗੇ। ਜੇ ਕੋਈ ਬੰਦਾ ਕਹਿੰਦਾ ਨਾ ਕਿ ਸਾਡੀ ਪਾਰਟੀ ਜਿੱਤਣੀ ਆ, ਕਹਿੰਦਾ ਠੀਕ ਆ, ਬੇਸਣ ਤਿਆਰ ਰੱਖੀ ਬਾਈ, ਬਰਫੀ ਤਿਆਰ ਰੱਖੀ, ਵਧੀਆ, ਤੇਰੇ ਵਾਲੀ ਜਿੱਤ ਗਈ ਤਾਂ ਵੀ ਸਾਡੀ ਆ, ਮੇਰੇ ਵਾਲੀ ਜਿੱਤ ਗਈ ਤਾਂ ਵੀ ਤੇਰੀ ਆ, ਲੜਨਾ ਨਹੀਂ। ਤੇ ਦੂਸਰੀ ਗੱਲ,
ਪੰਜਾਬ 'ਚ ਇੱਕ ਸਾਰ ਚੋਣ ਹੋਈ ਨਹੀਂ ਸੰਧਾਲੀਆ ਸਾਹਿਬ। ਤੁਸੀਂ ਇਹ ਦੇਖੋ, ਗਿੱਦੜਬਾਹਾ ਦੇ ਵਿੱਚ ਸਖਤ ਮੁਕਾਬਲਾ ਸੀ ਠੋਕਮਾ। ਡਿੰਪੀ ਢਿੱਲੋਂ ਸਾਹਿਬ, ਰਾਜਾ ਵੜਿੰਗ ਸਾਹਿਬ ਤੇ ਉੱਥੇ ਪ੍ਰੀਤਪਾਲ ਸ਼ਰਮਾ ਹੋਰੀ ਆਮ ਆਦਮੀ ਪਾਰਟੀ ਦੇ, ਗੁਰਪ੍ਰੀਤ ਕੋਟਲੀ ਹੋਰੀ ਸੰਯੁਕਤ ਸਮਾਜ ਮੋਰਚਾ ਦੇ, ਬਾਕੀ ਵੀ ਬੰਦੇ ਖੜੇ ਸੀ। ਉੱਥੇ ਤਾਂ 100 ਚੋਂ 84 ਬੰਦੇ ਵੋਟਾਂ ਪਾ ਜਾਂਦੇ ਆ, 84%। ਸਭ ਤੋਂ ਵੱਧ ਵੋਟਾਂ ਗਿੱਦੜਬਾਹੇ 'ਚ। ਗਿੱਦੜਬਾਹਾ ਉਹ ਹਲਕਾ ਜਿੱਥੋਂ ਪ੍ਰਕਾਸ਼ ਸਿੰਘ ਬਾਦਲ ਚੋਣ ਲੜਦੇ ਰਹੇ, ਮਨਪ੍ਰੀਤ ਬਾਦਲ ਚੋਣ ਲੜਦੇ ਰਹੇ ਆ, ਤੇ ਉਹ ਹਲਕਾ ਹੈ ਜਿੱਥੋਂ ਰਾਜਾ ਵੜਿੰਗ ਹੋਰੀ ਕਹਿੰਦਾ ਸੀ ਸਾਰੇ ਹਰਾ ਦਿਓ ਇੱਕ ਟੱਬਰ ਦੇ ਬੰਦੇ। ਜਿੱਥੋਂ ਸੁਖਬੀਰ ਸਿੰਘ ਬਾਦਲ ਹੋਰੀ ਵੀ ਆਹ ਕਹਿੰਦੇ ਹੁੰਦੇ ਕਿ ਐਤਕੀ ਡਿੰਪੀ ਢਿੱਲੋਂ ਜਿਤਾਉਣਾ, ਉੱਥੇ ਤਾਂ 84% ਵੋਟਾਂ ਪੈਂਦੀਆਂ। ਦੂਜੇ ਪਾਸੇ ਇਦਾਂ ਦਾ ਹੀ ਇੱਕ ਸਖਤ ਮੁਕਾਬਲਾ ਅੰਮ੍ਰਿਤਸਰ ਪੂਰਬੀ 'ਚ ਹੈ। ਉੱਥੇ 20-21% ਇਹਦੇ ਨਾਲੋਂ ਘੱਟ ਪੋਲ ਹੁੰਦੀ ਹੈ। ਹੁਣ ਉੱਥੇ ਸਿੱਧੂ ਸਾਹਿਬ ਦਾਅਵਾ ਕਰਦੇ ਸੀ ਕਿ ਲੋਕਾਂ ਨਾਲ ਪਿਆਰ ਬੜਾ ਹੈ, ਅਸੀਂ ਸਾਰਿਆਂ ਦੇ ਦੁੱਖ ਸੁੱਖ 'ਚ ਜਾਂਦੇ ਹਾਂ, ਡਿਵੈਲਪਮੈਂਟ ਬੜੀ ਕੀਤੀ ਹੈ। ਮਜੀਠੀਆ ਸਾਹਿਬ ਕਹਿੰਦੇ ਸੀ ਕਿ ਲੋਕੀ ਭੁਰਨ ਮੇਰੇ ਕੋਲ ਆਉਂਦੇ ਆ, ਸਿੱਧੂ ਹੋਰਾਂ ਤੋਂ ਦੁਖੀ ਹੈ। ਡਾਕਟਰ ਜੀਵਨਜੋਤ ਕੌਰ ਹੋਰੀ ਕਹਿੰਦੇ ਸੀ ਕਿ ਦੋਨੇ ਹਰ ਜਣੇ ਜਿੱਤਣਾ ਮੈਂ ਆ। ਇਸੇ ਤਰੀਕੇ ਜਗਮੋਹਨ ਸਿੰਘ ਰਾਜੂ ਹੋਰੀ ਕਹਿੰਦੇ ਸੀ ਲੈ ਤਬਦੀਲੀ। ਹੁਣ ਉਹ ਸਾਰੇ ਹੀ ਬੰਦੇ 36-37% ਵੋਟਰਾਂ ਦੀਆਂ ਆਸਾਂ ਤੇ ਖਰੇ ਕਾਹਤੋਂ ਨਹੀਂ ਉਤਰੇ। ਯਾਨੀ ਇਸ ਹਿਸਾਬ ਨਾਲ ਤਾਂ 80% ਤੋਂ ਉੱਪਰ ਹੋਣੀ ਚਾਹੀਦੀ ਸੀ ਪੋਲਿੰਗ। ਜਿੰਨਾ ਉੱਥੇ ਰੌਲਾ ਪਿਆ, ਜਿੰਨੀ ਉੱਥੇ ਕੰਪੇਨਿੰਗ ਹੋਈ, ਕੇਜਰੀਵਾਲ ਸਾਹਿਬ ਗਏ, ਕਿਹੜਾ ਬੰਦਾ ਨਹੀਂ ਗਿਆ ਵੱਡਾ ਉੱਥੇ। ਇਹਦੇ ਬਾਵਜੂਦ ਵੀ ਜੇ 36-37% ਵੋਟਰ ਅੰਮ੍ਰਿਤਸਰ ਪੂਰਬੀ ਦਾ ਗੈਰ ਹਾਜ਼ਰ ਰਹਿੰਦਾ, ਚਾਹੇ ਮਜੀਠੀਆ ਸਾਹਿਬ ਨੇ, ਚਾਹੇ ਸਿੱਧੂ ਸਾਹਿਬ ਹੈ, ਚਾਹੇ ਡਾਕਟਰ ਜੀਵਨਜੋਤ ਕੌਰ ਨੇ, ਚਾਹੇ ਰਾਜੂ ਸਾਹਿਬ ਨੇ, ਉਹਨਾਂ ਸਾਰਿਆਂ ਨੂੰ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਸੁਚੇਤ ਹੋਣਾ ਚਾਹੀਦਾ ਕਿ ਕਿਤੇ ਨਾ ਕਿਤੇ ਕਮਜ਼ੋਰੀ, ਘਾਟ, ਕਮੀ ਰਹਿ ਗਈ ਕਿ ਲੋਕ ਵੋਟ ਪਾਉਣੀ ਨਹੀਂ ਆਏ। ਤੇ ਉਹ ਗੱਲ ਉਹੀ ਆ ਗਈ ਜਿਹੜੀ ਆਪਾਂ ਸ਼ੁਰੂ 'ਚ ਕੀਤੀ ਸੀ ਵੀ ਜਿੱਥੇ ਕਿਤੇ ਜਾ ਕੇ ਜ਼ਿਆਦਾ ਡਹਿਲ ਬਣ ਜਾਂਦਾ ਨਾ, ਦੇਖੀ ਚੱਕਦੇ ਕਿੱਦਾਂ, ਦੇਖੀ ਵੱਢਦੇ ਕਿੱਦਾਂ, ਦੇਖੀ ਧੌਣ 'ਚੋਂ ਸਰੀਆ ਕਿੱਦਾਂ ਕੱਢਦੇ, ਦੇਖੀ ਫਿਰ ਆਪਾਂ ਕਿੱਦਾਂ ਰੋਲਦੇ, ਉਹਦਾ ਕਰਕੇ ਆਮ ਲੋਕ ਨਾ ਘਰੇ ਦਬੁੱਕੇ ਬਹਿ ਜਾਂਦੇ ਆ। ਅਗਲਾ ਕਹਿੰਦਾ ਵੀ ਪਕੌੜੇ ਕੱਢੋ ਪਾਲਕ ਵਾਲੇ, ਕੁੰਡਾ ਲਾ ਦਿਓ, ਉਹਦੇ ਵੀ ਆਪਾਂ ਵੋਟ ਪਾਉਣੇ, ਤੂੰ ਉੱਥੇ ਡਾਂਗਾਂ ਖਾਣੀਆਂ, ਉੱਥੇ ਕੀ ਪਤਾ ਕਿੰਨੇ ਕਿਧਰ ਨੂੰ ਗੋਲੀ ਚਲਾਉਣੀ ਆ ਤੇ ਕਿੰਨੇ ਕਿਹਦਾ ਸਿਰ ਪਾੜਨਾ, ਆਪਾਂ ਨੂੰ ਕੀ ਲੋੜ ਪਈ ਆ ਸਾਰਿਆਂ ਦੇ ਭੇਡ 'ਚ ਆਉਣ ਦੀ। ਠੀਕ ਆ, ਜਿਹਨੇ ਜਿੱਤਣਾ ਉਹ ਜਿੱਤ ਜੂ। ਇਹ ਗੱਲਾਂ ਹੋਈਆਂ ਜੀ। ਹੁਣ ਜੇ ਇਹ ਚੀਜ਼ ਜਿਹੜੀ ਲੀਡਰਾਂ ਨੇ ਪਰੋਸੀ ਹੈ ਇੱਕ ਤਰ੍ਹਾਂ ਨਾਲ ਇੰਨੇ ਦਿਨਾਂ ਦੇ ਪ੍ਰਚਾਰ ਦੇ ਵਿੱਚ, ਇਹ ਚੀਜ਼ ਜੇ ਲੀਡਰ ਸਾਹਿਬਾਨਾਂ ਨੇ ਵੋਟਰਾਂ ਦੇ ਮਨਾਂ 'ਚ ਪਾਈ ਤੇ ਇਹ ਉਹਨਾਂ ਦੀ ਕਾਮਯਾਬੀ ਹੈ। ਤੇ ਜੇ ਉਹਨਾਂ ਨੂੰ ਲੱਗਦਾ ਵੀ ਇਸ ਕਾਮਯਾਬੀ ਨਾਲ ਅਸੀਂ ਉਹੀ ਗਾਉਂਦਾ ਪੰਜਾਬ ਤੇ ਪਤਾ ਨਹੀਂ ਛਾਉਂਦਾ ਪੰਜਾਬ ਬਣਾ ਲਵਾਂਗੇ, ਤੇ ਫਿਰ ਸੋਚਣ ਵਾਲੀ ਗੱਲ ਆ ਕਿਤੇ ਨਾ ਕਿਤੇ। ਪਰ ਇਹ ਚੀਜ਼ ਹੋਈ। ਹਾਂ, ਰਹੀ ਗੱਲ ਗਿੱਦੜਬਾਹੇ ਦੀ, ਗਿੱਦੜਬਾਹੇ ਵਾਲੀ ਤੇ ਮੈਨੂੰ ਜ਼ਿਆਦਾ ਲੜਾਈ ਬੱਸਾਂ ਵਾਲੀ ਸੀ ਨਾ, ਜਿਹੜੀ ਬੱਸ ਅੱਡੇ ਤੇ ਹੁੰਦੀ ਹੈ। ਉਹ ਕਹਿੰਦਾ ਲੈ ਮਾਤਾ ਕਿੱਧਰ ਜਾਣੀ ਤੂੰ, ਇੱਧਰ ਆ ਤੂੰ ਚੜ੍ਹ ਸਾਡਾ, ਇੱਧਰ ਆ ਚੁੱਕ ਕੇ ਰੱਖ ਬੈਗ ਮਾਤਾ ਦਾ ਵਿੱਚ। ਉੱਥੇ ਤੇ ਇਹ ਵੀ ਚਰਚਾ ਚੱਲੀ ਵੀ ਪਿੰਡੀ ਅਗਲੇ ਨੇ ਲੱਭ ਕੇ ਆਖਿਆ ਵੀ ਮਾਤਾ ਕਿੱਦਾਂ, ਉਹ ਕਹਿੰਦਾ ਮਾਤਾ ਢਿੱਲੀ ਰਹਿਣ ਦਿਓ। ਨਹੀਂ ਮਾਤਾ ਢਿੱਲੀ ਕਿਤੇ, ਆ ਗੱਡੀ ਬਾਹਰ ਲਾਓ, ਭਾਓ ਗੱਡੀ ਮਾਤਾ ਨੂੰ। ਸੋ ਉਹ ਜਿਹੜੇ ਉੱਥੇ ਚੁੱਕ ਵੋਟਾਂ ਪਵਾ ਲਈਆਂ, ਇੱਥੇ ਕੋਈ ਚੁੱਕਣ ਨਹੀਂ ਗਿਆ। ਅਗਲੇ ਕਹਿੰਦਾ ਦਫਾ ਕਰ, ਜੇ ਕੁੰਡਾ ਵੀ ਖੜਕਾ ਆਖੀ ਹੈ ਨਹੀਂ ਅੱਜ ਭਾਜੀ ਨੂੰ ਕਰੇ, ਕਹਿ ਦਈ ਅੰਦਰ ਪਾਪਾ ਬੈਠਾ, ਉਹ ਕਹਿੰਦਾ ਮੈਂ ਘਰੇ ਸੰਧਾਲੀਆ ਸਾਹਿਬ ਮੈਨੂੰ ਐ ਲੱਗਦਾ ਕਿ ਐਤਕੀ ਗਈ ਨਾ ਤੁਹਾਡੇ ਭਾਈਚਾਰੇ ਵਾਲਿਆਂ ਨੇ ਕਈ ਨਾਲ ਧੱਕਾ ਹੋ ਜਾਣਾ। ਕਿਉਂ ਜੀ? ਮੈਂ ਦੱਸਣ ਲੱਗਿਆ, ਤੁਸੀਂ ਇੱਕ ਕੰਮ ਕਰਨਾ ਹੀ, ਤੁਸੀਂ ਵੇਲੇ ਸਿਰ 9 ਤਰੀਕ ਨੂੰ ਹੀ ਸ਼ਾਮ ਨੂੰ, ਜਿੱਦਾਂ ਹੁਣ ਲੋਕਾਂ ਦੇ ਘਰੇ ਸੌਦਾ ਵੰਡਿਆ ਨਾ, ਇੱਦਾਂ ਹੀ ਇਕੱਲੇ ਉਮੀਦਵਾਰ ਦੇ ਘਰੇ ਥੋੜੀਆਂ ਜਾਣੀ ਹਲਟ ਦੀਆਂ ਗੋਲੀਆਂ ਜਿਹੜੀਆਂ ਨੇ ਉਹ ਦੇਣੀਆਂ ਕਿ ਦਿਲ ਨਾ ਥੋੜ੍ਹਾ ਜਿਹਾ ਠੰਡਾ ਮਿੱਠਾ ਜਿਹਾ ਹੋਵੇ। ਉਹਦਾ ਕਾਰਨ ਹੈ, ਤੁਸੀਂ ਇਹ ਦੇਖੋ ਕਿ ਇੱਕ ਪਾਸੇ ਤਾਂ ਗਿੱਦੜਬਾਹਾ, ਲੰਬੀ, ਸ਼੍ਰੀ ਮੁਕਤਸਰ ਸਾਹਿਬ, ਅਬੋਹਰ, ਇਹ ਹਲਕੇ ਨੇ ਜਿੱਥੇ ਪੋਲਿੰਗ ਬੜੀ ਹੋਈ ਹੈ। ਭਦੌੜ 'ਚ ਵੀ ਵਾਹਵਾ ਵੋਟਾਂ ਪਈਆਂ, ਧੂਰੀ 'ਚ ਵੀ ਚੰਗੀਆਂ ਪਈਆਂ। ਉੱਥੇ ਤਾਂ ਹੋ ਸਕਦਾ ਕਿ ਜੇ ਪੌਣੇ 2-2 ਲੱਖ ਵੋਟ ਪੈ ਗਈ ਹੈ, ਕੋਈ ਬੰਦਾ 50,000 ਵੋਟਾਂ ਲੈ ਕੇ ਵੀ ਹਰ ਜਾਏ। ਹੋ ਸਕਦਾ ਹੈ ਕਿ ਜਿਹਨੂੰ 50,000 ਲੋਕ ਵੀ ਕਹਿਣ ਕਿ ਇਹ ਸਾਡਾ ਨੁਮਾਇੰਦਾ, ਉਹ ਹਰ ਜਾਏ, ਕਿਉਂਕਿ ਵੋਟਾਂ ਬਹੁਤ ਪੈ ਗਈਆਂ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਇਹ ਕਈ ਐਸੇ ਇਲਾਕੇ ਨੇ ਜਿੱਥੇ ਪੋਲਿੰਗ ਹੀ 60 ਤੋਂ 65% ਦੇ ਵਿਚਾਲੇ ਹੋਈ ਹੈ। ਉੱਥੇ ਹੋ ਸਕਦਾ ਕੋਈ 30-35,000 ਵੋਟਾਂ ਲੈ ਕੇ ਵੀ ਜਿੱਤ ਜਾਏ। ਜਾਣੀ ਹੁਣ ਮੰਨ ਲਓ ਸਿਮਰਜੀਤ ਸਿੰਘ ਬੈਂਸੁਰ ਦਾ ਆਤਮਨਗਰ ਹੈ, ਹਾਲਾਂਕਿ ਸਭ ਤੋਂ ਵੱਧ ਪੰਜਾਬੀ 'ਚ ਇੱਕ ਸ਼ਬਦ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ, ਭਚੀਕੜ ਕਹਿੰਦੇ ਹੁੰਦੇ, ਭਚੀਕੜ ਪੈ ਗਿਆ ਵੀ ਉੱਥੇ ਬੈਂਸ ਸਾਹਿਬ ਵੀ ਖਲੋਤੇ, ਉੱਥੇ ਕੜਵਲ ਸਾਹਿਬ ਵੀ ਖਲੋਤੇ, ਉੱਥੇ ਭਾਜਪਾ ਦਾ ਬੰਦਾ ਵੀ ਖਲੋਤਾ, ਉੱਥੇ ਕਿਸਾਨਾਂ ਦਾ ਵੀ ਖਲੋਤਾ, ਉੱਥੇ ਆਮ ਆਦਮੀ ਪਾਰਟੀ ਦਾ 6 ਕੋਣਾ ਮੁਕਾਬਲਾ ਸਿੱਧਾ। ਹੁਣ ਜਦੋਂ 6 ਕੋਣਾ ਮੁਕਾਬਲਾ ਉੱਥੇ ਹੋ ਗਿਆ, ਮੰਨ ਲਓ ਵੋਟਾਂ 1 ਲੱਖ ਤੇ 10,000 ਜਾਂ 20,000 ਪਈਆਂ, ਉੱਥੇ ਕੋਈ ਪਤਾ ਨਹੀਂ 29,000 ਵਾਲੇ ਦਾ ਵੀ ਦਾਅ ਲੱਗ ਜਾਵੇ, ਤੇ ਉੱਥੇ ਹੋ ਸਕਦਾ ਇੱਕ ਪਾਸੇ 50,000 ਵਾਲਾ ਬੰਦਾ ਜਿੱਤ ਗਿਆ ਤੇ ਦੂਜੇ ਪਾਸੇ 29,000 ਹਾਰ ਗਿਆ, 50,000 ਵਾਲਾ 29 ਵਾਲਾ ਜਿੱਤ ਗਿਆ। ਇਸ ਕਰਕੇ ਐਤਕੀ ਤਾਂ ਪੰਜਾਬ 'ਚ ਸਾਰਿਆਂ ਨੇ ਆਪੋ ਆਪਣੀ ਲੜਾਈ ਲੜੀ ਹੈ, ਕੋਈ ਇੱਕ ਪਾਸੜ ਲੜਾਈ ਹੈ ਨਹੀਂ ਸੀ ਪੰਜਾਬ 'ਚ। ਇਹਦੀ ਪੂਰੀ ਲੜੀ। ਬਾਕੀ ਰਹੀ ਗੱਲ ਤੁਸੀਂ ਆਖਿਆ ਨਾ ਵੀ 9 ਤਰੀਕ ਨੂੰ ਕੋਈ ਹਲਟ ਹੁਲਟ ਦੀ ਗੱਲ, ਮੈਨੂੰ ਲੱਗਦਾ ਨਹੀਂ ਐਤਕੀ ਉਹ ਚੱਕਰ ਬਣਨਾ, ਕਿਉਂਕਿ ਵਾਹਵਾ ਰੌਲਾ ਇਸ ਚੀਜ਼ ਦਾ ਵੀ ਸ਼ਾਇਦ
ਕੋਈ ਇੱਕ ਧਿਰ ਨੂੰ ਕੋਈ ਬਹੁਮਤ ਵਾਲੀ ਗੱਲਬਾਤ ਨਾ ਬਣੀ, ਇਹ ਚਰਚਾ ਆ ਜੇ, ਬਾਕੀ ਚਲੋ ਜੋ ਉਹ ਵੇਖੀ ਜਾਊਗੀ। ਹੁਣ ਇਹ ਜਿਹੜੀ ਸਿਚੁਏਸ਼ਨ ਹੁੰਦੀ ਆ, ਜਦੋਂ ਇਹ ਆਪਾਂ ਪਹਿਲਾਂ ਵੀ ਦੇਖਦੇ ਨੇ, ਮਤਲਬ ਭਾਰਤ ਦੇਸ਼ ਮਹਾਨ ਦੇ ਵਿੱਚ ਇਸ ਤੋਂ ਪਿਛਲੀਆਂ ਸਾਲਾਂ ਦੇ ਵਿੱਚ ਜਦੋਂ ਵੱਖ-ਵੱਖ ਸਟੇਟਾਂ ਦੇ ਵਿੱਚ ਇਹੋ ਜਿਹੀ ਨੌਬਤ ਆ ਜਾਂਦੀ ਨੇ ਵੀ ਜਦੋਂ ਕਹਿੰਦੇ ਯਾਰ ਕਿਸੇ ਨੂੰ ਵੀ ਬਹੁਮਤ ਨਹੀਂ ਮਿਲਿਆ ਉੱਥੇ, ਫਿਰ ਅਚਾਨਕ ਇੱਕ ਹੋਟਲ ਦਿਮਾਗ 'ਚ ਆਉਂਦਾ, ਫਿਰ 2 ਹੋਟਲ ਆਉਂਦੇ ਨੇ, ਫਿਰ ਬੱਸਾਂ ਆਉਂਦੀਆਂ ਨੇ, ਫਿਰ ਅਚਾਨਕ MLA ਗਾਇਬ ਹੋ ਜਾਂਦੇ ਨੇ। ਸੋ ਮੈਂ ਤਾਂ ਦੇਖਦਾ ਵੀ ਮਤਲਬ ਗੋਲੀ ਦੀ ਕੀ ਪਤਾ ਲੋੜ ਪਵੇ ਨਾ ਪਵੇ, ਅਗਲੇ ਕਹਿਣ ਵੀ ਭਾਜੀ ਲੀੜੇ 2 ਬੈਗ 'ਚ ਪਾ ਲਓ ਤੇ ਬੱਸ 'ਚ ਬਹੁ ਤੇ ਚੱਲੀਏ, ਤੇ ਉਦੋਂ ਬਾਅਦ ਆਪਣੇ ਵਾਲਾ ਜਿਹੜਾ ਮੀਡੀਆ ਵਾਲਾ ਭਾਈਚਾਰਾ ਉਹ ਮਾਈਕ ਲੈ ਲਾਉਂਦਾ, ਪਤਾ ਨਹੀਂ ਜੀ ਰਾਤ ਦੇ ਹੀ ਗਾਇਬ ਨੇ, ਦਰਵਾਜ਼ਾ ਵੀ ਨਹੀਂ ਖੋਲ੍ਹ ਰਿਹਾ, ਕੋਠੀ ਦੇ ਬਾਹਰ ਖੜੇ ਗਾਰਡ ਨੂੰ ਅਸੀਂ ਪੁੱਛਿਆ ਵੀ ਕਿੱਧਰ ਗਏ ਨੇ, ਉਹ ਕਹਿੰਦੇ ਮੈਂ ਤੇ ਜੇ ਹੁਣੇ ਡਿਊਟੀ ਬਦਲ ਕੇ ਆਇਆ ਜੀ, ਭਾਜੀ ਹੁਣੀ ਰਾਤ ਦੇ ਨਹੀਂ ਹੈਗੇ। ਉਹ ਹੋ ਸਕਦਾ 2-3 ਦਿਨ ਭਾਜੀ ਹੁਣੀ ਭੈਣ ਜੀ ਹੁਣੀ ਕਈ ਹਲਕਿਆਂ ਦੇ ਗਾਇਬ ਹੀ ਰਹਿਣ। ਨਹੀਂ, ਕਈ ਗਾਇਬ ਰਹਿਣਗੇ, ਕਈਆਂ ਨੂੰ ਕਹਿਤਾ ਜਾਊਗਾ ਗਾਇਬ ਹੋ ਜਾ, ਨਹੀਂ ਤਾਂ ਫਿਰ ਫਾਈਲ ਲੱਭ ਪੈਣੀ। ਵੈਸੇ ਗੱਲ ਇਹ ਆ ਵੀ ਤੂੰ ਗਾਇਬ ਹੋਣਾ ਹੈ ਕਿ ਅਸੀਂ ਫਾਈਲ ਲੱਭੀਏ। ਹਾਂ, ਕਿਉਂਕਿ ਫਾਈਲਾਂ ਫੂਲਾਂ ਬਹੁਤ ਨੇ। 2 ਚੀਜ਼ਾਂ ਦਾ ਫਰਕ ਪੈਣਾ। ਉਹ ਕਹਿੰਦੇ ਵੀ ਜਾਂ ਫਾਈਲ ਲੱਭ ਜਾਣੀ ਜਾਂ ਤੂੰ ਲੱਭ ਜਾਣਾ। ਹੁਣ ਤੂੰ ਵੇਖ ਲੈ ਵੀ ਤੂੰ ਗਾਇਬ ਹੋਣਾ ਕਿ ਫਾਈਲ ਗਾਇਬ ਕਰੀਏ। ਦੇਖੋ ਇਹ ਵੀ ਹੋ ਸਕਦਾ, ਉਧਰੋਂ ਰਿਜ਼ਲਟ ਆਵੇ ਤੇ ਉਧਰੋਂ ਟੈਲੀਫੋਨ ਆ ਜਾਵੇ, ਫਾਈਲ ਲੱਭੀ ਸੀ ਉਹ ਜੀ ਰਹਿੰਦੇ ਹੋ, ਆ ਕੇ ਲੈ ਜਾਓ ਕਿਸੇ ਫਲਾਣੇ ਹੋਟਲ 'ਚ ਆ ਜਾਂਦੇ ਆ ਜੀ, ਫੋਨ ਫਿਰ ਬਾਹਰ ਰਿਸੈਪਸ਼ਨ ਤੇ ਫੜਾ ਜਿਓ, ਨਹੀਂ ਘਰੇ ਛੱਡ ਜਾਓ। ਹਾਂ ਘਰੇ ਛੱਡ ਜਾਓ, ਕਿਉਂਕਿ ਫਿਰ ਉਹ ਕਾਰਨ ਹੈ ਨਾ ਫਿਰ ਖਬਰ ਵੱਡੀ ਬਣਦੀ ਹੈ। ਕਿਉਂਕਿ ਜਦੋਂ ਪਰਿਵਾਰ ਦੇ ਜੀਆਂ ਨੇ ਆਖਣਾ ਯਾਰ ਦੇਖੋ ਜੀ ਫੋਨ ਵੀ ਇੱਥੇ ਹੀ ਛੱਡ ਗਏ ਨੇ, ਅਸੀਂ ਤੇ ਆਪ ਬੜੇ ਫਿਕਰਮੰਦ ਆ ਵੀ ਫੋਨ ਕਿਉਂ ਇਹਨਾਂ ਦਾ ਇੱਥੇ ਰਹਿ ਗਿਆ। ਜੇ ਇਦਾਂ ਦੀਆਂ ਫਾਈਲਾਂ ਵਾਲੇ, ਫਾਈਲਾਂ ਤੋਂ ਭਾਵ ਜੇ ਕਿਸੇ ਨੇ 2, 2.5, 3.5 ਨੰਬਰ ਦਾ ਕੰਮ ਕੀਤਾ, ਸੰਧਾਲੀਆ ਸਾਹਿਬ ਉਹਨਾਂ ਨੂੰ ਔਖੇ ਸੌਖੇ ਹੋ ਕੇ ਫਾਈਲ ਕਰਕੇ ਕਿਸੇ ਨਾਲ ਜੁੜਨਾ ਪਵੇ, ਉਹ ਫਿਰ ਸ਼ਕਤੀ ਪ੍ਰਦਰਸ਼ਨ ਕਰ ਦਿੰਦੇ, ਆ ਜੋ ਇੰਨੇ MLA ਨਾਲ, ਉਹ ਇਦਾਂ ਖੜੇ ਹੁੰਦੇ ਆ ਉਹ ਕਹਿੰਦੇ ਹੁੰਦੇ ਹੱਸਣਾ ਜ਼ਰੂਰ, ਹਾਸਾ ਆਉਂਦਾ ਕਿਤੇ। ਨਹੀਂ ਉਹ ਇਸ਼ਾਰਾ ਹੋਰ ਹੁੰਦਾ ਨਾ, ਉਹ ਇਸ਼ਾਰਾ ਉਹ ਮੀਡੀਆ ਲਈ ਜਾਂ ਲੋਕਾਂ ਲਈ ਨਹੀਂ ਹੁੰਦਾ, ਉਹ ਐਂ ਕਰਕੇ ਇਸ਼ਾਰਾ ਹੁੰਦਾ। ਉਹ ਚੱਕਰ ਕੀ ਕਹਿੰਦੇ 2 ਫਾਈਲਾਂ ਕਹਿੰਦੇ ਆ, ਨਹੀਂ ਕਹਿੰਦੇ 2 ਹੀ ਨਹੀਂ, ਕਹਿੰਦੇ 4 ਹੀ ਹੋਆਦੀਆਂ। ਸੋ ਇਹ ਅਸੀਂ ਦੇਖੋ ਅਜੇ ਲਾ ਰਹੇ ਹਾਂ ਅੰਦਾਜ਼ਾ, ਇਹ ਹੋ ਸਕਦਾ ਕਿਉਂਕਿ ਜੇ ਕਾਰਨ ਇਹ ਹੁੰਦਾ ਨਾ ਵੀ ਜੋ ਪਹਿਲਾਂ ਘਟਦਾ ਵਾਪਰਿਆ ਆਇਆ ਹੋਵੇ, ਜੇ ਐਤਕੀ ਪੰਜਾਬ 'ਚ ਕਹਿੰਦੇ ਵੀ ਉਹ ਸਾਰਾ ਕੁਝ ਹੋਇਆ ਜਿਹੜਾ ਪਿਛਲੀਆਂ ਸਟੇਟਾਂ 'ਚ ਆਪਾਂ ਹੁੰਦਾ ਵੇਂਦੇ ਆਉਂਦੇ ਆ, ਉਹ ਐਤਕੀ ਹੋ ਸਕਦਾ। ਬਿਲਕੁਲ, ਇਹਦੇ 'ਚ ਮਤਲਬ ਡਰਨ ਵਾਲੀ ਕਿਹੜੀ ਗੱਲਬਾਤ ਆ। ਇਹ ਤਾਂ ਹੁਣ ਜਿਨ੍ਹਾਂ ਨੇ ਕਹਿੰਦੇ ਵੀ ਆਹੋ ਕੁਛ ਕੀਤਾ, ਦੇਖੋ ਇੱਕ ਗੱਲ ਹੋਰ ਵੀ ਹੋ ਸਕਦਾ, ਆਪਣੀ ਗੱਲ ਨੂੰ ਕੋਈ ਬੰਦਾ ਸੋਚੇ ਨਹੀਂ ਇੱਦਾਂ ਫਾਈਲਾਂ ਕਿਤੇ ਰਾਤੋਂ ਰਾਤ ਥੋੜ੍ਹਾ ਬਣ ਜਾਂਦੀਆਂ, ਕਿਉਂਕਿ 40 ਬੰਦੇ ਦੀ ਫਾਈਲ ਤਾਂ ਕੈਪਟਨ ਸਾਹਿਬ ਵੀ ਕਹਿੰਦੇ ਮੇਰੇ ਕੋਲ ਹੈਗੀ। ਹਾਂ ਨਹੀਂ, ਉਹ ਜੇ ਉਹਨਾਂ ਕੋਲ 40 ਹੈਗੀ, 4 ਦੀ ਚੰਨੀ ਸਾਹਿਬ ਕੋਲ ਵੀ ਤਾਂ ਹੋਊਗੀ, ਥੋੜਾ ਜਿਹਾ ਸਮਾਂ ਤੋਂ ਵੀ ਮੁੱਖ ਮੰਤਰੀ ਰਹੇ। ਤੇ ਜੇ ਲਾਲ ਡਾਇਰੀ ਕੱਢ ਲਈਏ ਤੇ 3-4 ਬੰਦੇ ਸੁਖਬੀਰ ਬਾਦਲ ਸਾਹਿਬ ਦੀ ਲਾਲ ਡਾਇਰੀ 'ਚੋਂ ਨਿਕਲ ਆਉਣੇ। ਤੇ ਜੇ ਬਾਕੀ ਦੇਖੋ ਭਾਜਪਾ ਵਾਲਿਆਂ ਨੇ ਵੀ 10 ਸਾਲ ਨਾਲ ਰਾਜ ਕੀਤਾ। ਨਹੀਂ ਉਹਨਾਂ ਨੇ ਤੇ ਕੀ ਪਤਾ ਸਾਰਿਆਂ ਦੀਆਂ ਇਕੱਠੀਆਂ ਹੀ ਦਿਖਾ ਲੈਣੀਆਂ, ਕੋਈ ਨਹੀਂ ਤੇ ਛੱਡ ਜਾਓ ਬਾਕੀ ਹੀ ਦੇਖ ਲਵਾਂਗੇ। ਹੋ ਸਕਦਾ ਉਹ ਪੈਨ ਡਰਾਈਵ ਦਿਖਾਉਣ, ਅਸੀਂ ਤਾਂ ਕਹਿੰਦੇ ਡਿਜੀਟਲ ਇੰਡੀਆ 'ਚ ਡਿਜੀਟਲ ਫਾਈਲਾਂ ਰੱਖੀ। ਬਾਕੀ ਸੰਧਾਲੀਆ ਸਾਹਿਬ ਇਦਾਂ ਹੈਗਾ, ਕੁੱਲ ਮਿਲਾ ਕੇ ਪੰਜਾਬ ਦੇ ਲੋਕਾਂ ਨੂੰ ਵਧਾਈਆਂ ਇੱਕ ਵਾਰੀ ਫੇਰ ਦੇ ਦਈਏ ਕਿ ਤੁਹਾਨੂੰ ਚੁਟਕਲੇ, ਤੁਹਾਨੂੰ ਸਕਿੱਟਾਂ, ਤੁਹਾਨੂੰ ਬਹੁਤ ਸਾਰੀ ਚੀਜ਼, ਮੋਨੋ ਐਕਟਿੰਗ ਸਾਡੇ ਲੀਡਰਾਂ ਨੇ ਐਤਕੀ ਬਹੁਤ ਦਿਖਾਈ। ਤੁਸੀਂ ਹਰਗੋਬਿੰਦਪੁਰ ਵਾਲੇ MLA ਸਾਹਿਬ ਨੂੰ ਦੇਖ ਲਓ, ਆਉਣ ਜਾਣ ਲੱਗਾ ਰਿਹਾ। ਤੁਸੀਂ ਹੋਰ ਕਈ ਬੰਦੇ ਦੇਖ ਲਓ, ਰਾਤੋਂ ਰਾਤ ਟਿਕਟਾਂ ਮਿਲਦੀਆਂ ਦੇਖੀਆਂ, ਪਰ ਤੁਸੀਂ ਪਿੰਡਾਂ 'ਚ ਏਕਾ ਰੱਖਿਆ, ਇਹ ਬਹੁਤ ਵਧੀਆ ਹੈ। ਤੇ ਅਸੀਂ ਲੋਕਾਂ ਨੂੰ ਵੀ ਕਹਿੰਦੇ ਆ ਕਿ ਤੁਸੀਂ ਘੜਾ ਜਿਹੜਾ ਗਰਮੀਆਂ ਨੂੰ ਕੱਢਦੇ ਹੋ ਹੁਣੇ ਕੱਢਣਾ, ਉਹਨੂੰ ਘੜਾ ਕਿਹੜਾ? ਘੜਾ ਪਾਣੀ ਵਾਲਾ। ਅੱਛਾ, ਨਹੀਂ ਪਿੰਡਾਂ ਦੇ ਹਿਸਾਬ ਨਾਲ ਜਦੋਂ ਅਸੀਂ ਘੜੇ ਦੀ ਗੱਲ ਕਰਦੇ ਹਾਂ ਅਸੀਂ ਚੱਲਣ ਵਾਲਾ ਘੜਾ ਸੋਚ ਲਈਦਾ। ਇਦਾਂ ਨਹੀਂ, ਉਹ ਜੇ ਕੱਲ ਵਾਲਾ ਦੇ ਦਿੰਦੇ ਆ ਵੀ ਉਹ ਘੜਾ ਨਾ ਕਢਾ ਦਿਓ। ਕਈ ਵੇਲੇ ਬੰਦਾ ਸੋਚ ਲੈਂਦਾ ਅੱਛਾ ਫਿਰ ਉਹ ਫਿਰ ਟੈਲੀਵਿਜ਼ਨ ਵਾਲੇ ਆਂਦੇ ਵੀ ਵੋਟਾਂ ਦਾ ਕਰਕੇ ਥੋੜੀ ਰੋਕ ਲੱਗੀ ਵੀ ਹੁਣ ਕੱਢ ਲਓ ਆਹੋ। ਚਲੋ ਇਦਾਂ ਆ ਕਿ ਉਹ ਘੜੇ 'ਚ ਪਾਣੀ ਪਾ ਲੈਣਾ, ਉਦੋਂ ਘੜੇ ਦਾ ਪਾਣੀ ਪੀਣਾ 10 ਤਰੀਕ ਨੂੰ। ਉਹਦਾ ਕਾਰਨ ਕੀ ਹੈ ਕਿ ਤੁਸੀਂ ਜਿਹਨੂੰ ਵੋਟਾਂ ਪਾਉਣੀਆਂ ਪਾਤੀਆਂ, ਪਰ ਇਸ ਗੱਲ ਦੀ ਅਸੀਂ ਕੋਈ ਗਾਰੰਟੀ ਨਹੀਂ ਲੈਂਦੇ ਕਿ ਜਿਹਨੂੰ ਤੁਸੀਂ ਜਿਹੜੀ ਪਾਰਟੀ ਦੇ ਕੈਂਡੀਡੇਟ ਦੇ ਤੌਰ ਤੇ ਵੋਟਾਂ ਪਾਈਆਂ ਉਹ ਜਿੱਤਣ ਤੋਂ ਬਾਅਦ ਉਸ ਪਾਰਟੀ 'ਚ ਰਹੇ। ਉਹਦੀ ਬਹੁਤ ਤਕੜੀ ਐਗਜ਼ਾਮਪਲ ਆਪਾਂ ਜਦੋਂ ਟਿਕਟਾਂ ਮਿਲਣੀਆਂ ਸੀ ਉਦੋਂ ਦੇਖੀ, ਉਹਦੇ ਤੋਂ ਬਾਅਦ ਵੀ ਦੇਖੀ। ਇੱਥੇ ਤਾਂ ਇੱਕ ਪਾਰਟੀ ਦੀ ਟਿਕਟ ਛੱਡ ਕੇ ਬੰਦੇ ਭੱਜ ਕੇ ਦੂਜੀ ਪਾਰਟੀ ਦੀ ਟਿਕਟ ਲੈ ਲੈਂਦੇ ਸੀ। ਜਾਣੀ ਇਸ ਬੱਸ 'ਚ ਬੈਠੇ ਆ, ਕੰਡਕਟਰ ਨੇ ਉਧਰੋਂ ਬਾਜ਼ ਮਾਰੀ ਆ, ਚੱਲ ਇਧਰੋਂ ਛਾਲ ਮਾਰੀ, ਉਸ ਬੱਸ ਦੇ ਵਿੱਚ ਬਹਿ ਗਏ। ਉਹ ਬਾਕੀ ਸਵਾਰੀਆਂ ਪੁੱਛਦੇ ਕਿੱਧਰ ਆਏ, ਉਹ ਬਾਰੀ 'ਚੋਂ ਟਾਟਾ ਕਰਦੇ ਭਾਏ ਚੱਲੇ। ਐਤਕੀ ਤਾਂ ਇਹ ਵੀ ਵੇਖਿਆ ਵੀ ਸਵਾਰੀ ਅੱਡੇ 'ਚੋਂ ਚੜ੍ਹ ਜਾਂਦੀ ਸੀ, ਅਗਲਿਆਂ ਨੂੰ ਕਲੀਅਰ ਹੋ ਜਾਂਦਾ ਵੀ ਇਹ ਹੁਣ ਇਸ ਸਵਾਰੀ ਦੀ ਬੱਸ ਦੀ ਸਵਾਰੀ ਹੈ, ਇਹਨੇ ਟਿਕਟ ਵੀ ਲੈ ਲਈ ਹੈ, ਬਾਈਪਾਸ ਤੇ ਉਤਰ ਕੇ ਅਗਲੇ ਟਿਕਟ ਬਦਲ ਲੈਂਦੇ। ਸੰਧਾਲੀਆ ਸਾਹਿਬ ਆਪਣੇ ਕੋਲੇ ਨਾ ਚੰਡੀਗੜ੍ਹ ਦੀ ਬਹੁਤ ਵੱਡੀ ਉਦਾਹਰਣ ਹੈ। ਜੇ ਤਾਂ ਕਿਸੇ ਧਿਰ ਨੂੰ ਮਿਲ ਗਿਆ ਬਹੁਮਤ ਫਿਰ ਤਾਂ ਕਮਾਲ, ਜੇ ਬਹੁਮਤ ਨਾ ਮਿਲਿਆ ਤਾਂ ਪੰਜਾਬ 'ਚ ਚੰਡੀਗੜ੍ਹ ਵਰਗੀ ਹੋਣੀ ਆ। ਆਪਾਂ ਦੇਖਿਆ ਕਿ ਬਹੁਮਤ ਕਿਸੇ ਨੂੰ ਨਹੀਂ ਸੀ ਮਿਲਿਆ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ। ਆਮ ਆਦਮੀ ਪਾਰਟੀ ਪਹਿਲੇ ਤੇ ਸੀ, ਉਹਦੇ ਬਾਅਦ ਭਾਜਪਾ ਸੁੱਖ ਨਾਲ ਦੂਜੇ ਤੇ ਸੀ, ਫਿਰ ਤੀਜੇ ਤੇ ਸੀ,
ਫਿਰ ਇੱਕ ਸੀਟ ਨਾਲ ਇੱਕ ਪਾਰਟੀ ਚੌਥੇ ਤੇ ਸੀ। ਕੁਝ ਕਰਨਾ ਨਹੀਂ ਹੁੰਦਾ ਬਹੁਤਾ ਕੁਝ। ਕੇਜਰੀਵਾਲ ਸਾਹਿਬ ਮੇਰੇ ਖਿਆਲ ਸਹੁੰ ਖਿਲਾ ਕੇ ਗਏ ਸੀ ਆਣ ਕੇ ਨਾ ਜਨਤਕ ਤੌਰ ਦੇ ਉੱਤੇ ਕਿ ਅਸੀਂ ਪਾਰਟੀ ਨਾਲ ਜੁੜੇ ਰਹਾਂਗੇ। ਪਾਰਟੀ ਨੂੰ ਟੁੱਟਣ ਦੀ ਲੋੜ ਹੀ ਨਹੀਂ। ਤੁਹਾਡੇ ਕੋਲੇ ਬਹੁਤ ਸਾਰੀਆਂ ਕੁਝ ਚੁਆਇਸਾਂ ਹੁੰਦੀਆਂ। ਕੋਈ ਗੈਰ ਹਾਜ਼ਰ ਰਹਿ ਜਾਂਦਾ, ਕੋਈ ਕੁਛ ਕਰ ਜਾਂਦਾ, ਕੋਈ ਕਹਿੰਦਾ ਜੀ ਤੁਸੀਂ ਸਾਨੂੰ ਆਹ ਕਹਿ ਦਿੱਤਾ, ਬਥੇਰੀ ਗੱਲ ਹੋਈ, ਕੈਮਰੇ ਲਵਾ ਲਏ, ਉਹ ਲਵਾ ਲਏ। ਪਰ ਨਗਰ ਨਿਗਮ ਦੇ ਵਿੱਚ ਪ੍ਰਧਾਨ ਤਾਂ ਫਿਰ ਵੀ ਕਿਸੇ ਹੋਰ ਧਿਰ ਦਾ ਹੀ ਬਣਿਆ ਸੀ ਨਾ, ਜਿਨ੍ਹਾਂ ਦੇ ਕੋਲੇ ਬਹੁਮਤ ਨਹੀਂ। ਇਸ ਕਰਕੇ ਜੇ ਬਹੁਮਤ ਇੱਕ ਵੀ ਧਿਰ ਨੂੰ ਨਾ ਆਇਆ ਫਿਰ ਕੋਈ ਗੱਲ ਨਹੀਂ, ਰਾਤੋਂ ਰਾਤ ਬੜੇ ਸੌਦੇ ਪੱਤੇ ਕਿੱਧਰਲੇ ਪਾਸੇ ਪਹੁੰਚ ਜਾਂਦੇ, ਤੁਸੀਂ ਘੜੇ ਦਾ ਪਾਣੀ ਪੀਣੋਂ ਨੇੜਨਾ। ਹਾਂ, ਪਰ ਇੰਨਾ ਜ਼ਰੂਰ ਜਦੋਂ ਪਾਣੀ ਪੀ ਲੈਣਾ ਫਿਰ ਘੜੇ ਤੇ ਢੱਕਣ ਦੇਣਾ ਆਹਾ ਚੱਪਣੀ। ਉਦੋਂ ਦਿਮਾਗ 'ਚ ਆਉਣਾ ਵੀ ਉਹ ਆਪਣੇ ਵਾਲੇ ਘੜੇ ਦਾ ਢੱਕਣ ਹੈਗਾ ਈ, ਪਰ ਕਈ ਬੰਦੇ ਘੜੇ ਦਾ ਢੱਕਣਾ ਨਹੀਂ। ਤੇ ਫਿਰ ਉਸ ਲਈ ਵੀ ਹੋਣਾ ਵੀ ਉਹ ਚੱਪਣੀ 'ਚ ਪਾਣੀ ਵਾਲੀ ਗੱਲ ਵੀ ਕਹਿ ਰਹੀ। ਆਹੋ, ਪਰ ਉਹਦਾ ਕੋਈ ਫਾਇਦਾ ਨਹੀਂ ਹੋਣਾ। ਅੱਛਾ, ਨਹੀਂ ਇਹ ਗੱਲਾਂ ਜਿਹੜੀਆਂ ਆਪਾਂ ਕਰਦੇ ਪਏ ਆ ਇਹ ਹੋਣੀਆਂ ਨੇ, ਇਹ ਵਾਪਰਨੀਆਂ ਨੇ। ਪਰ ਥੋੜ੍ਹੀ ਜਿਹੀ ਗੱਲ ਮੈਂ ਚਾਹੁੰਦਾ ਆਪਾਂ ਉਹ ਵੀ ਕਰ ਲਈਏ ਵੀ ਜਿਹੜੀਆਂ ਗੱਲਾਂ ਕਹਿ ਕੇ ਗਏ ਨੇ ਲੀਡਰ ਸਾਹਿਬ ਉਹ ਹੋਣਗੀਆਂ ਕਿ ਵਾਪਰਨਗੀਆਂ ਕਿ ਨਹੀਂ। ਕਿਉਂਕਿ ਉਦੋਂ ਪਹਿਲਾਂ ਇਲੈਕਸ਼ਨ ਸੀ, ਆਪਾਂ ਜੇ ਉੱਤੇ ਇਤਰਾਜ਼ ਕਰਦੇ ਫਿਰ ਕਈ ਬੰਦੇ ਇਸ ਤਰ੍ਹਾਂ ਕਹਿਣ ਲੱਗ ਪੈਂਦੇ, ਲੈ ਤੁਸੀਂ ਸਾਡੇ ਮੈਨੀਫੈਸਟੋ ਨੂੰ ਭੰਡਦੇ ਆ, ਇੱਦਾਂ ਕਿੱਦਾਂ ਅਸੀਂ ਕਹਿ ਤਾ ਨਾ ਤੁਹਾਨੂੰ, ਫਿਰ ਅਸੀਂ ਕਰਾਂਗੇ। ਐਤਕੀ ਜਿਹੜੀ ਚੀਜ਼ ਸਭ ਤੋਂ ਵੱਧ ਚੱਲੀ ਉਹ ਚੱਲਿਆ 1100 ਰੁਪਈਆ। ਕਿਹੜੀ ਚੀਜ਼ ਸਭ ਤੋਂ ਵੱਧ ਚੱਲੀ? 1100 ਰੁਪਈਆ। ਨਹੀਂ, ਇਲੈਕਸ਼ਨ ਤੋਂ 2-3 ਦਿਨ ਪਹਿਲਾਂ ਯਾਰ ਉਹ ਕਦੇ ਪਹਿਲੀ ਵਾਰ ਚੱਲੀ, ਦੱਸੋ ਕਮਾਲ ਕਰਦੇ। ਇੱਕ ਮੈਨੂੰ ਪਤਾ ਨਹੀਂ ਸੱਚ ਹੈ ਕਿ ਝੂਠ ਆ। ਇੱਕ ਬੰਦਾ ਮੈਸੇਜ ਕਹਿੰਦੇ ਜੀ ਵੰਡਦੇ ਤਾਂ 1-2-3 ਪਾਰਟੀਆਂ ਵਾਲੇ ਹੈਗੇ ਆ, ਪਰ ਬੋਤਲ ਇੱਕੋ ਜਿਹੀ ਆ। ਉਹਦੇ ਪੰਨੂ ਸਾਹਿਬ ਨਹੀਂ ਦੱਸਦੇ ਇੱਕ ਵਾਰ ਪਿਛਲੀ ਤੋਂ ਪਿਛਲੀ ਇਲੈਕਸ਼ਨ ਵਾਲੀ, ਉਹ ਕਹਿੰਦੇ ਗਲੀ 'ਚ ਬੰਦਾ ਆਇਆ ਤੇ ਉਹ ਕਹਿੰਦਾ ਵੀ 2 ਪੇਟੀਆਂ ਦੇ ਗਏ ਨੇ ਜੀ। ਉਹ ਕਹਿੰਦੇ ਵੀ 2 ਪੇਟੀਆਂ ਕਿੱਦਾਂ ਵੱਲੋਂ? ਉਹ ਕਹਿੰਦੇ ਠੇਕੇਦਾਰ ਇੱਕ ਹੀ ਸੀ ਨਾ, ਪਾਰਟੀ ਅੱਡੋ ਅੱਡ ਦਾ ਉਹਦੇ ਕੋਲ ਇੱਕੋ ਠੇਕਾ ਸੀ। ਇਹਨਾਂ ਦੀ ਆ ਜੀ, ਇਹਨਾਂ ਦੀ। ਹੁਣ ਤੁਸੀਂ ਵੇਖ ਲਓ ਵੀ ਕਿਹੜੇ ਹਿਸਾਬ ਨਾਲ ਕਿਹਨੂੰ ਪਾਉਣੀ। ਅੱਛਾ, ਨਹੀਂ ਗੱਲ ਮੈਂ ਕਰ ਰਿਹਾ ਸੀ ਵੀ ਮੈਨੀਫੈਸਟੋ ਦੇ ਵਿੱਚ ਜਿਹੜੇ ਪੈਸੇ ਐਤਕੀ ਨਗਦ ਦੇਣ ਦੀ ਗੱਲ ਚੱਲੀ, ਇਹ ਲੀਗਲੀ ਕਾਨੂੰਨੀ ਹਾਂ ਵੀ ਅਸੀਂ ਜੇ ਸਰਕਾਰ 'ਚ ਆ ਗਏ ਅਸੀਂ ਦਿਆਂਗੇ। ਪਹਿਲਾਂ ਤਾਂ ਆਮ ਆਦਮੀ ਪਾਰਟੀ ਵਾਲਿਆਂ ਨੇ ਆਖਿਆ, ਉਹ ਕਹਿੰਦੇ ਵੀ 1000 ਰੁਪਈਆ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਬੀਬੀਆਂ ਲਈ, ਚਾਹੇ ਉਹ ਕੁੜੀ ਹੈ, ਚਾਹੇ ਉਹ ਵਿਆਹੀ ਹੈ, ਚਾਹੇ ਮਾਤਾ ਹੈ, ਬਜ਼ੁਰਗ ਹੈ। ਫਿਰ ਉਹੀ ਗੱਲ ਚੱਕ ਲਈ ਆਪਣੇ ਅਕਾਲੀ ਦਲ ਵਾਲਿਆਂ ਨੇ, ਉਹ ਕਹਿੰਦੇ ਇਹਦੇ 2-2000 ਦੇ ਦੇਣਾ। ਫਿਰ ਕਾਂਗਰਸ ਪਾਰਟੀ ਦੀ ਗੱਲ ਆ ਗਈ, ਸਿੱਧੂ ਸਾਹਿਬ ਵੀ 2000 ਦੀ ਗੱਲ ਕਰਦੇ ਸੀ, ਪਰ ਪਤਾ ਨਹੀਂ ਮੈਨੀਫੈਸਟੋ 'ਚ ਬਾਅਦ 'ਚ ਕਹਿੰਦੇ ਨਹੀਂ 900 ਘਟਾਓ ਯਾਰ, ਇੱਦਾਂ ਨਹੀਂ 8 ਸਿਲੰਡਰ ਵੀ ਤੇ ਦੇਣੇ। ਉਹਨਾਂ 1100 ਦੀ ਗੱਲ ਕਰ ਲਈ, ਪਰ ਉਹਨਾਂ ਦੇ ਵਿੱਚ ਇੱਕ ਝੋਲੇ ਸੀ ਵੀ ਉਹਨਾਂ ਦੋਵਾਂ ਪਾਰਟੀ ਨੇ ਕਿਹਾ ਵੀ ਜਿਹੜੀਆਂ ਬੀਬੀਆਂ ਜਾਂ ਜਿਹੜੀਆਂ ਔਰਤਾਂ ਮਤਲਬ ਬਿਲੋ ਪਾਵਰਟੀ ਲਾਈਨ, ਮਤਲਬ ਗਰੀਬ ਪਰਿਵਾਰਾਂ ਦੇ ਵਿੱਚੋਂ ਨੇ, ਆਪਾਂ ਉਹਨਾਂ ਨੂੰ ਦੇਣਾ। ਚਲੋ ਮੈਂ ਨਾ ਵੀ ਆਪਾਂ ਕਿਸੇ ਤਰ੍ਹਾਂ ਵੀ ਲਾ ਲਈਏ। ਹੁਣ ਜੇ ਆਪਾਂ ਵੋਟਾਂ ਦੀ ਹਿਸਾਬ ਨਾਲ ਗੱਲਬਾਤ ਕਰੀਏ, ਆਪਾਂ ਹੋਰ ਕਿਸੇ ਚੱਕਰ 'ਚ ਜਾਂਦੇ ਹੀ ਨਹੀਂ। ਵੋਟਾਂ ਦੇ ਹਿਸਾਬ ਨਾਲ ਵੀ 1 ਕਰੋੜ ਤੋਂ ਵੱਧ ਵੋਟਾਂ ਸਿਰਫ ਬੀਬੀਆਂ ਦੀਆਂ ਜੀ। 1 ਕਰੋੜ ਕੁਝ ਹਜ਼ਾਰ ਨਾ। ਹੁਣ 1 ਕਰੋੜ ਤੋਂ ਵੱਧ ਵੋਟਾਂ ਜਿਹੜੀਆਂ ਉਹਨਾਂ ਦੀਆਂ ਨੇ, ਹਰੇਕ ਨੂੰ ਹਜ਼ਾਰ ਐਵਰੇਜ ਲਾ ਲਈ ਨੇ ਆਪਾਂ, ਨਾ 1100 ਕਹਿੰਦੇ ਨਾ 2000 ਕਹਿੰਦੇ, ਹਜ਼ਾਰ ਦੇਣਾ ਹਰੇਕ ਮਹੀਨੇ ਪੰਜਾਬ ਸਰਕਾਰ ਨੇ। ਮੈਂ ਕੁਦਰਤੀ ਸੋਚਦਾ ਸੀ ਵੀ ਪਹਿਲਾਂ ਤਾਂ ਚਲੋ ਲੋਕਾਂ ਨੂੰ 2.5 ਲੱਖ ਕਰੋੜ, ਪੌਣੇ 3 ਲੱਖ ਕਰੋੜ, ਫਿਰ 3.5 ਲੱਖ ਕਰੋੜ ਤੱਕ ਕਰਜ਼ਾ ਸੁਣਿਆ। ਆਖਰੀ 3 ਦਿਨਾਂ ਦੇ ਵਿੱਚ ਜਦੋਂ ਕੈਪਟਨ ਸਾਹਿਬ ਵੀ ਥੋੜ੍ਹੇ ਜਿਹੇ ਗਰਮ ਸਰਗਰਮ ਹੋਏ, ਉਹ ਕਹਿੰਦੇ ਨਾ 5 ਲੱਖ ਕਰੋੜ ਦਾ ਕਰਜ਼ਾ। ਮੈਨੂੰ ਪਤਾ 5 ਲੱਖ ਕਰੋੜ ਦਾ ਕਰਜ਼ਾ, ਮੈਂ ਅੱਜ ਨਾ ਜ਼ੀਰੋਆਂ ਲਿਖ ਕੇ ਦੇਖਦਾ, ਮੇਰੇ ਕੋਲੋਂ ਲਿਖੀਆਂ ਗਈਆਂ, ਤੁਸੀਂ ਜੇ ਪਲੀਜ਼ ਟਿੱਪਣੀ ਕਰਿਓ ਵੀ ਜੇ 5 ਲੱਖ ਕਰੋੜ ਜ਼ੀਰੋਆਂ 'ਚ ਲਿਖਣਾ ਹੋਵੇ ਤਾਂ ਕਿੰਨੀਆਂ ਜ਼ੀਰੋਆਂ ਪੈਂਦੀਆਂ। ਫਿਰ ਉਹਦੇ ਵਿਆਜ ਦਾ ਹਿਸਾਬ ਕਿਤਾਬ ਲਾ ਲਿਓ ਤੇ ਉਸ ਤੋਂ ਬਾਅਦ ਆਮਦਨ ਵਾਲਾ ਕੰਮ ਤੇ ਆਪਾਂ ਨੂੰ ਦੀਦਾ ਕਿਤੇ ਨਹੀਂ, ਕਿਉਂਕਿ ਰੇਤਾ ਕਿੱਧਰ ਜਾਂਦੀ ਆ। ਨਹੀਂ ਲਿਖਣਾ ਕਿ ਉਹਦਾ ਕਾਰਨ ਹੈ ਕਿਹੜਾ ਮੋੜਿਆ ਜਾਣਾ। ਨਹੀਂ, ਜੋ ਸਾਡੇ ਲੀਡਰ ਕਹਿੰਦੇ ਮੋੜਿਆ ਤਾਂ ਜਾਣਾ ਨਹੀਂ, ਮੋੜਿਆ ਜਾਣਾ ਦੱਸੋ। ਨਹੀਂ ਉਹੀ ਤਾਂ ਗੱਲ ਕਰ ਰਿਹਾ ਵੀ ਕਰਜ਼ਾ ਇੰਨਾ ਵੀ ਆਮ ਬੰਦਾ ਜ਼ੀਰੋਆਂ ਵੀ ਨਹੀਂ ਲਿਖ ਸਕਦਾ ਵੀ ਕਿੰਨੀਆਂ। ਉਹਦੇ ਬਾਵਜੂਦ ਜਿਹੜੇ ਆਹ ਲਾਰੇ ਲਾਏ ਗਏ ਆ ਤੇ ਹੁਣ ਇਹਦੇ ਤੇ ਪਤਾ ਨਹੀਂ ਕਿੰਨੀਆਂ ਵੋਟਾਂ ਕਿਹਨੂੰ ਪਈਆਂ ਹੋਣ, ਇਹ ਸਮਝੋ ਬਾਹਰਲੀਆਂ ਗੱਲਾਂ ਨਹੀਂ। ਸੰਧਾਲੀਆ ਸਾਹਿਬ, ਪਹਿਲੀ ਗੱਲ ਹੈ ਕਿ ਕਦੇ ਵੀ ਆਮ ਲੋਕਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹਨਾਂ ਦੇ ਕੋਲੇ ਨਾ 2024 ਆਉਂਦੀ ਹੈ ਰਾਜ। 2024 'ਚ ਲੋਕ ਸਭਾ ਦੀਆਂ ਚੋਣਾਂ ਨੇ। ਉਦੋਂ ਇਹਨਾਂ ਸਾਰੇ ਬੰਦਿਆਂ ਨੇ ਮੁੜ ਘਿੜ ਕੇ ਆਉਣਾ, ਹਾਲਾਂਕਿ ਇਹਨਾਂ ਨੂੰ ਸਿੱਧਾ ਫਰਕ ਨਹੀਂ ਪੈਣਾ, ਉਹ 'ਚ 2 ਸਾਲ ਹੀ ਬਾਕੀ ਨੇ। ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ, ਅਕਾਲੀ ਬਸਪਾ, ਇਹਨਾਂ 4 ਧਿਰਾਂ ਨੇ ਠੋਕ ਵਜਾ ਕੇ ਕਿਹਾ ਅਸੀਂ ਆ ਵੀ ਦੇਵਾਂਗੇ ਔਰਤਾਂ ਨੂੰ। ਇੱਕ ਨੇ ਵੀ ਇਹ ਨਹੀਂ ਸੀ ਕਿਹਾ ਕਿ ਭਾਈ ਖਜ਼ਾਨਾ ਖਾਲੀ ਆ। ਸਾਰੇ ਕਹਿੰਦੇ ਸੀ ਪ੍ਰਬੰਧ ਕਰਨਾ ਆਉਂਦਾ, ਕੋਈ ਕਹਿੰਦਾ ਸੀ ਰੇਤ ਤੋਂ ਕਮਾ ਲੈਣੇ ਆ, ਕੋਈ ਕਹਿੰਦਾ ਸੀ ਸ਼ਰਾਬ ਤੋਂ ਕਮਾ ਲੈਣੇ ਆ, ਕੋਈ ਕਹਿੰਦਾ ਸੀ ਟੈਕਸ ਚੋਰੀ ਤੋਂ ਕਮਾ ਲੈਣੇ ਆ। ਹੁਣ ਇਹ ਸਾਰੇ ਬੰਦਿਆਂ ਦੇ ਮੈਨੀਫੈਸਟੋ ਇਸੇ ਕਰਕੇ ਅਸੀਂ ਕਹਿੰਦੇ ਸੀ ਕਿ ਤੁਸੀਂ ਕੋਲ ਸਾਂਭ ਕੇ ਰੱਖਿਓ। ਸੂਬੇ ਦੇ ਸਿਰ ਕਰਜ਼ਾ, ਟੈਕਸ ਇਹ ਕਹਿੰਦੇ ਨਵਾਂ ਕੋਈ ਲਾਉਣਾ ਨਹੀਂ, ਉਦਯੋਗ ਇੰਨੀ ਛੇਤੀ ਆਉਣਾ ਨਹੀਂ, ਪੈਸੇ ਕਿਸੇ ਪਾਸਿਓਂ ਆਉਣ ਦੀ ਸੰਭਾਵਨਾ ਨਹੀਂ। ਹੁਣ ਜੇ ਤੁਹਾਡੇ ਕੋਲੇ ਆ ਕੇ ਕਿਸੇ ਨੇ ਕਿਹਾ ਨਾ ਉਹ ਪਿਛਲੀ ਸਰਕਾਰ ਖਜ਼ਾਨਾ ਖਾਲੀ ਕਰਕੇ, ਸਾਰਾ ਕੁਝ ਆਨਲਾਈਨ ਹੈ, ਸਾਰਾ ਕੁਝ ਲੋਕਾਂ ਨੂੰ ਪਤਾ ਕਿ ਖਜ਼ਾਨਾ ਖਾਲੀ ਹੈ, ਸਾਰਾ ਕੁਝ ਪਤਾ ਕਿ ਕਰਜ਼ਾ ਚੜਿਆ, ਸਾਰਾ ਕੁਝ ਪਤਾ ਕਿ ਤਨਖਾਹਾਂ ਤੇ ਪੈਨਸ਼ਨਾਂ ਦੇਣੀਆਂ ਔਖੀਆਂ ਹੋ ਜਾਂਦੀਆਂ।
ਇਹਦੇ ਬਾਵਜੂਦ ਵੀ ਜਿਹੜੀ ਵੀ ਸਿਆਸੀ ਧਿਰ ਦੀ ਹੁਣ ਸਰਕਾਰ ਬਣੇ ਤਾਂ ਜੇ ਆ ਕੇ ਉਹਦਾ ਕੋਈ ਨੁਮਾਇੰਦਾ ਤੁਹਾਡੇ ਕੋਲੇ ਕਹੂਗਾ ਸਾਨੂੰ 100 ਦਿਨ ਦੇ ਦਿਓ ਆਡਿਟ ਕਰਾਉਣਾ, 100 ਦਿਨ ਬਾਅਦ ਕਹੂਗਾ ਜੀ ਖਜ਼ਾਨਾ ਖਾਲੀ ਹੈ, ਸਾਨੂੰ ਸਾਲ ਕ ਦੇ ਦਿਓ ਅਸੀਂ ਪਹਿਲਾਂ ਰਿਕਵਰੀ ਕਰ ਲਈਏ, ਇਹਦਾ ਮਤਲਬ ਹੈ ਕਿ ਜਾਂ ਤਾਂ ਹੁਣ ਝੂਠ ਬੋਲਦੇ ਆ ਤੇ ਜਾਂ ਪਹਿਲਾਂ ਝੂਠ ਬੋਲਦੇ ਸੀ। ਜਾਣੀ ਜ਼ਮੀਨੀ ਹਕੀਕਤਾਂ ਤੋਂ ਕੋਹਾਂ ਦੂਰ ਹੈ ਸਾਰਾ ਕੁਝ, ਤੇ ਉਹਦੇ ਕਰਕੇ ਲੋਕਾਂ ਨੂੰ ਹੁਣੇ ਹੀ ਦੇਖਣਾ ਚਾਹੀਦਾ ਕਿ ਅਗਲੀ ਵਾਰੀ ਅਸੀਂ ਆਹ ਲਾਰੇ ਨਹੀਂ ਸੁਣਨੇ। ਇਹਦੇ 'ਚ ਆਪਾਂ ਇੱਕ ਹੱਲ ਵੀ ਦੱਸ ਦਿੰਦੇ ਹਾਂ ਵੀ ਜੇ ਜਿਹੜੀ ਵੀ ਪਾਰਟੀ ਦੀ ਸਰਕਾਰ ਬਣੇ, ਜੇ ਉਹਨਾਂ ਨੂੰ ਆਉਂਦਿਆਂ ਲੱਗੇ ਨਾ, ਮਤਲਬ ਜਿਸ ਤਰ੍ਹਾਂ ਕੁੰਡਾ ਖੋਲਿਆ ਅੰਦਰ ਲੰਘੇ ਤੇ ਅਚਾਨਕ ਕਹਿੰਦੇ ਪੀਪਾ ਦੇਖੋ ਕਿੱਥੇ ਆ ਭਾਈ ਉਹ ਖਜ਼ਾਨੇ ਵਾਲਾ, ਉਹ ਮੂਧਾ ਕਰਕੇ ਪਿਆ ਹੋਵੇ ਕਿਤੇ, ਹੈ ਨਾ, ਉਹਨੂੰ ਛੇੜਨ ਦੀ ਵੀ ਲੋੜ ਨਹੀਂ। ਉੱਥੋਂ ਹੀ ਕੁੰਡਾ ਲਾ ਕੇ ਪਹਿਲਾ ਐਲਾਨ ਬਾਹਰ ਆ ਕੇ ਇਹ ਕਰਨ ਵੀ ਦੇਖੋ ਜੀ ਜਿੰਨੇ ਸਾਡੇ ਲੀਡਰ ਸਾਹਿਬਾਨ ਚੁਣ ਕੇ ਵਿਧਾਨ ਸਭਾ 'ਚ ਪਹੁੰਚੇ ਆ, ਭਾਵੇਂ ਉਹ ਰਾਜ ਕਰਦੀ ਧਿਰ ਦੇ ਨਾਲ, ਜੇ ਕੋਈ ਵਿਰੋਧੀ ਵੀ ਆਖੇ ਵੀ ਮੈਂ ਪੰਜਾਬ ਦੇ ਨਾਲ ਖੜਾ, ਉਹਨੂੰ ਵੀ ਮਨਾ ਲੈਣ ਵੀ ਕੋਈ ਪੈਨਸ਼ਨ ਨਹੀਂ, ਕੋਈ ਤਨਖਾਹ ਨਹੀਂ ਉਨੀ ਦੇਰ ਤੱਕ ਆਪਾਂ ਲੈਣੀ, ਕੋਈ ਸਰਕਾਰੀ ਗੱਡੀ, ਕੋਈ ਸਰਕਾਰੀ ਖਰਚਾ, ਦੂਜਾ ਤੀਜਾ, ਰੁਪਈਆ ਅਸੀਂ ਬਚਾ ਕੇ ਜਿਹੜਾ ਲੋਕਾਂ ਨੂੰ ਦੇਣਾ। ਤੇ ਆਹ ਜਿਹੜਾ ਵਾਅਦਾ ਕਰ ਲਿਆ, ਕਿਉਂਕਿ ਪਾਰਟੀਆਂ ਸਾਰੀਆਂ ਨੇ ਕੀਤਾ, ਇਹ ਨਹੀਂ ਕਿ ਆਪਾਂ ਕਹਿ ਵੀ ਕਿਸੇ ਨੇ ਨਹੀਂ ਕੀਤਾ, ਇਹ ਆਪਾਂ ਪੈਸੇ ਤੁਹਾਨੂੰ ਦੇਣੇ ਜੀ। ਨਹੀਂ, ਇਹ ਜ਼ਰੂਰੀ ਹੈ। ਜਾਂ ਇਦਾਂ ਕਰ ਲੈਣ, ਫਿਰ ਹੋ ਸਕਦਾ ਲੋਕ ਮੰਨ ਲੈਣ ਵੀ ਕੋਈ ਗੱਲ ਨਹੀਂ ਜੀ, ਕਿਉਂਕਿ ਕਾਰਨ ਇਹ ਹੈ ਨਾ ਵੀ ਅਗਲਾ ਕਹਿੰਦੇ ਪੈਸੇ ਨਹੀਂ ਪਹਿਲਾਂ ਲੈ ਕੇ ਆਉਣੇ। ਜੇ ਪੈਸੇ ਲੈ ਕੇ ਆਉਣੇ ਆ ਤਾਂ ਲੋਕਾਂ ਨੂੰ ਤਾਂ ਨਹੀਂ ਨਾ ਭਾਜ ਨੂੰ 1000 ਰੁਪਈਆ ਮਿਲਣਾ, ਉਹਦੇ ਪਹਿਲਾਂ ਮਿਲਣਾ ਚਾਹੀਦਾ। ਹਾਂ, ਤੁਹਾਡੇ ਕੋਲੇ ਹੈਗੇ, ਤੁਸੀਂ ਆਪਣਾ ਸਾਲ ਕੁ ਵੇਟ ਕਰਕੇ ਲੈ ਲਿਓ। ਸੰਧਾਲੀਆ ਸਾਹਿਬ, ਮੈਨੂੰ ਐਂ ਲੱਗਦਾ ਕਿ ਲੋਕਾਂ ਦੇ ਕੋਲੇ ਤਰੀਕਾ ਹੈਗਾ, ਜਦੋਂ ਆਣ ਕੇ ਕਹਿਣਾ ਨਹੀਂ ਜੀ ਕੰਮ ਨਹੀਂ ਅਜੇ ਹੈ ਨਹੀਂ ਪੈਸੇ, ਤੁਸੀਂ ਕੁਛ ਨਹੀਂ ਕਰਨਾ, ਕਲਿੱਕ ਕੰਪਿਊਟਰ ਤੇ ਕਰਨੀ ਆ। ਉਹਦੇ ਵਿੱਚ ਐਫੀਡੇਵਿਟ ਨਿਕਲ ਆਉਂਦਾ ਲੀਡਰਾਂ ਦਾ, ਜਦੋਂ ਕਹਿੰਦੇ ਜੀ ਮੇਰੇ ਕੋਲ ਇੰਨੇ ਲੱਖ ਰੁਪਈਆ, ਇੰਨੇ ਲੱਖ ਜਾਂ ਇੰਨੇ ਕਰੋੜ ਦੇ ਗਹਿਣੇ ਆ, ਮੇਰੇ ਕੋਲ 3 ਕਾਰਾਂ ਆ, ਮੇਰੇ ਕੋਲ 2 ਕੋਠੀਆਂ ਆ, 1 ਪਲਾਟ ਆ, ਇੱਟਾਂ ਦੇ ਭੱਠੇ ਦੇ ਵਿੱਚ ਜਾਂ ਬੱਸ ਕੰਪਨੀ ਦੇ ਵਿੱਚ ਮੇਰਾ ਹਿੱਸਾ ਹੈ। ਤੁਸੀਂ ਬਸ ਆਪਣੇ ਹਲਕੇ ਦੇ ਲੀਡਰ ਨੂੰ ਆਹ ਕਹਿਣਾ, ਹਾਂ ਜੇ ਕਿਸੇ ਕੋਲੇ ਰੁਪਈਆ ਟਕਾ ਹੈ ਨਹੀਂਗਾ, ਉਹਨੂੰ ਕਹਿ ਲੈ ਤੂੰ ਤਨਖਾਹ, ਤੂੰ ਗੁਜ਼ਾਰਾ ਕਰਨਾ, ਕੋਈ ਗੱਲ ਨਹੀਂ। ਪਰ ਜਿਹੜਾ ਬੰਦਾ ਕਹਿੰਦਾ ਮੇਰੀ ਕਰੋੜਾਂ ਰੁਪਈਆਂ ਦੀ ਪ੍ਰਾਪਰਟੀ ਹੈ, ਉਹਨੂੰ ਕੁਛ ਨਹੀਂ ਕਹਿਣਾ, ਉਹਨੂੰ ਕਹਿਣਾ ਕਾਰ ਤਾਂ ਭਾ ਤੇਰੇ ਕੋਲ ਹੈਗੀ ਆ, ਸਰਕਾਰੀ ਕਾਰ ਮੋੜ ਦੇ। ਕਾਰ ਤਾਂ ਸਾਨੂੰ ਪਤਾ ਪਹਿਲਾਂ ਵੀ ਤੂੰ ਆਪ ਨਹੀਂ ਸੀ ਚਲਾਉਂਦਾ, ਉਹੀ ਡਰਾਈਵਰ ਵਰਤ ਲਾ। ਚੰਡੀਗੜ੍ਹ ਤਾਂ ਤੁਸੀਂ ਪਹਿਲਾਂ ਵੀ ਆਉਣੇ ਜਾਂਦੇ ਹੋ, ਐਂ ਕਰੋ ਚੰਡੀਗੜ੍ਹ ਤੁਹਾਡੇ ਕੋਲ ਘਰ ਵੀ ਹੈਗਾ, ਐਡਰੈਸ ਲਿਖਿਆ, ਐਂ ਕਰੋ ਸਰਕਾਰੀ ਘਰ ਜਿਹੜਾ ਸਰਕਾਰ ਨੂੰ ਕੋਈ ਕਿਰਾਏ ਤੇ ਦੇ ਦਿਓ, ਤਾਂ ਆਪਾਂ ਇੱਥੇ ਰਹਿੰਦੇ, ਜਾਂ ਸਰਕਾਰੀ 'ਚ ਲੈ ਕੇ ਆਪਣਾ ਕਿਰਾਏ ਤੇ ਦੇ ਦਿਓ, ਉਹਦੇ ਪੈਸੇ ਜਿੰਨੇ ਬਣਦੇ ਆ ਸਰਕਾਰ ਦੇ ਖਜ਼ਾਨੇ 'ਚ ਪਾਓ, ਕਿਉਂਕਿ ਤੁਸੀਂ ਲੋਕਾਂ ਦੇ ਲਈ ਜੂਝਣ ਵਾਲੇ ਬੰਦੇ ਹੋ। ਉਹਨਾਂ ਨੂੰ ਐਂ ਕਹਿਣਾ ਹੈ, ਤੇ ਜੇ ਤਾਂ ਉਹ ਮੰਨ ਜਾਂਦੇ ਆ ਠੀਕ ਹੈ, ਨਹੀਂ ਤਾਂ 27 'ਚ ਬਣਾ ਲਿਓ ਇਹ। ਆਹੋ, ਹੁਣ ਤਾਂ ਉਦੋਂ ਹੀ ਵਾਰੀ ਆਉਣੀ ਆ। ਬਾਕੀ ਇੰਨਾ ਵੀ ਇਹ ਗੱਲਾਂ ਵਿਚਾਰਨ ਵਾਲੀਆਂ ਨੇ ਕਿਤੇ, ਆਪਾਂ ਇਹ ਤਾਂ ਕਰਕੇ ਉਨੇ ਦਿਨਾਂ ਤੱਕ ਮੈਨੂੰ ਲੱਗਦਾ ਵੀ ਯਾਦ ਕਰਾਉਂਦੇ ਰਹੀਏ ਵੀ ਇਹ ਨਾ ਹੋਵੇ ਜਿੱਦਣ ਸਹੁੰ ਚੁੱਕ ਸਮਾਗਮ ਹੋਵੇ ਤੇ ਉਦੋਂ ਬਾਅਦ RTI ਪਾ ਕੇ ਕੋਈ ਬੰਦਾ ਪੁੱਛਦਾ ਹੁੰਦਾ ਜੀ ਸਹੁੰ ਚੁੱਕ ਸਮਾਗਮ ਤੇ ਕਿੰਨੇ ਪੈਸੇ ਲੱਗੇ, ਫਿਰ ਨਾਲ ਹੀ ਥੱਲੇ ਲਿਖਿਆ ਹੁੰਦਾ ਜੀ ਇੰਨੇ ਕਰੋੜ ਰੁਪਈਆ ਲੱਗਾ, ਕਾਹਦੇ ਤੇ? ਸਿਰਫ ਤੰਬੂ ਕਨਾਤਾਂ ਲਾ ਕੇ ਅਗਲੇ ਨੇ ਸਹੁੰ ਚੁੱਕੀ, ਕਿਹੜੀ ਚੀਜ਼ ਦੀ? ਵੀ ਅਸੀਂ ਵੀ ਸੰਵਿਧਾਨ ਦੇ ਹਿਸਾਬ ਨਾਲ ਕੰਮ ਕਰਾਂਗੇ ਲੋਕਾਂ ਦੇ ਹਿੱਤਾਂ ਦੇ ਲਈ। ਤੇ ਉੱਥੋਂ ਨਿਕਲਦਿਆਂ ਸਾਰੀ ਬਾਅਦ ਲੋਕ ਸੋਚਦੇ ਵੀ ਯਾਰ ਲੋਕੀ ਤਾਂ ਵਿਚਾਰੇ ਬਾਹਰ ਹੀ ਬੈਠੇ ਜਿਨ੍ਹਾਂ ਦੇ ਹਿੱਤਾਂ ਦੀ ਗੱਲ ਕਰਨੀ ਸੀ, ਸਾਡੇ ਹਿੱਤ 5 ਸਾਲ ਚੇਤੇ ਨਹੀਂ ਆਉਣੇ ਕਿਸੇ ਨੂੰ। ਅੱਛਾ, ਦੂਜੀ ਗੱਲ ਜਿਹੜੀ ਬਹੁਤੀ ਉੱਭਰ ਕੇ ਆਈ ਉਹ ਆਈ ਜੀ ਸਿੱਖਿਆ, ਸਿਹਤ। ਵਾਹ, ਮਤਲਬ ਮੈਂ ਬੜਾ ਹੈਰਾਨ ਸੀ ਵੀ ਚਲੋ ਇੱਕ ਤਾਂ ਪਾਰਟੀ ਕਹਿੰਦੀ ਵੀ ਅਸੀਂ ਪਹਿਲੀ ਵਾਰ ਆਉਣਾ ਜੀ, ਨਵੇਂ ਆਉਣਾ, ਉਹ ਤਾਂ ਆਉਂਦੇ ਨਹੀਂ, ਆਉਂਦੇ ਬਾਅਦ ਦੀ ਗੱਲ। ਜਿਹੜੇ ਆਏ ਨੇ ਉਹ ਪਿਛਲੇ 20 25 ਸਾਲ ਤੋਂ ਵਾਰੀ ਰਾਜ ਕਰਦੇ ਪਏ। ਮੈਂ ਸੋਚਦਾ ਸੀ ਵੀ ਚਲੋ 17 ਸਾਲ ਨੂੰ ਆਪਾਂ ਛੱਡ ਦਿੰਦੇ ਹਾਂ। ਕੋਈ ਬੰਦਾ ਆਖੂਗਾ ਜੀ ਉਦੋਂ ਪਹਿਲਾਂ ਆਹ ਨਹੀਂ ਸੀ, ਉਦੋਂ ਪਹਿਲਾਂ ਪੰਜਾਬ ਅੱਡ ਨਹੀਂ ਸੀ, ਕੋਈ ਕਹਿੰਦਾ ਜੀ ਪੰਜਾਬ 'ਚ ਫਿਰ ਕਾਲਾ ਦੌਰ ਸੀ, ਇਹ ਸੀ ਉਹ ਸੀ। 25 ਸਾਲ ਤੇ ਐਸੇ ਹੈਗੇ ਆ ਨਾ ਵੀ ਜਦੋਂ ਪੰਜਾਬ ਠੀਕ ਸੀ। 25 ਸਾਲਾਂ ਦੇ ਵਿੱਚ ਜਿਹੜਾ ਸਾਡੇ ਕੋਲੋਂ ਸਕੂਲ ਨਹੀਂ ਬਣਿਆ, ਜਿਹੜਾ ਸਾਡੇ ਕੋਲੋਂ ਹਸਪਤਾਲ ਨਹੀਂ ਬਣਿਆ, ਉਹ ਅਚਾਨਕ ਇੱਥੇ ਹੁਣ 22 'ਚ ਬਣਾਉਣ ਦੀ ਚਰਚਾ ਚੱਲਦੀ ਸੀ। ਕੋਈ ਕਹਿੰਦਾ ਹਾਂ 5000 ਦੇ ਵਿੱਚ ਉਹਦੀ ਕਪੈਸਿਟੀ ਵਾਲਾ ਹਰੇਕ 25000 ਦੀ ਆਬਾਦੀ ਦੇ ਪਿੱਛੇ ਸਕੂਲ, ਕੋਈ ਕਹਿੰਦਾ ਜੀ ਸਮਾਰਟ ਸਕੂਲ, ਕੋਈ ਲੋੜ ਨਹੀਂ ਕਾਗਜ਼ ਪੱਤਰ ਲਿਆਉਣ ਦੀ, ਬਸ ਐਂ ਪ੍ਰੋਜੈਕਟਰ ਤੇ ਚੱਲਿਆ ਕਰਨਾ ਸਾਰਾ। ਸਵੇਰੇ ਦਵਾਈ ਖਾਧੀ? ਨਹੀਂ, ਖਾਣੀ ਭੁੱਲ ਗਿਆ ਨਾ। ਹਾਂ, ਰੌਲਾ ਸਰ ਆਹੀ ਆ। ਸੰਧਾਲੀਆ ਸਾਹਿਬ ਪਿੱਛੇ ਚੱਲੋ, 2017 ਤੋਂ ਪਹਿਲਾਂ ਸਾਲ ਆਇਆ ਸੀ 2016, 9.5 ਸਾਲ ਹੋ ਗਿਆ ਸੀ ਅਕਾਲੀ ਦਲ ਦੀ ਸਰਕਾਰ ਨੂੰ। ਤੁਸੀਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ, ਸੁਖਬੀਰ ਸਿੰਘ ਬਾਦਲ ਸਾਹਿਬ ਦੇ ਤੇ ਅਕਾਲੀ ਦਲ ਦੇ ਲੀਡਰਾਂ ਦੇ ਭਾਸ਼ਣ ਸੁਣ ਲਓ, ਰਿਕਾਰਡਡ ਪਏ ਨੇ। ਉਹ ਕਹਿੰਦੇ ਸੀ ਕਮਾਲ ਕਰਤੀ ਐਜੂਕੇਸ਼ਨ ਸੈਕਟਰ 'ਚ, ਯਾਨੀ ਬੇਸ਼ੁਮਾਰ ਸਹੂਲਤਾਂ ਦੇ ਦਿੱਤੀਆਂ। ਫਿਰ 4.5 ਸਾਲ ਕੈਪਟਨ ਸਾਹਿਬ ਦੀ ਸਰਕਾਰ ਰਹੀ ਤੇ ਉਹ ਕਹਿੰਦੇ ਸੀ ਨੰਬਰ 1, ਆਹ ਦੇਖੋ ਕਹਿੰਦੇ ਨੰਬਰ 1 ਸਾਨੂੰ ਦਰਜਾ ਦਿੱਤਾ। ਜਿੰਨੀ ਦੇਰ ਵਿਜੇਂਦਰ ਸਿੰਗਲਾ ਰਹੇ ਉਹ ਕਹਿੰਦੇ ਨੰਬਰ 1 ਹੋ ਗਿਆ ਐਜੂਕੇਸ਼ਨ 'ਚ। ਜਿੱਦਣ ਸਿਸੋਦੀਆ ਸਾਹਿਬ ਨੇ ਆਣ ਕੇ ਛਾਪੇ ਮਾਰਿਆ, ਉਦੋਂ ਚੰਨੀ ਸਾਹਿਬ ਕਹਿੰਦੇ ਸੀ ਤੇ ਪ੍ਰਗਟ ਸਿੰਘ ਹੋਰੀ ਕਹਿੰਦੇ ਕਿਆ ਕਰਤੇ ਹੋ, ਇੱਦਾਂ ਦੀ ਗੱਲ ਹੀ ਕੋਈ ਨਹੀਂ, ਨੰਬਰ 1 ਆ ਐਜੂਕੇਸ਼ਨ ਦੇ ਵਿੱਚ, ਅੰਕੜਾ ਦੇਖੋ। ਜੇ ਇੰਨੇ ਜਾਣੀ ਕੌਨਫੀਡੈਂਸ ਦੇ ਨਾਲ ਸਾਡੀਆਂ ਸਰਕਾਰਾਂ ਦੇ ਨੁਮਾਇੰਦੇ ਕਹਿੰਦੇ ਆ ਕਿ ਅਸੀਂ ਸਿੱਖਿਆ ਦੇ ਵਿੱਚ ਨੰਬਰ 1 ਆ, ਮੈਨੂੰ ਲੱਗਦਾ ਕਿ ਇਹਨਾਂ ਤੇ ਪਰਚੇ ਕਰਾਉਣੇ ਚਾਹੀਦੇ ਜਿਹੜੇ ਬੰਦੇ ਕਹਿੰਦੇ ਸੀ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਅਧਿਆਪਕ ਹੈ ਨਹੀਂ। ਤੁਸੀਂ ਦੱਸੋ, ਜੇ ਤਾਂ ਪੰਜਾਬ ਦੇ ਸਕੂਲਾਂ 'ਚ ਲਾਇਬ੍ਰੇਰੀ ਹੈ ਨਹੀਂ ਫਿਰ ਤਾਂ ਕੰਮ ਕਰਨ ਦੀ ਲੋੜ ਹੈ, ਜੇ ਉੱਥੇ ਖੇਡ ਦਾ ਮੈਦਾਨ ਹੈ ਨਹੀਂ ਤਾਂ ਕੰਮ ਕਰਨ ਦੀ ਲੋੜ ਹੈ, ਜੇ ਤਾਂ ਕਿਸੇ ਹੋ ਸਕਦਾ ਕਿਤੇ ਇੱਕ ਅੱਧਾ ਸਕੂਲ ਹੋਵੇ ਜਿੱਥੇ 5 ਜਮਾਤਾਂ ਨੂੰ 4 ਅਧਿਆਪਕ ਪੜ੍ਹਾਉਂਦੇ ਆ,
ਨਹੀਂ ਤਾਂ 5 ਨੂੰ 6 ਪੜਾਉਂਦੇ ਆ। ਟੀਚਰਾਂ 'ਚ ਲੜਾਈ ਹੁੰਦੀ ਹੈ, ਓਏ ਮੈਨੂੰ ਵੀ ਪੜ੍ਹਾ ਲੈਣ ਦਿਓ, 3 ਦਿਨ ਹੋ ਗਿਆ ਮੈਨੂੰ ਕਲਾਸ 'ਚ ਨਹੀਂ ਵੜਨ ਦਿੱਤਾ। ਕੋਈ ਬੰਦਾ ਵਿਹਲੀ ਦਾ ਛੱਡੋ, 2 ਕਲਰਕ ਰੱਖੇ ਹੋ ਆ ਕੰਮ ਕਰਨ ਨੂੰ। ਕਿੰਨੀ ਅੱਜ ਕਣਕ ਲੱਗੀ, ਕਿੰਨਾ ਅੱਜ ਦਲੀਆ ਲੱਗਾ, ਕਿੰਨੇ ਅੱਜ ਚੌਲ ਲੱਗੇ, ਕਿੰਨੀ ਅੱਜ ਸਬਜ਼ੀ ਲੱਗੀ। ਡਾਕ ਬਣਾਉਣ ਨੂੰ ਵੱਖਰਾ ਕਲਰਕ ਰੱਖਿਆ। ਹੋਰ ਸੰਧਾਲੀਆ ਸਾਹਿਬ ਕੀ ਕਰਦੇ ਨੇ? ਨਿਆਣੇ ਸੁੱਖ ਨਾਲ ਆਪ ਉਹਨਾਂ ਦੇ ਵਧੀਆ ਸਕੂਲਾਂ ਦੇ ਵਿੱਚ ਪੜ੍ਹਦੇ ਆ। ਸਿੱਖਿਆ ਦਾ ਪੱਧਰ ਤਾਂ ਉਹਨਾਂ ਨੂੰ ਉੱਥੇ ਪਤਾ ਨਹੀਂ। ਜਦੋਂ ਰਿਪੋਰਟ ਕਾਰਡ ਆਉਂਦਾ, ਆ ਜੀ ਦੇਖੀਏ ਮੇਰੇ ਕੋ ਮੈਡਮ ਨੇ ਸਟਾਰ ਦਿਆ ਹੈ, ਜਦੋਂ ਉਹਨਾਂ ਨੂੰ ਲੱਗਦਾ ਹੋਣਾ ਕਿ ਐਜੂਕੇਸ਼ਨ ਦਾ ਪੱਧਰ ਜਦੋਂ ਆਪ ਦਾ ਨਿਆਣਾ ਪ੍ਰਾਈਵੇਟ ਸਕੂਲ 'ਚ ਪੜ੍ਹ ਗਿਆ। ਇਹੀ ਤੇ ਗੱਲ ਹੈ। ਤੇ ਉਦੋਂ ਬਾਅਦ ਆਪਾਂ ਵਾਅਦੇ ਜਿਹੜੇ ਆ ਉਹ ਲੋਕਾਂ ਦੇ ਨਾਲ ਕਰਦੇ ਆ ਵੀ ਇੰਨੇ ਸਾਲਾਂ ਦੇ ਬਾਅਦ ਆਪਾਂ ਆਹ ਕੁਛ ਕਰ ਦੇਣਾ। ਅੱਛਾ, ਦੂਜੀ ਇਹੀ ਗੱਲ ਹਸਪਤਾਲ ਦੀ। ਹੁਣ ਪਿਛਲੇ ਸਮੇਂ 'ਚ ਆਪਾਂ ਬੜੀ ਵਾਰ ਇਹ ਖਬਰਾਂ ਸੁਣੇ ਜੀ, ਫਲਾਨੇ ਫਿਰ ਥੋੜ੍ਹੇ ਜਿਹੇ ਨਾ ਠੀਕ ਨਹੀਂ ਮਹਿਸੂਸ ਕਰਦੇ ਸੀ, ਉਹਨਾਂ ਨੂੰ ਫਿਰ ਫਲਾਨੇ ਜਿਹੜਾ ਹਸਪਤਾਲ ਦੇ ਵਿੱਚ ਇੰਨੇ ਦਿਨ ਰੱਖਣਾ ਪਿਆ। ਇੱਕ ਦੋ ਉਦੋਂ ਪਹਿਲਾਂ ਮੈਂ ਆਪਾਂ ਉਹ ਜੀ ਫਿਰ ਉਹਨਾਂ ਫਲਾਨੀ ਚੀਜ਼ ਦਾ ਇਲਾਜ ਕਰਾਉਣ ਲਈ ਫਲਾਨੇ ਦੇਸ਼ ਗਏ ਨਹੀਂ। ਹੁਣ ਸਮਝੋ ਬਾਹਰ ਦੀਆਂ ਗੱਲਾਂ ਵੀ ਪਹਿਲੀ ਗੱਲ ਤੇ ਵੀ ਫਲਾਨੇ ਦੇਸ਼ ਤਾਂ ਮਹਾਤੜ ਬੰਦੇ ਨੇ ਜਾਣਾ ਕਿ ਜਿਹੜੇ ਹਸਪਤਾਲਾਂ ਦਾ ਵੀ ਉਹ ਨਾਂ ਲੈਂਦੇ ਹਨ। ਕਿਸੇ ਵੇਲੇ ਬੰਦਾ ਸੋਚਦਾ ਵੀ ਯਾਰ ਉਸ ਹਸਪਤਾਲ ਦੇ ਵਿੱਚ ਦੀ ਵੀ ਤੂੰ ਲੰਘ ਆਇਆ ਨਾ ਇੱਕ ਨਾ, ਤੇ ਆਉਂਦਿਆਂ ਹੋ ਸਕਦਾ ਵੀ ਬਾਹਰ ਹੀ ਸ਼ਾਹ ਜੀ ਹੋਣੀ ਬੈਠੇ ਹੋਣ ਵੀ ਇੱਥੇ ਵੀ ਅੰਗੂਠਾ ਲਾ ਦਿਓ, ਇੰਨੇ ਹੋ ਗਏ ਤੁਹਾਡੇ, ਮਤਲਬ ਜਿਸ ਹਿਸਾਬ ਨਾਲ ਬਿੱਲ ਬਣਦਾ। ਨਹੀਂ ਠੀਕ ਹੈ। ਹੁਣ ਇਹ ਜੀ ਆਹ ਜਿਹੜੀ ਸਿਚੁਏਸ਼ਨ ਹੈ ਉਹਦੇ ਵਿੱਚ ਆਪਾਂ ਨੂੰ ਲਾਰੇ ਇਹ ਲੱਗ ਰਹੇ ਨੇ ਕਿ ਵੀ ਹਾਂਜੀ ਭਾਈ ਸਾਹਿਬ ਤੁਸੀਂ ਦੇਖਿਓ ਕਮਾਲ ਹੋ ਜਾਣੀ ਹੈ, ਘਰੋਂ ਤੁਸੀਂ ਫੋਨ ਕਰਨਾ ਵੀ ਬਾਪੂ ਪਤਾ ਨਹੀਂ ਅੱਜ ਘਰਾੜੇ ਨਹੀਂ ਮਾਰੇ, ਨਾਲ ਹੀ ਐਂਬੂਲੈਂਸ ਬਾਹਰ ਆ ਜਾਣੀ ਤੇ ਉਹਨਾਂ ਨੇ ਘਰੇ ਟੂਟੀਆਂ ਲਾ ਕੇ ਚੈੱਕ ਕਰ ਦੇਣਾ ਤੁਹਾਨੂੰ। ਇਸ ਲੈਵਲ ਦਾ ਤੁਹਾਨੂੰ ਅਸੀਂ ਹੈਲਥ ਸਿਸਟਮ ਬਣਾ ਦੇਣਾ। ਨਹੀਂ ਕਹਿਣਾ ਨਹੀਂ ਪੈਣਾ, ਯਾਨੀ ਸਿਸਟਮ ਇਦਾਂ ਦਾ ਬਣਾ ਦੇਣਾ ਵੀ ਘਰਾੜੇ ਬਾਪੂ ਨੂੰ ਨਹੀਂ ਮਾਰੇ, ਗੱਡੀ ਆਪੇ ਆ ਜਾਣੀ ਆ ਵੀ ਇਹਨਾਂ ਦੇ ਬਾਪੂ ਕੀ ਹੋਇਆ ਇੱਥੇ ਆ ਜੀ, ਇਹਨਾਂ ਦਾ ਬਾਪੂ ਘਰਾੜੇ ਨਹੀਂ ਮਾਰਦਾ। ਨਹੀਂ ਹੋ ਸਕਦਾ ਐਂਬੂਲੈਂਸ ਵਾਲੇ ਬਾਹਰੋਂ ਆਣ ਕੇ ਠਾਉਣ ਕੀ ਗੱਲ ਸੁੱਤੇ ਆ, ਕੀ ਗੱਲ ਹੋ ਗਈ ਯਾਰ, ਸਾਨੂੰ ਉੱਥੇ ਅਲਰਟ ਆਇਆ ਬਾਪੂ ਘਰਾੜੇ ਨਹੀਂ ਮਾਰਨ ਡਿਆ। ਸੰਧਾਲੀਆ ਸਾਹਿਬ ਦੇਖੋ, ਮੈਂ ਬਹੁਤ ਸਤਿਕਾਰ ਕਰਦਾ ਹੋਇਆ ਤੁਹਾਡੇ ਭਾਈਚਾਰੇ ਦਾ, ਲੀਡਰ ਭਾਈਚਾਰੇ ਦਾ। ਯਾਰ ਹੁਣ ਸਾਡਾ ਕਾਹਦਾ ਸਤਿਕਾਰ ਰਹਿ ਗਿਆ ਯਾਰ, 10 ਤਰੀਕ ਤੱਕ ਜਾਓ ਯਾਰ ਹੁਣ ਤੇ ਆਹੋ ਨਾ ਹਨਾ। ਮੈਂ ਸੋਚਦਾ ਸੀਗਾ ਚੰਗਾ ਹੋਇਆ ਤੁਸੀਂ ਪ੍ਰੋਗਰਾਮ ਕਰਨ ਆਏ, ਨਹੀਂ ਤਾਂ ਵੋਟਾਂ ਪੈਣ ਤੋਂ ਨਾ 1-2 ਦਿਨ ਬਾਅਦ ਫੋਟੋ ਆਉਂਦੀਆਂ ਹੁੰਦੀਆਂ ਮਸੂਰੀ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਕੁਝ ਦਿਨ ਆਰਾਮ ਕਰਦੇ ਹੋਏ ਲੀਡਰ, ਗੋਆ ਦੇ ਵਿੱਚ ਪਾਣੀ 'ਚ ਅਟਖੇਲੀਆਂ ਕਰਦੇ ਹੋਏ ਲੀਡਰ, ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਦੇ ਵਿੱਚ ਚੋਣਾਂ ਦੀ ਥਕਾਨ ਲਾਉਂਦੇ ਹੋਏ ਲੀਡਰ, ਤੇ ਲੋਕਾਂ ਦੇ ਹੱਥ 'ਚ ਦਾਤੀ ਹੁੰਦੀ ਆ। ਮੈਂ ਇੱਕ ਬੇਨਤੀ ਕਰਨੀ ਸੀ, ਤੁਸੀਂ ਥੋੜ੍ਹਾ ਜਿਹਾ ਹਿਸਾਬ ਨਾ, ਕਿਉਂਕਿ ਮੈਨੂੰ ਨਾ ਕਿਸੇ ਨੇ ਕਿਹਾ ਨਹੀਂ ਪਰ ਮੈਨੂੰ ਲੱਗਾ ਮੈਨੂੰ ਕਿਸੇ ਨੇ ਕਿਹਾ, ਉਹ ਕਹਿੰਦੇ ਜੀ ਅਸੀਂ ਨਾ ਪਿੰਡਾਂ ਦੇ ਵਿੱਚ ਪੋਸਟਰ ਲਾ ਦੇਣੇ ਆ, ਬੈਨਰ ਲਾ ਦੇਣੇ ਆ ਕਿ ਜੇ ਕਿਸੇ ਲੀਡਰ ਨੇ ਵਿਦੇਸ਼ ਤੋਂ ਇਲਾਜ ਕਰਾਇਆ ਜਾਂ ਆਪ ਪ੍ਰਾਈਵੇਟ ਹਸਪਤਾਲ 'ਚ ਗਿਆ, ਸਾਡੇ ਪਿੰਡ ਆਉਣ ਦੀ ਫਿਰ ਲੋੜ ਨਹੀਂ। ਅਸੀਂ ਫਿਰ ਜਾਂ ਤਾਂ ਸਾਡਾ ਵੀ ਪ੍ਰਾਈਵੇਟ ਹਸਪਤਾਲ 'ਚ ਤੁਸੀਂ ਬਿੱਲ ਦਿਓ ਕਿ ਉਹੀ ਐਮਐਲਏ ਸਾਡੇ ਪਿੰਡ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ ਵੜੂਗਾ, ਜਿਹੜਾ ਆਪਦਾ ਤੇ ਆਪਦੇ ਪਰਿਵਾਰ ਦੇ ਮੈਂਬਰਾਂ ਦਾ ਸਰਕਾਰੀ ਹਸਪਤਾਲ 'ਚੋਂ ਇਲਾਜ ਕਰਾਊ, ਆਪਦੇ ਨਿਆਣੇ ਸਰਕਾਰੀ ਸਕੂਲ 'ਚੋਂ ਪੜ੍ਹਾਊ, ਸਾਰੀਆਂ ਸਰਕਾਰੀ ਸੰਸਥਾਵਾਂ ਦੇ ਵਿੱਚੋਂ ਕੰਮ ਕਰਾਊ ਜਿੱਥੇ ਆਮ ਲੋਕਾਂ ਨੂੰ ਧੱਕੇ ਖਾਣੇ ਪੈਂਦੇ ਆ। ਕਾਨੂੰਨੀ ਤੌਰ ਦੇ ਉੱਤੇ ਕੋਈ ਵਿਘਨ ਨਹੀਂ ਹੈ, ਪਰ ਜੇ ਦਾਅਵਾ ਕਰਨਗੇ ਬੰਦੇ ਖਾਸ ਤੌਰ ਦੇ ਉੱਤੇ ਜਿਹੜੀ ਧਿਰ ਸੱਤਾ 'ਚ ਆਏਗੀ ਕਿ ਸਾਡੇ ਸਕੂਲ ਬੜੇ ਵਧੀਆ, ਸਾਡੇ ਹਸਪਤਾਲ ਬੜੇ ਵਧੀਆ, ਤਾਂ ਠੀਕ ਹੈ, ਫਿਰ ਵਧੀਆ ਹੈ ਤਾਂ ਤੁਸੀਂ ਬਣੋ ਮੋਰੀ ਤੇ ਤੁਸੀਂ ਉੱਥੋਂ ਕਰਾਓ ਇਲਾਜ, ਉੱਥੋਂ ਫਿਰ ਹਸਪਤਾਲ ਦੇ ਵਿੱਚ ਬੈਠ ਕੇ ਉੱਥੋਂ ਪੋਸਟਾਂ ਪਾਓ ਨਾ ਸੋਸ਼ਲ ਮੀਡੀਆ ਤੇ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ 117 ਦੇ 117 ਐਮਐਲਏ ਜ਼ਰੂਰ ਸੋਸ਼ਲ ਮੀਡੀਆ ਤੇ ਜਾਇਆ ਕਰਨ। ਜੇ ਤੁਸੀਂ ਕਿਸੇ ਦੇ ਭੋਗ ਤੇ ਗਿਆਂ ਦੀ ਫੋਟੋ ਪਾਉਨੇ ਹੋ ਕਿ ਅੱਜ ਦੁੱਖ 'ਚ ਸ਼ਰੀਕ ਹੋਏ, ਜਾਂ ਤੁਸੀਂ ਕਿਸੇ ਦੇ ਵਿਆਹ ਜਾ ਕੇ ਅੱਜ ਵਿਆਹ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਫਲਾਨਾ ਜੀ ਦੇ ਨਾਲ, ਤਾਂ ਫਿਰ ਤੁਸੀਂ ਜ਼ਰੂਰ, ਰੱਬ ਕਰੇ ਤੁਹਾਡੇ ਪਰਿਵਾਰ ਦੇ ਸਾਰੇ ਮੈਂਬਰ ਸਿਹਤਯਾਬ ਰਹਿਣ। ਪਰ ਜੇ ਕੋਈ ਜੀ ਢਿੱਲਾ ਮੱਠਾ ਹੁੰਦਾ ਹੈ, ਜੇ ਟੈਸਟ ਟੁਸਟ ਕਰਾਉਣੇ ਆ ਤਾਂ ਸਰਕਾਰੀ ਹਸਪਤਾਲ ਡਿਸਪੈਂਸਰੀ 'ਚ ਜਾਣਾ ਹੈ ਤੇ ਉੱਥੋਂ ਜਾ ਕੇ ਪੋਸਟ ਪਾਉਣੀ ਹੈ ਕਿ ਅੱਜ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਜਾਂ ਸਰਕਾਰੀ ਡਿਸਪੈਂਸਰੀ 'ਚ ਆ ਕੇ ਟੈਸਟ ਕਰਾਇਆ, ਦਵਾਈ ਲਈ ਤੇ ਡਾਕਟਰਾਂ ਦੀ ਕਾਰਗੁਜ਼ਾਰੀ ਤੋਂ ਖੁਸ਼ੀ ਹਾਂ ਮੈਂ, ਤੇ ਸਾਰਿਆਂ ਨੂੰ ਬੇਨਤੀ ਕਰਦਾ ਮੇਰੇ ਵਾਂਗੂ ਸਰਕਾਰੀ ਹਸਪਤਾਲ ਜਾਇਆ ਕਰੋ। ਇਹ ਬੜਾ ਫਰਕ ਪੈ ਸਕਦਾ। ਦੇਖੋ ਆਪਾਂ ਜਿੰਨਾ ਚਿਰ ਚੱਲਦਾ ਰਿਹਾ ਪ੍ਰਚਾਰ, ਬੜੀਆਂ ਪੋਸਟਾਂ ਦੇਖੀਆਂ ਨਾ, ਉਹ ਇੱਥੇ ਵੀ ਪਾਏ ਜਾਂਦੇ ਨੇ, ਉੱਥੇ ਵੀ ਪਾਏ ਜਾਂਦੇ ਨੇ, ਅੱਧੀ ਰਾਤ ਇੱਥੇ ਬੈਠੇ ਸੀ, ਸਵੇਰੇ ਉੱਥੇ ਚਲ ਗਏ। ਕਿਸੇ ਤੁਸੀਂ ਦੇਖੋ ਨਾ ਵੀ ਹੁਣ ਪਿੰਡ ਵਾਲਾ ਆਮ ਬੰਦਾ, ਸਧਾਰਨ ਪਰਿਵਾਰ, ਉਹ ਵੀ ਮਾਤਾ ਨੂੰ ਲੈ ਕੇ ਟੈਸਟ ਕਰਾਉਣ ਚੱਲਿਆ ਤੇ ਸਰਕਾਰੀ ਹਸਪਤਾਲ ਦਾ ਗੇਟ ਇੱਧਰੋਂ ਇਹ ਵੜਦੇ, ਹੁਣ ਸਾਹਮਣਿਓ ਉਹੀ ਲੀਡਰ ਸਾਹਿਬ, ਕੋਈ ਐਮਐਲਏ ਬਣ ਜਾਵੇ, ਕੋਈ ਮੰਤਰੀ ਬਣ ਜਾਵੇ, ਕੋਈ ਵੱਡੀ ਕੁਰਸੀ ਤੇ ਆ ਜਾਵੇ, ਉਹ ਅੰਦਰੋਂ ਬਾਹਰ ਇੱਕ ਲਿਫਾਫਾ ਜਿਹਾ ਉਹਨਾਂ ਦੇ ਹੱਥ 'ਚ ਹੋਵੇ, ਉਹ ਆਪਣਾ ਟੈਸਟ ਕਰਵਾ ਕੇ ਆ ਰਹੇ ਹੋਣ। ਜਿਹੜੇ ਨਾਲ ਵਾਲੀ ਟੀਮ ਵਾਲੇ ਮੈਂਬਰ ਹੁੰਦੇ, ਸੋਸ਼ਲ ਮੀਡੀਆ ਵਾਲੀ ਟੀਮ, ਨਾਲ ਹੀ ਉਹ ਲਾਈਵ ਹੋ ਜਾਣ ਵੀ ਆਹ ਦੇਖੋ ਮਹਾਰਾਜ, ਸਧਾਰਨ ਅਸੀਂ ਹੁਣੇ ਦੇਖਿਆ, ਮਤਲਬ ਉਹੀ ਬੰਦਾ ਜੀ ਦੇਖੋ ਜੀ ਕੱਲ੍ਹ ਤੱਕ ਸਾਡੇ ਕੋਲੋਂ ਵੋਟਾਂ ਮੰਗ ਰਹੇ ਸੀ, ਅੱਜ ਤੁਹਾਡੇ ਹੀ ਹਸਪਤਾਲ ਦੇ ਵਿੱਚ ਖੁਦ ਟੈਸਟ ਕਰਵਾ ਕੇ ਆਉਂਦੇ ਹੋਏ। ਇਹਦੇ ਨਾਲ ਹੋ ਸਕਦਾ ਅਗਲੇ ਨੂੰ ਲੱਗਦਾ ਵੀ ਅਸੀਂ ਉਹਨੂੰ ਟੀਚਰਾਂ ਨਹੀਂ ਕਰਦੇ। ਇਹਦੇ 'ਚ ਇੱਕੋ ਚੀਜ਼ ਦਾ ਫਾਇਦਾ ਹੋਣਾ ਵੀ ਕੁਛ ਕਰਨ ਦੀ ਲੋੜ ਨਹੀਂ। ਜੇ ਅਗਲਿਆਂ ਨੂੰ ਵੀ ਉੱਥੇ ਪਤਾ ਲੱਗ ਗਿਆ ਨਾ ਵੀ ਯਾਰ ਵੀਰ ਮੇਰੇ ਇੱਥੇ ਆਉਂਦੇ ਨੇ ਵੱਡੇ ਬੰਦੇ, ਆਪਾਂ ਸਾਰਾ ਕੁਛ ਪ੍ਰਬੰਧ ਸਹੀ ਰੱਖੀਏ,
ਦੂਜੀ ਗੱਲ ਇਹ ਵੀ ਜੇ ਉੱਥੇ ਜਾ ਕੇ ਆਉਣਗੇ ਤੇ ਉਹਨਾਂ ਨੂੰ ਆਪੇ ਪਤਾ ਲੱਗ ਜਾਣਾ ਵੀ ਯਾਰ ਜਿੱਥੇ ਮੈਂ ਬਹਿਣਾ ਸੀ ਉੱਥੇ ਬੈਂਚ ਹੈ ਨਹੀਂ ਜਦੋਂ ਮੈਂ ਅੰਦਰ ਚਲਿਆ ਤੇ ਯਾਰ ਬੂਹਾ ਹੀ ਹੈ ਨਹੀਂ ਉੱਥੇ ਹਸਪਤਾਲ ਦਾ। ਜੇ ਮੈਂ ਉਦੋਂ ਗਾਂਹ ਲੰਘਿਆ ਤੇ ਉਹ ਭੈਣ ਜਣੀ ਆਂਦੇ ਵੀ ਬਹਿ ਜਾਓ ਭਾਜੀ ਕੋਈ ਗੱਲ ਨਹੀਂ, ਦਵਾਈ ਤੇ ਤੁਹਾਨੂੰ ਬਾਹਰੋਂ ਹੀ ਫੜ ਕੇ ਲਿਆਉਣੀ ਪੈਣੀ, ਉੱਦਾਂ ਮੈਂ ਮਾੜਾ ਮੋੜ ਬੀਪੀ ਬੂਪੀ ਤੁਹਾਡਾ ਵੇਖ ਦਿੰਦੀ ਹੈ ਨਾ। ਹੋ ਸਕਦਾ ਵੀ ਮਤਲਬ ਜਿਹੜੀਆਂ ਗੱਲਾਂ ਥੱਲਿਓਂ ਕੋਈ ਚਿੱਠੀ ਪੱਤਰ ਲਿਖ ਕੇ ਉੱਤੇ ਤੱਕ ਪਹੁੰਚਾਵੇ ਉਹ ਅੱਖੀਂ ਵੇਖ ਲੈਣ ਤੇ ਆਪੇ ਬੰਦੇ ਦਾ ਹੱਲ ਕਰ ਦੇ। ਨਹੀਂ, ਇਹ ਗੱਲ ਤੁਹਾਡੀ ਬਿਲਕੁਲ ਸੰਧਾਲੀਆ ਸਾਹਿਬ ਠੀਕ ਹੈ। ਮੈਨੂੰ ਇਹ ਵੀ ਲੱਗਦਾ ਕਿ ਕੋਈ ਲੀਡਰ, ਕਿਉਂਕਿ ਬੜੇ ਸਤਿਕਾਰਯੋਗ ਨੇ ਲੀਡਰ, ਉਹਨਾਂ ਨੇ ਗੱਲ ਮੰਨ ਲੈਣੀ ਆ। ਉਹ ਲੀਡਰ ਉੱਥੇ ਆਵੇ ਤਾਂ ਪੰਜਾਬ ਦੇ ਲੋਕ ਬਿਲਕੁਲ ਥੱਲੇ ਇਹ ਟਿੱਪਣੀਆਂ ਕਰਦੇ ਫਿਰ ਲੀਡਰ ਛੱਬੀ ਬਣਾਉਣ ਆਏ ਲੱਗਦੇ ਆ, ਕਿਉਂਕਿ ਆਮ ਤੌਰ ਤੇ ਸਰਕਾਰੀ ਹਸਪਤਾਲ ਦੇ ਵਿੱਚ ਬੰਦਾ ਛੱਬੀ ਬਣਾਉਣ ਜਾਂਦਾ ਹੁੰਦਾ। ਅਸੀਂ ਡਾਕਟਰਾਂ ਦਾ ਸਤਿਕਾਰ ਕਰਦੇ ਆ, ਨਹੀਂ ਉਹਨਾਂ ਦੀ ਮਜਬੂਰੀ, ਉਹ ਕਰਨ ਕੀ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਹੈਗੀ ਆ, ਹੋ ਸਕਦਾ ਜੇ ਸਾਡੇ ਮਾਣਯੋਗ ਵੱਖ-ਵੱਖ ਪਾਰਟੀਆਂ ਦੇ MLA ਸਾਹਿਬ ਸਰਕਾਰੀ ਹਸਪਤਾਲਾਂ 'ਚ ਜਾਣ, ਉਹਨਾਂ ਨੂੰ ਪਤਾ ਲੱਗੇ ਕਿ ਇੱਕ ਡਾਕਟਰ 3-3 ਹਸਪਤਾਲਾਂ ਦੇ ਵਿੱਚ ਸੇਵਾਵਾਂ ਦਿੰਦਾ ਹੈ। ਫਿਰ ਸ਼ਾਇਦ ਉਹਨਾਂ ਨੂੰ ਪਤਾ ਲੱਗੇ ਕਿ ਜਦੋਂ ਦਰਜਾ 4 ਕਰਮਚਾਰੀ ਉੱਥੇ ਨਹੀਂ ਹੁੰਦੇ ਜਾਂ ਥੋੜ੍ਹੇ ਹੁੰਦੇ ਆ ਜਾਂ 24 ਘੰਟੇ ਡਿਊਟੀ ਤੇ ਨਹੀਂ ਹੁੰਦੇ, ਤਾਂ ਲੋਕ ਡਾਕਟਰਾਂ ਦੇ ਗਲ ਪੈਂਦੇ ਹੁੰਦੇ ਕਿ ਭਾਈ ਇੱਥੇ ਸਫਾਈ ਕਦੋਂ ਨਹੀਂ ਹੈਗੀ, ਡਾਕਟਰ ਨੇ ਝਾੜੂ ਆਪ ਥੋੜ੍ਹੀ ਮਾਰਨਾ। ਸ਼ਾਇਦ ਉਧਰਲੇ ਪਾਸਿਓਂ ਗਲੂਕੋਜ਼ ਦੀ ਬੋਤਲ ਕਿਸੇ ਨੇ ਲੀਡਰ ਸਾਹਿਬ ਦੀ ਫੜੀ ਹੋਵੇ, ਉਹ ਲੀਡਰ ਸਾਹਿਬ ਕਹਿਣ ਹੁਣ ਚਲੋ ਕੋਈ ਨਹੀਂ ਤੂੰ ਬਾਹਰ ਨੂੰ ਪਰਲੇ ਪਾਸੇ ਮੂੰਹ ਕਰ ਖੜ ਜਾ, ਮੈਂ ਮਾੜਾ ਜਿਹਾ ਵਾਸ਼ਰੂਮ ਜਾਇਆ ਮਾਂ, ਤੇ ਅੰਦਰ ਜਾ ਕੇ ਫਿਰ ਉਹਨਾਂ ਨੂੰ ਪਤਾ ਲੱਗ ਪਹਿਲਾਂ ਮੇਰੇ ਮੂੰਹ ਦੇ ਉੱਤੇ 2 ਵਾਰੀ ਕਰਕੇ ਰੁਮਾਲ ਬੰਨ੍ਹ ਦੇ, ਨੱਕ ਮੇਰਾ ਬੰਦ ਕਰ ਦੇ, ਜੇ ਮੈਂ 2-3 ਮਿੰਟ ਨਾ ਹੰਗਾਰਾ ਭਰਿਆ ਮੈਨੂੰ ਖਿੱਚ ਲਿਓ ਸਮੇਤ ਗਲੂਕੋਜ਼। ਜਾਣੀ ਥੋੜਾ ਜਿਹਾ ਸ਼ਾਇਦ ਫਰਕ ਪਵੇ। ਨਹੀਂ ਇਹ ਦੇਖ ਕੇ ਪੈਣਾ, ਪਰ ਉਹ ਕਾਰਨ ਆ ਨਾ ਵੀ ਉਹ ਕਿਉਂਕਿ ਜਾਂਦੇ ਨਹੀਂ ਉੱਥੇ, ਇਸ ਕਰਕੇ ਉਹਨਾਂ ਨੂੰ ਪਤਾ ਨਹੀਂ ਵੀ ਆਮ ਬੰਦੇ ਦਾ ਕੀ ਹਾਲ ਹੁੰਦਾ। ਫਿਰ ਜ਼ਰੂਰ ਮੈਂ ਚਾਹੁੰਦਾ ਕਿ ਵੀ ਜਦੋਂ ਕਿਉਂਕਿ ਪਰਿਵਾਰ 'ਚ ਲੋੜ ਤੇ ਪੈਂਦੀ ਹੈ ਨਾ ਵੀ ਕੋਈ ਨਾ ਕੋਈ ਫਲਾਣੇ ਦਾ ਫਲਾਨਾ ਕਾਗਜ਼ ਬਣਾਉਣਾ ਹੀ, ਲੈ ਵੀ ਨਿੱਕਾ ਭੱਜ ਕੇ ਹਲਫੀਆ ਬਿਆਨ ਬਣਵਾ ਲਿਆ ਫਲਾਣੇ ਥਾਂ ਤੋਂ, ਹੈ ਨਾ, ਉੱਥੇ ਤੜਕੇ ਚੱਲ ਜੀ, ਜੇ ਬਹੁਤੀ ਨਾ ਗੱਲ ਬਣੀ ਤਾਂ ਤੂੰ ਮੇਰਾ ਫੋਨ ਕਰਾ ਦੀ, ਉੱਥੇ ਬਸ ਨਾਲ ਹੀ ਆਪਣਾ ਬੰਦਾ ਉੱਥੇ ਲੱਗਾ ਉਹਨੇ ਤੇਰਾ ਕੰਮ ਕਰਾ। ਉਹ ਕੰਮ ਦੀ ਬਜਾਏ ਨਾ ਜਿਹੜਾ ਟਾਈਮ ਦਿੱਤਾ ਹੁੰਦਾ ਵੀ ਇੰਨੇ ਵਜੇ ਦਫ਼ਤਰ ਖੁੱਲ੍ਹੇਗਾ ਜੀ, ਉਨੇ ਵਜੇ ਲਾਈਨ 'ਚ ਜਾ ਕੇ ਲੱਗੋ। ਫਿਰ ਤੁਹਾਨੂੰ ਇਹ ਪਤਾ ਲੱਗੇ ਵੀ ਜਿਹੜਾ 200-250 ਬੰਦਾ ਲਾਈਨ 'ਚ ਲੱਗਾ ਤੇ ਅਗਲਾ ਆਉਂਦਾ ਅਸੀਂ ਤਾਂ 2 ਘੰਟੇ ਤੋਂ ਪਹਿਲਾਂ ਤਾਂ ਖਲੋਤੇ ਹਾਂ, ਉਹ ਤਾਂ ਜੇ ਸੂਰਜ ਚੜ੍ਹਦਾ ਹੀ ਸੀ ਜਦੋਂ ਆ ਗਿਆ ਸੀ ਉਹ ਸਾਹਮਣੇ ਵਾਲਾ ਬੰਦਾ। ਫਿਰ ਉਹਨੂੰ ਪੁੱਛੋ ਵੀ ਕਿਉਂ, ਫਿਰ ਅਗਲਾ ਤੁਹਾਨੂੰ ਦੱਸੂਗਾ ਵੀ ਭਾਜੀ ਜੇ ਉੱਦਾਂ ਨਾ ਆਈਏ ਫਿਰ ਵਾਰੀ ਨਹੀਂ ਆਉਂਦੀ ਜੀ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਇੱਕ ਬੇਨਤੀ ਹੋਰ ਕਰਨੀ ਹੈ, ਕਿਉਂਕਿ ਅਜੇ ਨਤੀਜੇ ਆਉਣੇ ਆ, ਸਾਨੂੰ ਨਹੀਂ ਪਤਾ MLA ਕਿਹੜਾ ਬਣਨਾ। ਜਦੋਂ MLA ਬਣੇ ਤੇ ਕਹਾਂਗੇ ਅਗਲੇ ਗਲ ਪੈਂਦੇ ਹੁੰਦੇ ਯਾਰ ਤੁਸੀਂ ਸਾਨੂੰ ਗਜ਼ੂਤੇ ਫਸਾਤਾ, ਸਾਨੂੰ ਪਤਾ ਹੀ ਨਹੀਂ ਕਿਹਨੇ ਬਣਨਾ। ਨਹੀਂ, ਇਸੇ ਕਰਕੇ ਆਪਾਂ ਗੱਲ ਕਰਦੇ ਵੀ ਉਹ ਟਾਈਮ ਹੈ ਜਿਸ ਟਾਈਮ ਦੇ ਉੱਪਰ ਅਗਲੇ ਰਿਲੈਕਸ ਕਰ ਰਹੇ ਨੇ ਤੇ ਆਪਾਂ ਉਹਨਾਂ ਨੂੰ ਇਹ ਦੱਸ ਰਹੇ ਹਾਂ ਵੀ ਵੀਰ ਮੇਰੋ ਇਹ ਕੰਮ ਮੁੱਕਿਆ ਨਾ ਸਮਝੀ ਆਪਾਂ, ਇਹ 10 ਤੋਂ ਬਾਅਦ ਸ਼ੁਰੂ ਹੋਣਾ। ਬਾਕੀ ਸੰਧਾਲੀਆ ਸਾਹਿਬ ਨਵੰਬਰ ਸਾਰਾ, ਦਸੰਬਰ ਸਾਰਾ, ਜਨਵਰੀ ਸਾਰਾ, 20 ਫਰਵਰੀ ਤੱਕ 30, 60, 90 ਤਕਰੀਬਨ 110 ਦਿਨ ਸਾਡੇ ਲੀਡਰ ਸਾਹਿਬਾਨ ਮਾਣਯੋਗ ਸੀ, ਉਹਨਾਂ ਨੇ ਪ੍ਰਚਾਰ ਕੀਤਾ, ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖਿਆ, ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ। ਹੁਣ ਅਸੀਂ ਉਹਨਾਂ ਨੂੰ ਚਾਹੁੰਦੇ ਸਰਕਾਰ ਆਈ ਤਾਂ ਉਹਨਾਂ ਨੇ ਕਹਿਣਾ ਜੀ ਅਸੀਂ 100 ਦਿਨਾਂ 'ਚ ਆਹ ਕਰਾਂਗੇ, ਵਿਰੋਧੀ ਧਿਰਾਂ ਨੇ ਕਹਿਣਾ ਜੀ 100 ਦਿਨਾਂ 'ਚ ਆਪਣੀ ਪ੍ਰਾਪਤੀ ਦੱਸੋ। ਅਸੀਂ 50 ਦਿਨ ਦਾ ਟੀਚਾ ਦਿੰਦੇ ਹਾਂ ਜਾਂ 100 ਦਿਨ ਦਾ ਦੇ ਦਿੰਦੇ ਹਾਂ ਸਾਰੇ ਵਿਧਾਇਕਾਂ ਨੂੰ ਕਿ ਜਿੱਦਣ ਤੁਹਾਨੂੰ ਜਿੱਤ ਦਾ ਸਰਟੀਫਿਕੇਟ ਮਿਲ ਗਿਆ, ਅਗਲੇ 100 ਦਿਨ ਦਾ ਟੀਚਾ ਅਸੀਂ ਤੁਹਾਨੂੰ ਆਪਣੇ ਵੱਲੋਂ ਦਿੰਦੇ ਹਾਂ ਕਿ ਤੁਸੀਂ ਕੁਛ ਨਹੀਂ ਕਰਨਾ, ਤੁਹਾਨੂੰ ਨਹੀਂ ਇੱਕ ਦਿਨ 'ਚ 8 ਪਿੰਡ ਕੱਢਣ ਦੀ ਲੋੜ, 2 ਪਿੰਡਾਂ 'ਚ ਜਾਣਾ ਇੱਕ ਦਿਨ 'ਚ ਬਸ। ਆਮ ਤੌਰ ਤੇ 100 ਪਿੰਡ ਹੀ ਹੁੰਦਾ ਹੈ, ਠੀਕ ਹੈ ਜੀ। ਜੇ 150 ਪਿੰਡ ਆ ਤਾਂ ਇੱਕ ਦਿਨ 'ਚ 3 ਪਿੰਡਾਂ ਚਲ ਜਾਓ। ਸਵੇਰੇ 8 ਵਜੇ ਇੱਕ ਪਿੰਡ 'ਚ ਪਹੁੰਚਣਾ ਹੈ, 10:30 ਤੱਕ ਉੱਥੇ ਬਹਿਣਾ ਹੈ, ਫਿਰ ਪ੍ਰਸ਼ਾਦਾ ਛਕਣਾ ਹੈ, 11 ਵਜੇ ਅਗਲੇ ਪਿੰਡ 'ਚ ਚਲੇ ਜਾਣਾ ਹੈ, 2 ਵਜੇ ਤੱਕ ਉੱਥੇ ਬਹਿਣਾ ਹੈ, ਫਿਰ 1 ਘੰਟਾ ਆਰਾਮ ਕਰਨਾ, ਲੱਕ ਸਿੱਧਾ ਕਰਨਾ ਹੈ, ਫਿਰ ਦੁਪਹਿਰ ਦਾ ਭੋਜਨ ਕਰਨਾ ਹੈ, ਫਿਰ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਤੀਸਰੇ ਪਿੰਡ, 5 ਵਜੇ ਵੇਲੇ ਸਿਰ ਘਰ ਸੂਰਜ ਡੁੱਬਣ ਤੋਂ ਪਹਿਲਾਂ ਨਿਆਣਿਆਂ ਨਾਲ ਖੇਡਣਾ ਵੀ ਆ ਜੀ। ਬਿਲਕੁਲ ਠੀਕ। ਇਹਨਾਂ 100 ਦਿਨਾਂ ਦੇ ਵਿੱਚ ਸਾਰੇ ਪਿੰਡ ਜਾਂ ਸ਼ਹਿਰਾਂ ਦੇ ਸਾਰੇ ਵਾਰਡ ਕਰਦੇ ਨੇ, ਉੱਥੇ ਜਾ ਕੇ ਲਿਸਟਾਂ ਬਣਾਉਣੀਆਂ। ਉਹ 2 ਘੰਟੇ ਚਾਹ ਨਹੀਂ ਪੀਣੀ, ਹਾਰ ਨਹੀਂ ਪਾਉਣੇ। ਪਿੰਡ ਦੇ ਬੇਰੁਜ਼ਗਾਰ ਕਿੰਨੇ ਆ, ਉਹਨਾਂ ਦੀ ਯੋਗਤਾ ਕੀ ਆ, ਲਿਸਟ ਤੁਹਾਡੇ ਕੋਲ ਹੋਵੇ। ਅਰਧ ਬੇਰੁਜ਼ਗਾਰ ਕਿੰਨੇ ਆ, ਟੁੱਟਵੀਂ ਦਿਹਾੜੀ ਕਿੰਨਾਂ ਨੂੰ ਮਿਲਦੀ ਆ, ਪਤਾ ਲੱਗ ਜਵੇ। ਘਰ ਕਿੰਨਿਆਂ ਦੇ ਕੱਚੇ ਆ, ਤੁਹਾਡੇ ਕੋਲੇ ਆਪਦੀ ਲਿਸਟ ਹੋਵੇ। ਪਟਵਾਰੀ ਸਾਹਿਬ ਨੂੰ ਨਹੀਂ ਕਹਿਣਾ, ਤੁਸੀਂ ਖੁਦ ਵੋਟਾਂ ਮੰਗਣ ਆਉਂਦੇ ਸੀ, ਡੋਰ ਟੂ ਡੋਰ ਕਰਦੇ ਸੀ, ਆਪ ਜਾਣਾ। ਨਿਆਣੇ ਨਿੱਕੇ ਪੜ੍ਹਨ ਵਾਲੇ ਕਿੰਨੇ ਨੇ, ਪਾਪਾ ਕਿਹਦਾ ਹੈ ਨਹੀਂ, ਕਮਜ਼ੋਰੀ ਆਰਥਿਕ ਤੌਰ ਤੇ ਕਿਹਦੀ ਹੈ, ਕਿੰਨੇ ਬੰਦੇ ਬਿਮਾਰ ਨੇ ਜਿਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲ 'ਚੋਂ ਨਹੀਂ ਹੋ ਰਿਹਾ, ਤੁਹਾਨੂੰ ਪਤਾ ਹੋਵੇ। ਪੀਣ ਵਾਲਾ ਪਾਣੀ ਹੈਗਾ ਕਿ ਨਹੀਂ ਹੈਗਾ, ਸੜਕਾਂ ਕਿੰਨੀਆਂ ਬਣੀਆਂ, ਕਿੰਨੀਆਂ ਕੱਚੀਆਂ, ਕਿੰਨੀਆਂ ਟੋਏ ਕਿੰਨਿਆਂ 'ਚ। ਨਹੀਂ ਉਹ ਤਾਂ ਪਤਾ ਲੱਗ ਗਿਆ, ਪ੍ਰਚਾਰ ਕਰਦਿਆਂ ਪਤਾ ਲੱਗ ਹੀ ਗਿਆ। ਉਹ ਬਾਬਾ ਜੀ ਇਦਾਂ ਨਹੀਂ ਹੁੰਦੀ, ਇੱਕ ਪਿੰਡ 'ਚੋਂ ਪ੍ਰਚਾਰ ਕਰਦੇ ਨਿਕਲ ਕੇ ਤਾਂ ਅਗਲੇ ਪਿੰਡ ਤੱਕ ਜਾਂਦੇ ਆ, ਟੈਲੀਫੋਨ ਤੇ ਇੱਕ ਵੋਟਰ ਬਣਾਉਣਾ ਹੁੰਦਾ, ਰਾਹ ਰੂ ਨਹੀਂ ਦੀਦਾ ਹੁੰਦਾ ਉਸ ਵੇਲੇ ਕਿ ਬਹੁਤੇ ਲੀਡਰ ਤਾਂ ਸੀਟ ਫੜ ਕੇ ਖੜੇ ਹੋ ਗਏ ਆ ਜਾਂਦੇ ਉਹਦੇ ਵਿੱਚ ਗੱਡੀ 'ਚ। ਇਹ ਲਿਸਟ ਜਦੋਂ ਬਣ ਗਈ ਫਿਰ 100 ਦਿਨ ਬਾਅਦ ਤੁਸੀਂ ਜਾਰੀ ਕਰਨੀ ਹੈ ਕਿ ਮੇਰਾ ਵਿਧਾਨ ਸਭਾ ਹਲਕਾ ਇੰਨੇ ਪਿੰਡ ਨੇ, ਇਸ ਪਿੰਡ 'ਚ ਇੰਨੇ ਬੇਰੁਜ਼ਗਾਰ ਪੂਰੇ, ਇੰਨੇ ਅੱਧੇ, ਇਸ ਪਿੰਡ 'ਚ ਇੰਨੇ ਬੰਦੇ ਕੱਚੇ ਨੇ, ਇੰਨੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਦੀ ਰੋਟੀ ਟੁੱਕ ਦਾ ਸਾਧਨ ਕੋਈ ਨਹੀਂ, ਇੰਨੇ ਮਕਾਨ ਕੱਚੇ ਨੇ, ਇਸ ਪਿੰਡ ਦੇ ਵਿੱਚ ਪਾਣੀ ਨਹੀਂ ਆਉਂਦਾ, ਇਸ ਪਿੰਡ 'ਚ ਸਫਾਈ ਦਾ ਪ੍ਰਬੰਧ ਨਹੀਂ, ਇਹਦਾ ਛੱਪੜ ਸਾਫ਼ ਕਰਨ ਵਾਲਾ।
ਉਹ ਸਾਰਾ 100 ਦਿਨ ਬਾਅਦ ਤੁਸੀਂ ਐ ਜਾਰੀ ਕਰ ਦੇਣਾ ਹੈ। ਅਗਲੇ 100 ਦਿਨ ਦੇ ਵਿੱਚ ਉਹ ਲੋਕ ਹਿਸਾਬ ਮੰਗਣਗੇ ਇਹਨਾਂ ਚੋਂ ਕੰਮ ਕਿਹੜਾ ਕੀਤਾ। ਹਾਂ ਨਹੀਂ, ਇਹ ਬੜਾ ਜ਼ਰੂਰੀ ਆ, ਪਰ ਇਹ 100 ਦਿਨ ਨਾ ਉਹ ਖਰਾਬ ਹੋ ਜਾਣਾ ਜਿੱਦਣ ਬੈਕਲੌਗ ਵੱਧ ਜਾਣਾ ਸਰਕਾਰੀ ਨੌਕਰੀਆਂ ਦਾ। ਨਹੀਂ ਦੱਸ ਹੱਸਣ ਵਾਲੀ ਗੱਲ ਨਹੀਂ ਹੈਗੀ, ਆਪਾਂ ਕਲੀਅਰ ਕੱਟ ਯਾਦ ਕਰਾ ਦਿੰਦੇ ਹਾਂ। ਉਹਨਾਂ ਨੇ ਵਾਅਦਾ ਕੀਤਾ ਵੀ ਲੱਖ ਨੌਕਰੀ ਦੇਣੀ ਹਰੇਕ ਸਾਲ, ਲੱਖਾਂ 'ਚ ਨੌਕਰੀਆਂ ਮਿਲਣੀਆਂ 5 ਸਾਲਾਂ 'ਚ। ਹੁਣ ਜੇ ਮੈਂ ਸੋਚਦਾ ਸੀ ਵੀ ਜੇ ਪਹਿਲੇ ਸਾਲ 'ਚ 1 ਲੱਖ ਨੌਕਰੀ ਦੇਣੀ ਹੈ, ਮੋਟਾ ਜੇ ਆਪਾਂ ਹਿਸਾਬ ਲਾਈਏ ਵੀ 8,500 ਨੌਕਰੀ ਮਹੀਨੇ 'ਚ ਜੀ, ਸ਼ਨੀ ਐਤਵਾਰ ਦੀ ਛੁੱਟੀ, ਕਿਉਂਕਿ ਅਗਲੇ ਕਹਿੰਦੇ ਸਰਕਾਰੀ ਛੁੱਟੀ ਹੈ ਵੀਰ ਜੀ, ਹੋਰ 1-2 ਵਿੱਚ ਆ ਗਈਆਂ ਤੇ ਕੁਝ ਪਤਾ ਨਹੀਂ, 20 ਦਿਨ ਹੁੰਦੇ ਕੰਮ ਦੇ, 20 ਦਿਨਾਂ 'ਚ 8,500 ਬੰਦਾ ਇਸ਼ਤਿਹਾਰ ਕੱਢ ਕੇ, ਇਸ਼ਤਿਹਾਰ ਦਾ ਪੇਪਰ ਲੈ ਕੇ, ਪੇਪਰ ਦੀ ਸਾਰੀ ਲਿਸਟ ਬਣਾ ਕੇ, ਨਤੀਜਾ ਲਿਆ ਕੇ, ਉੱਥੇ ਲਿਸਟ ਲਾ ਕੇ, ਉਹਨਾਂ ਬੰਦਿਆਂ ਦੀ ਬਾਅਦ ਸਕਰੀਨਿੰਗ ਸਕਰੂਟਨੀ ਕਰਕੇ ਉਹਨਾਂ ਨੂੰ ਸਟੇਸ਼ਨ ਅਲਾਟ ਕਰਨੇ, ਤੇ ਨਾਲ ਹੀ ਮਹੀਨਾ ਮੁੱਕ ਜਾਣਾ ਤੇ ਅਗਲਾ ਨਾਲ ਦੀ ਨਾਲ ਹੀ ਸ਼ੁਰੂ, ਫਿਰ ਜਾ ਕੇ ਮਤਲਬ ਇਹ ਕੰਮ ਨਿਬੜਨਾ। ਤੇ ਤੁਸੀਂ ਵਿੱਚੋਂ 100 ਦਿਨ ਘਟਾਤਾ ਵੀਰ ਜੀ। ਹੁਣ ਜੇ 3 ਮਹੀਨੇ ਵੀ ਲਾ ਲਈ ਆਪਾਂ ਤੇ 25-26 ਬੰਦਾ ਲਾਈਨ 'ਚ ਇਕੱਠਾ ਹੋ ਜਾਣਾ ਮਗਰ ਸਰਕਾਰੀ ਨੌਕਰੀ ਵਾਲਾ। ਮੈਂ ਕਹਿੰਦਾ ਕਿ ਪੰਜਾਬ ਦੇ ਲੋਕਾਂ ਨੇ ਕਹਿਣਾ 26 ਨਹੀਂ, ਤੁਸੀਂ 30,000 ਰਹਿਣ ਦਿਓ, ਅਸੀਂ ਦਿੱਤੇ ਤੁਹਾਨੂੰ 100 ਦਿਨ, ਜਿੱਥੇ ਅਸੀਂ ਤੁਹਾਨੂੰ 60 ਸਾਲ ਦੇ ਦਿੱਤੇ ਆ 70, ਉੱਥੇ ਤੁਹਾਨੂੰ ਅਸੀਂ ਆ ਨਾ ਦੇਵਾਂਗੇ। ਬਾਕੀ ਸੰਧਾਲੀਆ ਸਾਹਿਬ, ਤੁਹਾਡੇ ਕੋਲ ਇੱਕ ਤਰੀਕਾ ਹੈਗਾ, ਤੁਸੀਂ ਕਹਿਣਾ ਰੋਜ਼ ਕੰਮ ਕਰਨਾ, ਸਰਕਾਰੀ ਹਸਪਤਾਲ 'ਚ ਇਲਾਜ ਕਰਾਉਣ ਨਾਲੋਂ 100 ਦਿਨ ਰੋਜ਼ 3 ਪਿੰਡਾਂ 'ਚ ਜਾਣਾ, ਤੁਹਾਡੇ ਕੋਲ ਇੱਕ ਫਾਰਮੂਲਾ ਹੈਗਾ, ਤੁਸੀਂ ਹਲਕਾ ਬਦਲ ਲੈਣਾ। ਨਹੀਂ, ਉਹ ਤੇ ਐਤਕੀ ਕਈਆਂ ਨੇ ਬਦਲੇ ਆ। ਨਹੀਂ, ਹੋ ਸਕਦਾ ਲੋਕੀ ਉਹਨਾਂ ਨੇ ਹਲਕਾ ਬਦਲਿਆ, ਲੋਕੀ MLA ਬਦਲ ਦੇਣ। ਨਹੀਂ, ਇਹਦਾ ਟਾਈਮ ਦੱਸੂਗਾ, ਜੇ ਇਦਾਂ ਹੋਇਆ ਤੇ ਆਪਾਂ ਉਹਦੀ ਗੱਲ ਕਰਾਂਗੇ। ਇੱਕ ਚੀਜ਼ ਹੋਰ, ਜਿਹੜੀ ਲੀਡਰ ਹਲਕਾ ਬਦਲਣ ਚਾਹੇ ਨਾ ਬਦਲ ਜੀ, ਪਰ ਐਤਕੀ ਇੱਕ ਚੀਜ਼ ਦੀ ਚਰਚਾ ਹੋਈ ਵੀ ਪੰਜਾਬੀ ਦੇਸ਼ ਬਦਲ ਰਹੇ ਆ, ਵੀ ਪੰਜਾਬੀ ਪੰਜਾਬ 'ਚ ਰਹਿਣਾ ਨਹੀਂ ਚਾਹੁੰਦੇ। ਖਾਸ ਕਰਕੇ ਨਵੀਂ ਪੀੜ੍ਹੀ ਦੇ ਵਿੱਚ ਆਪਾਂ ਇਹ ਦੇਖਿਆ ਵੀ ਕੋਈ ਵੀ ਮਾਂ ਪਿਓ ਅਗਲਾ ਕਹਿੰਦਾ ਵੀ ਪੁੱਤ ਸਾਡੀ ਲੰਘ ਗਈ, ਵੀ ਤੈਨੂੰ ਪੁੱਤ ਇੱਥੇ ਵੀ ਅਸੀਂ ਕਿਸੇ ਕਾਲਜ 'ਚ ਦਾਖਲ ਕਰਾਵਾਂਗੇ ਜਿੰਨਾ ਕੁ ਮੂੰਹ ਉਹਨਾਂ ਨੇ ਅੱਡਣਾ ਫੀਸਾਂ ਵਾਲਾ, ਵੀ ਚੱਲ ਉਤੋਂ ਥੋੜ੍ਹਾ ਬਹੁਤ ਵੱਧ ਘੱਟ ਆਪਾਂ ਇੱਧਰੋਂ ਉੱਧਰੋਂ ਕੋਈ ਮਰਲਾ ਕੋਈ ਸਰਸਾਈ ਦੇ ਲੈ ਕੇ ਤੇ ਆਪਾਂ ਤੈਨੂੰ ਤੋਰ ਦਿੰਦੇ ਵੀ ਅੱਗੇ ਤੂੰ ਧੀਏ, ਅੱਗੇ ਪੁੱਤ ਤੂੰ ਆਪਣਾ ਕੁਝ ਕਰ ਲਈ ਜੀ। ਐਤਕੀ ਇਸ ਚੀਜ਼ ਦੀ ਚਰਚਾ ਚੱਲੀ। ਕੁਝ ਪਾਰਟੀਆਂ ਕਹਿੰਦੀਆਂ ਵੀ ਅਸੀਂ ਉਹ ਬੰਦਿਆਂ ਨੂੰ ਰੋਕਣਾ, ਕੁਝ ਪਾਰਟੀਆਂ ਨੇ ਇਹ ਕਹਿੰਦਾ ਵੀ ਲੈ ਆਪਾਂ ਦੇ ਕਾਰਡ ਬਣਾ ਦੇਣਾ, 10 ਲੱਖ ਰੁਪਈਆ ਉਹਦਾ ਵਿੱਚ ਹੋਣਾ, ਤੁਸੀਂ ਸਿਰਫ ਫੋਨ ਕਰਕੇ ਦੱਸਣਾ ਵੀ ਮੈਂ ਜੀ ਮਹਿੰਗਾ ਸੋਂ ਬੋਲਦਾ ਜੀ ਫਲਾਣੇ ਪਿੰਡੋਂ, ਤੇ ਕਾਕੇ ਨੇ ਸਵੇਰੇ ਚੜ੍ਹਨਾ ਜਹਾਜ਼ ਤੇ ਉਹ ਫੋਨ ਦੇ ਉੱਪਰ ਹੀ ਅਸੀਂ ਤੁਹਾਨੂੰ ਕਾਰਡ ਦਾ ਨੰਬਰ ਦੱਸ ਦੇਣਾ, ਨਾਲ ਹੀ ਠਾਹ ਕਰਕੇ 10 ਲੱਖ ਰੁਪਈਆ ਵੱਧ ਜਾਣਾ ਤੇ ਤੁਸੀਂ ਨਜ਼ਾਰੇ ਲੈਣੇ। ਹੁਣ ਇਹ ਜਿਹੜੀ ਚਰਚਾ ਐਤਕੀ ਚੱਲੀ, ਇਹਦਾ ਮਤਲਬ ਲੀਡਰਾਂ ਨੂੰ ਪਤਾ ਕਿ ਵੀ ਪੰਜਾਬ 'ਚੋਂ ਪਲਾਇਨ ਹੋ ਰਿਹਾ, ਪਰ ਉਹਦੇ ਲਈ ਜਿਹੜਾ ਪਲਾਨ ਦਿੱਤਾ ਗਿਆ ਉਹ ਆਪਾਂ ਸੁਣ ਹੀ ਲਿਆ। ਸੰਧਾਲੀਆ ਸਾਹਿਬ, ਬਹੁਤ ਕਮਾਲ ਦੀ ਗੱਲ ਸੀ, ਜਾਣੀ ਕਿ ਜਿਨ੍ਹਾਂ ਦੇ ਹੱਥਾਂ 'ਚ ਆਪਾਂ ਪੰਜਾਬ ਦੇਣਾ ਹੈ। ਸਾਰੇ ਲੀਡਰਾਂ ਦਾ ਸਤਿਕਾਰ ਕਰਦੇ ਹੋਏ ਗੱਲ ਕਰਨ ਲੱਗੇ ਹਾਂ। ਲੀਡਰ ਦਾ ਕੰਮ ਹੈ, ਉਹ ਕਹਿੰਦਾ ਜੀ ਮੈਂ ਭ੍ਰਿਸ਼ਟਾਚਾਰ ਬੰਦ ਕਰ ਦੂੰ, ਤੁਹਾਡੇ ਖਾਣ ਪੀਣ ਦੇ ਲਈ ਉਨੇ ਰੁਪਈਆਂ ਲਈ ਨੌਕਰੀ ਦਾ ਸਾਧਨ ਕਰ ਦੂੰ, ਸਕੂਲ ਕਾਲਜ ਚੰਗੇ ਕਰ ਦੂੰ, ਕੋਈ ਤੁਹਾਨੂੰ ਡਰ ਡੁੱਕਰ ਨਹੀਂ ਹੋਊਗਾ, ਆਰਾਮ ਨਾਲ ਮੌਜਾਂ ਕਰੋ, ਆਨੰਦ ਮਾਣੋ ਆਪਣੇ ਰੰਗਲੇ ਪੰਜਾਬ 'ਚ। ਉਹਦੀ ਜਗ੍ਹਾ ਦੇ ਉੱਤੇ ਜਦੋਂ ਲੀਡਰ ਤਕੜਾ ਹੋ, ਬਾਹਰ ਜਾਣਾ ਹੀ, ਮੈਂ ਕਿਹਾ ਤਕੜਾ ਹੋ ਤੂੰ ਧੀਏ, ਤਕੜੀ ਹੋ ਤੂੰ, ਕੋਈ ਚਿੰਤਾ ਨਹੀਂ ਪੁੱਤ, ਚੱਲ ਤੂੰ ਯਾਰ, ਕੋਈ ਗੱਲ ਨਹੀਂ, ਪੈਸੇ ਨਹੀਂ ਹੈਗੇ, ਸਰਕਾਰ ਪ੍ਰਬੰਧ ਕਰੂ। ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚੋਂ ਬ੍ਰੇਨ ਡਰੇਨ ਦੀ ਗੱਲ ਚੱਲਦੀ ਆ ਕਿ ਭਾਈ ਰੌਸ਼ਨ ਦਿਮਾਗ ਲੋਕ ਜਿਹੜੇ ਨੇ, ਜਿਹਨੂੰ ਮੌਕਾ ਮਿਲਦਾ ਉਹ ਜਾ ਰਹੇ ਨੇ। ਉਦਯੋਗਪਤੀ ਜਿਹੜਾ ਹੈ, ਅਸੀਂ ਨਹੀਂ ਕਹਿੰਦੇ ਸਾਰੇ ਲੋਕ ਪਲਾਇਨ ਕਰ ਗਏ, ਉਦਯੋਗਪਤੀ ਚਾਹੁੰਦਾ ਕਿ ਭਾਈ ਮੈਂ ਤਾਂ ਇੱਥੇ ਮਹੀਨਾ ਦੇ ਕੇ ਕੰਮ ਸਾਰ ਲਿਆ, ਮੈਂ ਤਾਂ ਇੰਸਪੈਕਟਰੀ ਰਾਜ ਦੇ ਵਿੱਚ ਕੰਮ ਤੋਰ ਲਿਆ, ਮੇਰੇ ਧੀ ਪੁੱਤੋਂ ਨਹੀਂ ਤੋਰ ਹੋਣਾ, ਪੁੱਤ ਐਂ ਕਰੋ ਤੁਸੀਂ ਬਾਹਰ ਸੈੱਟ ਹੋ ਜਾਓ। ਜਿਹੜਾ ਬੰਦਾ ਕਿਸਾਨ ਹੈ, ਜਿਹਦੇ ਕੋਲੇ ਜ਼ਮੀਨ ਹੈਗੀ ਆ, ਜ਼ਮੀਨ ਦਾ ਮਤਲਬ ਇਹ ਹੈ ਕਿ ਉਹ ਤੋਂ ਲੋਨ ਲੈ ਸਕਦਾ ਜਾਂ ਵੇਚ ਸਕਦਾ, ਉਹ ਕਹਿੰਦਾ ਮੈਂ ਤਾਂ ਮੰਡੀਆਂ 'ਚ ਧੱਕੇ ਖਾ ਲੈ, ਮੈਂ ਤਾਂ ਆਲੂ ਜਿਹੜਾ ਉੱਚੋ ਦੇ ਨਾਲ ਸੁੱਟ ਕੇ ਦੇਖ ਲੈ, ਮੈਂ ਤਾਂ ਰੁਲਦੀ ਸਬਜ਼ੀ ਦੇਖ ਲਈ, ਮੈਂ ਤਾਂ ਰੇਹ ਸਪਰੇਅ ਆਪ ਸੁੱਟਦਾ ਰਿਹਾ ਤਾਂ ਬਿਮਾਰੀਆਂ ਲਵਾ ਲਈਆਂ, ਮੇਰਾ ਧੀ ਪੁੱਤ ਹੁਣ ਇਦਾਂ ਕਰ, ਤੂੰ ਇੱਥੇ ਕੋਈ ਗੱਲ ਨਹੀਂ ਬਣਦੀ, ਜ਼ਮੀਨ ਜਾਂਦੀ ਜਾਵੇ ਭਾਵੇਂ ਔਖਾ ਹੀ ਹੁੰਦਾ ਅੰਦਰੋਂ, ਤੂੰ ਧੀਏ ਪੁੱਤੇ ਇੱਕ ਵਾਰੀ ਬਾਹਰ ਚਲ ਜਾ। ਜਿਹੜਾ ਦੁਕਾਨਦਾਰ ਹੈ ਛੋਟਾ, ਜਿਹਦਾ ਸਵੇਰੇ ਆਉਂਦੇ ਕੰਮ ਹੈ, ਉਹਨੇ ਮੱਥਾ ਟੇਕਣਾ, ਜਿਹੜੀਆਂ ਤਸਵੀਰਾਂ ਆਪਣੇ ਧਾਰਮਿਕ ਆਸਥਾ ਦੇ ਤੌਰ ਤੇ ਲਾਈਆਂ, ਉਹਨੇ ਦੇਖਣਾ ਕਿ ਅੱਛਾ ਆਹ ਡੇਟ ਐਕਸਪਾਇਰੀ ਵਾਲੀ ਆ, ਉਹ ਮੂਹਰੇ ਕਰ ਦਿਓ, ਲਾਗੇ ਆ ਗਈ ਆ, ਦੂਜੀ ਪਿੱਛੇ ਕਰਦਾ, ਉਹ ਬਾਅਦ 'ਚ ਟੈਲੀਫੋਨ ਕਰਨਾ, ਯਾਰ ਤੈਨੂੰ ਸਮਾਨ ਕਿਹਾ ਸੀ ਤੇਰਾ ਅਜੇ ਸਮਾਨ ਨਹੀਂ ਆਇਆ, ਗਾਹਕ ਮੈਂ ਇਹਦਾ ਖਾਲੀ ਕਿੱਦਾਂ ਮੋੜ ਦੇਵਾਂ। ਉਹਨੇ ਕੋਸ਼ਿਸ਼ ਹੁੰਦੀ ਕਿ ਰੋਜ਼ ਉਹਨੇ ਕਿਸ਼ਤ ਦੇਣੀ ਹੁੰਦੀ ਹੈ, ਕਦੀ ਕਮੇਟੀ ਚੱਕੀ ਹੁੰਦੀ ਹੈ, ਯਾਰ ਉਹਦੇ ਪੈਸੇ ਇਕੱਠੇ ਹੋ ਗਏ, ਰਬੜ ਪਾ ਕੇ ਰੱਖਤੇ, ਇਦਾਂ ਹੀ ਕੰਮ ਆ ਨਾ। ਉਹ ਵੀ ਚਾਹੁੰਦਾ ਕਿ ਭਾਈ ਕਿਸੇ ਤਰੀਕੇ ਦੁਕਾਨ ਤੇ ਲੋਨ ਲਵਾਂ, 4 ਪੈਸੇ ਇਕੱਠੇ ਕਰਾਂ, ਆਪਣੇ ਢਿੱਡ ਨੂੰ ਘੁੱਟ ਕੇ। ਉਹ ਵੀ ਕਹਿੰਦਾ ਪੁੱਤ ਧੀਏ ਕਰੇ ਬਾਹਰ ਚਲ ਜਾ, ਇੱਥੇ ਨਾ ਬਹੁਤਾ ਹੀ ਔਖਾ ਆ, ਇੱਥੇ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ, ਵੱਡੇ ਸਟੋਰ ਜਿਹਾ ਬਣੀ ਜਾਂਦੇ ਆ, ਦੁਕਾਨ ਦੇ ਉੱਤੇ ਗਾਹਕੀ ਘਟੀ ਜਾਂਦੀ ਹੈ। ਜਿਹੜਾ ਮਜ਼ਦੂਰ ਹੈ, ਉਹ ਨਿਆਣਾ ਅਜੇ ਤੋਤਲੇ ਬੋਲਿਆ ਜਾਂਦਾ, ਪੁੱਤ ਤੇਰੇ ਕੋਲ ਤਾਂ ਜ਼ਮੀਨ ਵੀ ਹੈ ਨਹੀਂ, ਤੇਰੇ ਪਿਓ ਦੇ ਕੋਲੇ ਤਾਂ ਪੈਸੇ ਵੀ ਹੈ ਨਹੀਂ, ਧੀਏ ਪੜ੍ਹਿਓ ਚੰਗਾ, ਕੋਸ਼ਿਸ਼ ਕਰਿਓ, ਮੈਂ ਫਲਾਣੇ ਦੇ ਕੰਮ ਕਰਦਾ, ਉਹ ਮੈਨੂੰ ਸੇਠ ਸਾਹਿਬ ਜਾਂ ਸਰਦਾਰ ਜੀ ਕਹਿੰਦੇ ਸੀ ਕੋਈ ਗੱਲ ਨਹੀਂ ਸੋਚਾਂਗੇ, ਨਿਆਣੇ ਨੂੰ ਮਾੜੀ ਜਿਹਾ ਚੰਗੀ ਤਰ੍ਹਾਂ ਪੜ੍ਹਾਈ।
ਕੋਸ਼ਿਸ਼ ਉਹਦੀ ਵੀ ਇਹੀ ਹੈ। ਜਿਨ੍ਹਾਂ ਦੇ ਜ਼ਿੰਮੇ ਇਹ ਕੰਮ ਸੀ ਕਿ ਸਾਡੇ ਪੰਜਾਬ ਦੇ ਬੱਚਿਆਂ ਨੂੰ ਚੰਗੀ ਪੜ੍ਹਾਈ ਦੇਣੀ ਹੈ, ਚੰਗੀਆਂ ਸਿਹਤ ਸਹੂਲਤਾਂ ਦੇਣੀਆਂ, ਸੋਸ਼ਲ ਸਿਕਿਉਰਿਟੀ ਸਿਸਟਮ ਮਜ਼ਬੂਤ ਕਰਕੇ ਨੌਕਰੀਆਂ ਦਾ ਪ੍ਰਬੰਧ ਕਰਨਾ, ਜਦੋਂ ਤੱਕ ਨੌਕਰੀ ਨਹੀਂ ਮਿਲੇਗੀ ਰੁਜ਼ਗਾਰ ਭੱਤਾ ਦੇਣਾ। ਸੰਧਾਲੀਆ ਸਾਹਿਬ ਜੀ ਉਹ ਕਹਿਣ ਤੁਹਾਡਾ 10 ਲੱਖ ਦਾ ਜਾਂ 15 ਲੱਖ ਦਾ ਪ੍ਰਬੰਧ ਕਰਦੇ ਆ, ਬਾਹਰ ਚਲੇ ਜਾਓ, ਉਹ ਫਿਰ ਆਪਣੇ ਘਰ ਦੀ ਤਾਂ ਸੋਚ ਸਕਦੇ ਆ, ਸੂਬੇ ਦੀ ਸੋਚਦੇ ਨਹੀਂ ਹੋਣੇ। ਨਹੀਂ ਉਹ ਤਾਂ ਕਲੀਅਰ ਹੀ ਹੈ ਨਾ। ਹੁਣ ਤੁਸੀਂ ਦੇਖੋ ਵੀ ਜਦੋਂ ਲੋਕਾਂ ਦੇ ਸਿਰ 'ਚ ਰੇਤ ਹੀ ਪਾਈ ਜਾਣੀ ਹੈ ਜਾਂ ਅੱਖਾਂ 'ਚ ਘੱਟਾ ਪਾਈ ਜਾਣਾ, ਤੇ ਅੱਖਾਂ ਰੇਤ ਹੁਣ ਪਾਉਂਦੇ ਨਹੀਂ, ਉਹ ਕਹਿੰਦੇ ਪਹਿਲਾਂ ਝਾੜ ਮਹਿੰਗੀ ਪਤਾ ਕਿੰਨੀਆਂ ਅੱਖਾਂ 'ਚ ਰੇਤ ਪਾਈ ਜਾਣੀ ਆ। ਸ਼ਾਮ ਨੂੰ ਗੁੱਗਲ ਜਿਹਾ ਕਰਕੇ ਤੁਹਾਨੂੰ ਵੈਸੇ ਸਵਾ ਦੇਣਾ ਵੀ ਕੋਈ ਗੱਲ ਨਹੀਂ, ਉਹ ਫਲਾਨੀ ਮਹਿੰਗੀ ਪੈਂਦੀ, ਇੱਥੋਂ ਫਿਰ ਫਲਾਨੇ ਥਾਂ ਥੋੜੀ ਸਸਤੀ ਵੀ ਮਿਲ ਜਾਂਦੀ। ਕਹਿੰਦੇ ਤੂੰ ਡੈਕ ਲਾ ਹੈ ਨਾ। ਤੇ ਉਹ ਜਿਹੜਾ ਕੰਮ ਚੱਲਦਾ ਹੁਣ, ਜਦੋਂ ਆਪਾਂ ਨੇ ਵੀ ਫਲਾਨਾ ਕਾਰੋਬਾਰ ਉਹ ਵੀ ਆਪਣਾ, ਫਲਾਨਾ ਕਾਰੋਬਾਰ ਉਹ ਵੀ ਦੱਬ ਲਓ, ਢੀਂਗੜੇ ਥਾਂ ਤੇ ਕੰਮ ਚੱਲਦਾ ਇਹ ਵੀ ਦੱਬ ਲਓ। ਲੋਕ ਜਿਹੜਾ ਕੋਈ ਮਾੜਾ ਮੋਟ ਰੋਟੀ ਪਾਣੀ ਖਾਣ ਲੱਗ ਦੇਣਾ ਵੀ ਹਾਂ ਤੂੰ ਭਈ ਕੁਛ ਨਾ ਕੁਛ ਹਫ਼ਤਾ, ਕੋਈ ਮਹੀਨਾ, ਕੋਈ 15 ਦਿਨੀ ਕੁਛ ਨਾ ਕੁਛ, ਹੈ ਨਾ। ਹੁਣ ਇਹ ਸਾਰਾ ਕੁਛ ਕਰ ਕਤਰ ਕੇ ਜੇ ਲੀਡਰ ਸਾਹਿਬਾਨ ਇਹ ਕਹਿਣ ਵੀ ਆਪਾਂ ਹੁਣ ਉਸੇ ਪੰਜਾਬ ਨੂੰ ਰੰਗਲਾ ਪੰਜਾਬ ਬਣਨਾ, ਨਹੀਂ ਬਣਨਾ। ਇਹ ਅੱਜ ਉਹ ਮੇਰੇ ਖਿਆਲ ਨਾਲ ਜਿਹੜੇ ਹਰੇਕ, ਜਿੱਦਾਂ ਤੁਸੀਂ ਸਾਰੇ ਕਾਰੋਬਾਰੀਆਂ ਦੀ ਗੱਲ ਕਰਤੀ, ਸਾਰੇ ਵਰਗਾਂ ਦੀ ਗੱਲ ਕਰਤੀ, ਇਹ ਲੋਕਾਂ ਦੇ ਵਿੱਚ ਧਾਰਨਾ ਬਣੀ ਕਿਉਂ? ਅਗਲੇ ਬੰਦੇ ਖਿਜੇ ਸੀ, ਅੱਕੇ ਸੀ ਵੀ ਜਦੋਂ ਉਹਨਾਂ ਨੂੰ ਰਾਹ ਹੀ ਕੋਈ ਨਹੀਂ ਮਿਲਿਆ, ਤਾਂ ਉਹਨੂੰ ਲੱਗਿਆ ਵੀ ਯਾਰ ਇਹ ਜਿਹੜਾ ਖੂਹ ਆ ਨਾ, ਇਹਦੀਆਂ ਕੰਧਾਂ ਗੋਲਿਆ, ਇੱਥੋਂ ਪੁੱਤ ਜਾਂ ਤਾਂ ਨੂੰ ਉੱਡ ਕੇ ਨਿਕਲ ਗਿਆ ਤੇ ਕਿਤੇ ਨਿਕਲ ਗਿਆ ਹੋਰ ਕਿਸੇ ਪਾਸੇ, ਨਹੀਂ ਤਾਂ ਥੱਲੇ ਹੀ ਜਾਏਗਾ, ਨਹੀਂ ਤਾਂ ਥੱਲੇ ਹੀ ਜਾਏਗਾ। ਉਹ ਖੂਹ ਜਿਹੜਾ ਬਣਾ ਲਿਆ, ਉਹਦੇ ਬਾਰੇ ਜੇ ਬੰਦਾ ਆਖੇ ਵੀ ਆਪਾਂ ਹੁਣ ਪ੍ਰਚਾਰ ਕਰਕੇ ਹੀ ਵੋਟਾਂ ਲੈ ਲਈਆਂ, ਪਈਆਂ ਨਹੀਂ ਪਈਆਂ ਤਾਂ ਚਲੋ ਟਾਈਮ ਦੱਸੂ, ਪਰ ਸੋਚਣ ਵਾਲੀ ਗੱਲ ਬਣਦੀ ਵੀ 10 ਤੋਂ ਬਾਅਦ ਜਿਹੜੀ ਵੀ ਪਾਰਟੀ ਆਵੇ ਸੋਚੇ ਜ਼ਰੂਰ ਵੀ ਭਾਈ ਸਾਹਿਬ ਜੇ ਆਹੀ ਕੁਛ ਅਸੀਂ ਕਰਦੇ ਰਹੇ ਤੇ ਉਸ ਤੋਂ ਬਾਅਦ ਫਿਰ ਗਾਂ ਉਹਨਾਂ ਦੇ ਵੀ ਨਿਆਣੇ ਆਉਣੇ ਆ, ਤੇ ਫਿਰ ਉਹਨਾਂ ਨੇ ਆਉਣਾ ਵੀ ਪਾਪਾ ਹੁਣ ਤੁਸੀਂ ਤੇ ਰਾਜ ਕੀਤਾ ਵੀ ਮੈਂ ਵੀ ਉਹ ਤੋਂ MLA ਬਣਨਾ, ਮੈਨੂੰ ਬਣਾਓ। ਤੇ ਉਦੋਂ ਇਹ ਨਾ ਆਖੇ ਵੀ ਯਾਰ ਹੁਣ ਤੈਨੂੰ ਪੁੱਤ ਬਣਾ ਦੇ ਦਈਏ, ਬੰਦਾ ਕਿੱਥੇ ਵੋਟ ਪਾਉਣ ਵਾਲਾ, ਕਿੱਥੇ ਵੋਟ ਪਾਉਣਾ। ਇਹ ਜ਼ਰੂਰੀ ਹੈ। ਬਾਕੀ ਸੰਧਾਲੀਆ ਸਭ ਗੱਲ ਪਤਾ ਕੀ ਹੈ, ਆਪਾਂ ਬਹੁਤ ਵਧੀਆ ਕੰਮ ਕਰਨਾ ਹੈ, ਆਪਾਂ ਪੰਜਾਬ ਨੂੰ ਨੰਬਰ 1 ਬਣਾਉਣਾ ਹੈ, ਆਪਾਂ ਚੰਡੀਗੜ੍ਹ ਧੂ ਕੇ ਲੈ ਆਉਣਾ ਹੀ, ਆਪਾਂ ਪਾਣੀ ਜਿਹੜਾ ਜਾਂਦਾ ਹੈ ਉਹਨੂੰ ਮੁੱਠੀ 'ਚ ਬੰਦ ਕਰਕੇ ਪਿੱਛੇ ਨਹੀਂ ਲੈ ਆਉਣਾ ਹੀ, ਪੰਜਾਬ 'ਚ ਪੰਜਾਬੀ ਬਚਣਾ ਬਚੇ, ਆਪਾਂ ਪੰਜਾਬੀ ਬੋਲਦੇ ਇਲਾਕੇ ਪੰਜਾਬ 'ਚ ਜ਼ਰੂਰ ਲਿਆਉਣੇ ਹੈ। ਆਪਾਂ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਲੜਾਈ ਲੜਨੀ ਹੈ। ਕਈ ਵਾਰੀ ਐਂ ਲੱਗਦਾ ਹੁੰਦਾ ਲੜਾਈ ਲੜੀ ਜਾਣੀ ਹੈ, ਕੰਮ ਨਹੀਂ ਕੋਈ ਕਰਨਾ। ਦੂਸਰੀ ਗੱਲ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਰੋਸਾ ਬਹੁਤ ਹੁੰਦਾ, ਵਿਆਹ ਤੇ ਭੋਗ ਦੇ ਉੱਤੇ ਲੀਡਰਾਂ ਨੂੰ ਸੱਦਣਾ ਛੱਡੋ। ਆਹ 5 ਸਾਲ ਆਪਾਂ 1947 ਤੋਂ ਲੈ ਕੇ 2022 ਤੱਕ ਲੀਡਰਾਂ ਨੂੰ ਵਿਆਹਾਂ ਭੋਗਾਂ ਤੇ ਸੱਦਿਆ ਹੀ ਆ ਨਾ। ਸਰਕਾਰੀ ਕਾਰ ਹੁੰਦੀ ਆ, ਸਰਕਾਰੀ ਤੇਲ ਹੁੰਦਾ, ਸਰਕਾਰੀ ਡਰਾਈਵਰ ਹੁੰਦਾ, ਰੋਜ਼ 5-6 ਹਜ਼ਾਰ ਰੁਪਈਏ 'ਚ ਪੈਂਦਾ ਇੱਕ MLA ਤੁਹਾਨੂੰ ਤਨਖਾਹ ਭੱਤੇ, ਵੱਧ ਜੀ ਪੈਂਦਾ, ਮੈਂ ਥੋੜਾ ਕਰਕੇ ਲਾਇਆ। ਉਹ 6000 ਰੁਪਈਏ 'ਚ ਪੈਂਦਾ ਮੰਨ ਲਓ ਇੱਕ MLA। ਤੁਸੀਂ ਉਹਨੂੰ ਆਪਦੇ ਭੋਗ ਤੇ ਸੱਦ ਲਓ, ਘਰ ਦੇ ਵਿੱਚ ਜਨਮ ਦਿਨ ਤੇ ਸੱਦ ਲਓ, ਵਿਆਹ ਤੇ ਸੱਦ ਲਓ, ਕਾਹਦੇ ਕਰਕੇ? ਲੀਡਰ ਸਾਡੇ ਘਰ ਆਏ ਜੀ, ਸਾਡੀ ਬਹੁਤ ਬਣੀ, ਸਾਨੂੰ ਪਤਾ ਹੈ ਤੁਹਾਡੀ ਬਹੁਤ ਬਣੀ ਹੈ। ਉਹਨਾਂ ਨੂੰ ਬਿਲਕੁਲ ਸੱਦਾ ਪੱਤਰ ਨਾ ਭੇਜੋ, ਉਹਨਾਂ ਨੂੰ ਵਿਧਾਨ ਸਭਾ 'ਚ ਜਾਣ ਦਿਓ, ਉਹਨਾਂ ਨੂੰ ਪਿੰਡਾਂ 'ਚ ਕੈਂਪ ਲਾਉਣ ਦਿਓ। ਜੇ ਲੀਡਰ ਦਾ ਸ਼ਨੀਵਾਰ, ਐਤਵਾਰ, ਬੁੱਧਵਾਰ, ਸੋਮਵਾਰ, ਮੰਗਲਵਾਰ, ਸ਼ੁੱਕਰਵਾਰ ਤੁਹਾਡੇ ਵਿਆਹਾਂ ਤੇ ਭੋਗਾਂ 'ਚ ਰਿਹਾ, ਕੰਮ ਕਦੋਂ ਕਰਨਾ? ਤੇ ਦੂਸਰਾ, ਜਿੰਨੇ MLA ਸਾਹਿਬ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਹੁੰ ਚੁੱਕਦੇ ਸਾਰ ਸਾਰਿਆਂ ਨੂੰ ਬੇਨਤੀ ਕਰਦੇ ਹੋ ਜੀ, ਵਿਆਹ ਭੋਗ ਤੇ ਜੇ ਮੈਂ ਨਾ ਆ ਸਕਿਆ ਤਾਂ ਮੈਂ ਹੁਣੇ ਹੀ ਮਾਫੀ ਮੰਗਦਾ, ਮੈਂ ਤੁਹਾਡੇ ਸਾਰਿਆਂ ਦੇ, ਮੈਨੂੰ ਕੰਮ ਕਰਕੇ ਦਿਖਾ ਲੈਣ ਦਿਓ ਇੱਕ ਵਾਰੀ। ਜੇ ਆਹ ਕੰਮ ਸੰਧਾਲੀਆ ਸਾਹਿਬ ਨਾ ਹੋਇਆ ਨਾ, ਤੁਹਾਡੇ ਲੀਡਰਾਂ ਦੇ ਸ਼ਗਨ ਦੇ ਪੈਸੇ ਵੀ ਬਚਣੇ ਆ, ਤੁਹਾਡਾ ਸਮਾਂ ਵੀ ਬਚਣਾ ਹੈ, ਤੁਸੀਂ ਕੰਮ ਵੀ ਕਰ ਸਕੋਗੇ। ਜੇ ਇੱਕ ਅੱਧਾ ਬੰਦਾ ਗੁੱਸੇ ਵੀ ਤਾਂ ਹੋ ਲੈਣ ਦਿਓ। ਜੇ ਗੁੱਸੇ ਨਹੀਂ ਹੁੰਦਾ ਚਲੋ ਅੰਦਰਲੀ ਗੱਲ ਦੱਸਦੇ ਆ, ਫਿਰ ਮੈਂ ਚਾਹੁੰਦਾ ਤਾਂ ਨਹੀਂ ਵੀ ਇਹ ਗੱਲ ਮੈਂ ਦੱਸਾਂ, ਪਰ ਚਲੋ ਦੱਸ ਦਿੰਦਾ। ਇੱਕ ਗੱਲ ਜਾਂਦੇ ਹੋਏ ਇਹ ਆਪਾਂ ਨੂੰ ਲੱਗਦਾ ਵੀ ਮਤਲਬ ਜਾਂ ਤੁਹਾਨੂੰ ਲੋਕਾਂ ਨੂੰ ਲੱਗਦਾ ਵੀ ਯਾਰ ਉਹ ਲੀਡਰ ਨੂੰ ਅਸੀਂ ਸੱਦਿਆ ਤੇ ਆਇਆ ਹੀ, ਇੱਦਾਂ ਨਹੀਂ ਹੁੰਦਾ। ਅਸੀਂ ਤਾਂ ਜਦੋਂ ਸਵੇਰੇ PA ਨੂੰ ਪੁੱਛੀਦਾ ਵੀ ਹਾਂਜੀ ਕਿੰਨੇ, ਤਾਂ ਅਗਲਾ ਜਦੋਂ 5-7 ਲਿਖ ਕੇ ਦੱਸਦਾ ਨਾ ਜੀ, ਫਲਾਣੇ ਪਿੰਡ 'ਚ ਵਿਆਹ ਜੀ, ਫਲਾਣੇ ਥਾਂ ਸ਼ਗਨ ਜੀ, ਫਲਾਣੇ ਥਾਂ ਭੋਗ ਜੀ, ਫਲਾਣੇ ਥਾਂ ਦੇ ਵੈਸੇ ਹੀ ਖੁਸ਼ੀ ਦਾ ਅਖੰਡ ਪਾਠ ਸੀਗਾ ਜੀ, ਉੱਥੇ ਜਾਣਾ। ਸਾਨੂੰ ਤਾਂ ਚਾਅ ਚੜ੍ਹ ਜਾਂਦਾ। ਤੁਸੀਂ ਦੇਖੋ ਵੀ ਉਹ ਇੱਕ ਤਰ੍ਹਾਂ ਦੀਆਂ ਨਿੱਕੀਆਂ ਰੈਲੀਆਂ ਨੇ, ਤੰਬੂ ਅਗਲੇ ਦਾ, ਕਨਾਤਾਂ ਅਗਲੇ ਦੀਆਂ, ਸਪੀਕਰ ਮਾਈਕ ਅਗਲੇ ਦਾ, ਰੋਟੀ ਪਾਣੀ ਅਗਲੇ ਦਾ, ਬੰਦੇ ਅਗਲੇ ਦੇ। ਅਸੀਂ ਸਿਰਫ ਉੱਥੇ ਜਾਣਾ, ਛਕਣਾ, ਛਕਾਉਣਾ, ਤੇ ਜਿਹੜਾ ਪ੍ਰਬੰਧ ਕਰਨ ਲਈ ਸਾਨੂੰ ਪਤਾ ਨਹੀਂ ਕਿੰਨੇ ਹਜ਼ਾਰ ਲੱਗਣਾ, ਉੱਥੇ 1100, 2100, 3100 ਦੇ ਕੇ ਜੇ ਸਾਡਾ ਖਹਿੜਾ ਛੁੱਟਦਾ, ਇਹ ਤੋਂ ਵਧੀਆ ਤਾਂ ਸੌਦਾ ਹੀ ਕੋਈ ਨਹੀਂ। ਨਹੀਂ, ਬਹੁਤ ਕਮਾਲ ਦੀ ਗੱਲ ਹੈ। ਇਸ ਕਰਕੇ ਇਹ ਅਸੀਂ ਰੋਕ ਨਹੀਂ ਸਕਦੇ, ਇਹੋ ਜਿਹੀਆਂ ਸਲਾਹਾਂ ਕਿਉਂ ਦਿੰਦੇ ਯਾਰ? ਤੁਸੀਂ ਦੇਖੋ ਵੀ 25 ਸਾਲ ਹੀ ਸਾਨੂੰ ਤੇ 1-2 ਰੈਲੀਆਂ ਕਰਨੀਆਂ ਪੈਂਦੀਆਂ, 5 ਸਾਲ ਲੋਕ ਹੀ ਸਾਡੀਆਂ ਰੈਲੀਆਂ ਕਰਦੇ ਰਹਿੰਦੇ ਆ। ਨਹੀਂ, ਗੱਲ ਤਾਂ ਠੀਕ ਹੈ, ਪਰ ਆਪਣਾ ਜਿਹੜਾ ਸੱਭਿਆਚਾਰ ਹੈ ਨਾ, ਪੰਜਾਬੀ ਸੱਭਿਆਚਾਰ, ਮਾਂ ਬੋਲੀ ਦਿਹਾੜਾ ਹੁਣੇ ਲੰਘ ਕੇ ਗਿਆ, ਮਾਂ ਬੋਲੀ ਦੇ ਨਾਲ ਹੀ ਸੱਭਿਆਚਾਰ ਜੁੜਿਆ। ਸਾਡਾ ਸੱਭਿਆਚਾਰ ਇਹ ਕਹਿੰਦਾ ਕਿ ਜਿਹੜੇ ਪਰਿਵਾਰ ਦੇ ਮੈਂਬਰ ਨੇ, ਚਾਚਾ, ਤਾਇਆ, ਫੁੱਫੜ, ਭੂਆ, ਮਾਸੀ, ਮਾਸੜ, ਮਾਮਾ, ਮਾਮੀ, ਸਾਰੇ ਜਣੇ, ਦਾਦਾ, ਦਾਦੀ, ਨਾਨਾ, ਨਾਨੀ, ਹੋਰ ਬਥੇਰੇ ਨੇ। ਪਤੀਸ ਵੀ ਹੁੰਦਾ ਨਾ, ਪਤਾ ਨਹੀਂ ਕਿੱਧਰ ਨੂੰ ਜਾ ਕੇ ਨਾ, ਪਤਿਆਰਾ, ਉਹ ਬੰਦੇ ਜਿਹੜੇ ਆ ਨਾ, ਮੈਂ ਸੋਚ ਰਿਹਾ ਸੀ ਕਿ ਤੁਹਾਡੇ ਸਾਰੇ ਵਿਆਹ ਦਾ ਸਮਾਗਮ ਇੱਕ ਲੀਡਰ ਖਾ ਜਾਂਦਾ।
ਤੁਸੀਂ 4 ਦਿਨ ਬਾਅਦ ਦੱਸੋ ਨਾ ਕਿਤੇ ਜਾ ਕੇ, ਮੰਨ ਲਓ ਤੁਸੀਂ ਜਿੱਥੇ ਡਿਊਟੀ ਕਰਦੇ ਉੱਥੇ ਗਏ, ਕੀ ਹੋਇਆ ਆਏ ਨਹੀਂ, ਉਹ ਸਮਾਗਮ ਸੀਗਾ ਉੱਥੇ, ਭੋਗ ਸੀ, ਵਿਆਹ ਸੀ, ਮੰਤਰੀ ਸਾਹਿਬ ਆਏ ਸੀ ਨਾ, ਕਦੇ ਕਿਹਾ ਫੁੱਫੜ ਜੀ ਵੀ ਆਏ ਸੀ, ਕਦੇ ਕਿਹਾ ਉਹ ਫੁੱਫੜ ਜਿਹੜਾ ਤੂੜੀ ਢੋਂਦਾ ਰਿਹਾ ਤੁਹਾਡੇ ਨਾਲ, ਉਹ ਮਾਮਾ ਜਿਹੜਾ ਕੇਲੇ ਸੇਬ ਖਵਾਉਂਦਾ ਰਿਹਾ ਸਾਰੇ ਬਚਪਨ ਦੇ ਵਿੱਚ, ਉਹਦਾ ਨਾਂ ਹੀ ਨਹੀਂ। ਤੇ ਉਹ ਜਿਹੜੇ ਲੀਡਰ ਸੱਦੇ ਹੁੰਦੇ ਆ ਤੇ ਉਹ ਮਾਈਕ ਤੇ ਬੋਲਣ ਤੋਂ ਪਹਿਲਾਂ ਮਾੜਾ ਜਿਹਾ ਨਾਂ ਲਿਖ ਦਿਓ ਪਰਚੀ ਤੇ, ਇੰਨਾ ਕੀ ਪਤਾ ਹੁੰਦਾ ਹੈ। ਇਸ ਕਰਕੇ ਉਹ ਝੂਠੀ ਸਿਫਤ ਕਰਾਉਣ ਦੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਪੰਜਾਬ ਬਚਾ ਲੈਣ ਦਿਓ, ਤੇ ਜੇ ਫਿਰ ਵੀ ਉਹ ਕੰਮ ਨਹੀਂ ਕਰਦੇ ਤਾਂ 2027 ਦੇ ਵਿੱਚ ਆਉਂਦਿਆਂ ਨੂੰ ਲੱਸੀ ਦਾ ਗਲਾਸ ਭਰਾਉਣਾ ਹੀ, ਫਿਰ ਕਹਿਣਾ ਸਤਿ ਸ੍ਰੀ ਅਕਾਲ ਜੀ ਸਾਨੂੰ ਕੰਮ ਕਰ ਲੈਣ ਦਿਓ, ਤੁਸੀਂ ਤਾਂ ਪੰਸਲ ਕੀਤਾ ਨਹੀਂ। ਨਹੀਂ ਗੱਲ ਤਾਂ ਇਹੀ ਹੈ। ਹੁਣ ਦੇਖੋ ਹੋ ਸਕਦਾ ਵੀ ਸਾਡੀਆਂ ਗੱਲਾਂ ਤੋਂ ਐਂ ਲੱਗਿਆ ਹੋਵੇ ਵੀ ਯਾਰ ਇਹ ਗੱਲਾਂ ਹੁਣ ਕਿਉਂ ਕਰਦੇ, ਇਹ ਆਪਾਂ ਹੁਣ ਨਹੀਂ ਕਰਨ ਲੱਗੇ, ਸਾਨੂੰ ਤਾਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਕਰਦਿਆਂ ਨੂੰ। ਐਂਡ ਆਪਾਂ ਇਹ ਕਹਿੰਦੇ ਸੀ ਵੀ ਜਦੋਂ ਟਾਈਮ ਲੰਘ ਗਿਆ ਉਦੋਂ ਬਾਅਦ ਕੁਝ ਕੀਤਾ ਨਹੀਂ ਜਾਣਾ। ਹੁਣ ਵੀ ਦੇਖੋ ਹੋ ਸਕਦਾ ਵੀ ਜਦੋਂ ਆਪਾਂ ਫਿਰ ਪਰਸੈਂਟੇਜ 'ਤੇ ਆ ਜਾਈਏ, ਹੁਣ ਵੋਟ ਪਰਸੈਂਟੇਜ ਦੇ ਹਿਸਾਬ ਨਾਲ ਚਲੋ ਆਪਾਂ ਮੋਟਾ ਕਹਿ ਲਈ ਵੀ 30% ਤੇ ਓਵਰਆਲ ਪੰਜਾਬ ਦੇ ਵਿੱਚ ਲੋਕਾਂ ਨੇ ਵੋਟ ਨਹੀਂ ਪਾਈ ਜੀ। ਉਹਦੇ 'ਚ ਬਹੁਤੀ ਚਰਚਾ ਇਹ ਵੀ ਹੈ ਵੀ ਸ਼ਾਇਦ ਬਹੁਤ ਸਾਰੇ ਵੋਟਰ ਜਿਹੜੇ ਨੇ ਉਹ ਪੰਜਾਬ 'ਚ ਹੈ ਹੀ ਨਹੀਂ, ਕਿਉਂਕਿ ਕਿਸੇ ਵੇਲੇ ਵੋਟ ਬਣੀ ਹੁੰਦੀ ਆ ਜਦੋਂ ਬਹੁਤਾ ਪੰਜਾਬ ਅਪਲਾਈ ਨਹੀਂ ਕਰ ਜੂਗਾ ਤੇ ਵੋਟ ਪਾਉਣੀ ਕਿੰਨੇ ਆ। ਪਰ ਉਹ ਵੀ ਕੋਈ ਬਹੁਤੀ ਪਰਸੈਂਟੇਜ ਹੋਣੀ ਨਹੀਂ, 5 ਹੋਊ 10% ਹੋਊਗੀ, ਪਰ ਫਿਰ ਵੀ ਉਹ ਬਹੁਤ ਵੱਡੀ ਪਰਸੈਂਟੇਜ ਆ ਜਿਹੜੇ ਲੋਕਾਂ ਨੇ ਸਿਰਫ ਤੇ ਸਿਰਫ ਖਿੱਚ ਕੇ ਵੋਟ ਨਹੀਂ ਪਾਈ ਵੀ ਯਾਰ ਇਹਨਾਂ ਕਿਹੜਾ ਕੁਝ ਕਰਨਾ ਜੀ। ਉਹ ਜ਼ਰੂਰ ਇੱਕ ਸੋਚਣ ਦਾ ਵਿਸ਼ਾ। ਨਹੀਂ ਬਿਲਕੁਲ ਸੰਧਾਲੀਆ ਸਾਹਿਬ, ਬਹੁਤ ਸਾਰੇ ਸਵਾਲ ਨੇ, ਹੌਲੀ ਹੌਲੀ ਕਰਕੇ ਗੱਲ ਕਰਦੇ ਜਾਵਾਂਗੇ। 7 ਤਰੀਕ ਤੱਕ, 7 ਮਾਰਚ ਸ਼ਾਮ 6 ਵਜੇ ਤੱਕ ਅਸੀਂ ਬਿਲਕੁਲ ਨਹੀਂ ਦੱਸ ਸਕਦੇ ਕਿ ਆਹ ਲੀਡਰ ਜਿੱਤ ਰਿਹਾ, ਆਹ ਪਾਰਟੀ ਜਿੱਤ ਰਹੀ, ਕਿਉਂਕਿ ਕਾਨੂੰਨ, ਚੋਣ ਜ਼ਾਬਤਾ, ਇਲੈਕਸ਼ਨ ਕਮਿਸ਼ਨ ਦੇ ਨਿਯਮ ਸਾਨੂੰ ਆਗਿਆ ਨਹੀਂ ਦਿੰਦੇ ਕਿ ਅਸੀਂ ਸਿੱਧੇ ਤੌਰ ਦੇ ਉੱਤੇ ਕੋਈ ਐਗਜ਼ਿਟ ਪੋਲ ਦੱਸ ਸਕੀਏ, ਉਹ ਗਲਤ ਹੈ। ਨੈਤਿਕ ਤੌਰ ਦੇ ਉੱਤੇ ਵੀ ਪੱਤਰਕਾਰੀ ਦੀ ਮਰਿਆਦਾ ਤੋਂ ਬਾਹਰ ਹੈ ਉਹ ਜੇ ਅਸੀਂ ਕਰਦੇ ਹਾਂ, ਚਲੋ ਇਸ ਕਰਕੇ ਨਹੀਂ ਕਰਨਾ। ਪਰ ਇੱਕ ਗੱਲ ਦੇ ਲਈ ਪੰਜਾਬ ਦੇ ਲੋਕਾਂ ਨੂੰ ਵਧਾਈ ਹੈ ਕਿ ਤੁਸੀਂ ਲੜੇ ਨਹੀਂ, ਤੁਸੀਂ ਉਹ ਜੰਗ ਜਿੱਤ ਲਈ ਹੈ ਜਿਹੜੀ ਜੰਗ ਕੁਝ ਲੀਡਰ ਲਾਉਣਾ ਚਾਹੁੰਦੇ ਸੀ ਕਿ ਭਾਈ ਇਹਨਾਂ ਨੂੰ ਲੜਾ ਦਿਓ, ਪੜ੍ਹਾ ਦਿਓ। ਤੁਸੀਂ ਕਿਸਾਨ ਅੰਦੋਲਨ ਤੋਂ ਬਾਅਦ ਸਿਆਣੇ ਨਿਕਲੇ ਹੋ। 50-60 ਘਟਨਾਵਾਂ ਤੋਂ ਇਲਾਵਾ ਬਾਕੀ 12,000 ਤੋਂ ਵੱਧ ਪਿੰਡਾਂ ਤੇ 150 ਤੋਂ ਵੱਧ ਸ਼ਹਿਰਾਂ ਦੇ ਵਿੱਚ ਅਮਨ ਅਮਾਨ ਨਾਲ ਰਹੇ ਹੋ। ਐਦਾਂ ਹੀ ਇਕਮੁੱਠ ਰਹੇ ਹੋ, ਨਤੀਜੇ ਦਾ ਕੀ ਆ 10 ਮਾਰਚ ਨੂੰ ਪਤਾ ਲੱਗ ਜਾਣਾ। ਇਹ ਬਹੁਤ ਵਧੀਆ ਚੀਜ਼ ਹੋ ਗਈ, ਇਹਦੇ ਨਾਲ ਹੋਰ ਕਿਸੇ ਦਾ ਫਾਇਦਾ ਹੋਇਆ ਨਹੀਂ ਹੋਇਆ, ਲੋਕਾਂ ਦਾ ਹੋ ਗਿਆ। ਕਿਸੇ ਦਾ ਧੀ ਪੁੱਤ ਨਹੀਂ ਮਰਿਆ, ਕਿਸੇ ਦਾ ਸਿਰ ਨਹੀਂ ਪਾਟਾ, ਕੋਈ ਇਹੋ ਜਿਹਾ ਰਫੜ ਨਹੀਂ ਪਿਆ ਜਿਹੜਾ ਵੋਟਾਂ ਵਾਲੇ ਦੇ ਵੋਟਾਂ ਲੈ ਕੇ ਗਾਂਹ ਜਾਂਦੇ ਉਦੋਂ ਬਾਅਦ ਨਜਿੱਠਦੇ ਲੋਕ ਰਹਿਣ। ਸੋ ਇਹ ਵਧੀਆ ਚੀਜ਼ ਹੋ ਗਈ, ਕਿਉਂਕਿ ਜੇ ਇਹੋ ਜਿਹੀ ਅੱਗ ਲੱਗਦੀ ਨਾ ਫਿਰ ਉਹਨਾਂ ਨੂੰ ਪਤਾ ਲੱਗਦਾ ਆਹ ਤੇ ਕੰਮ ਹੀ ਬੜਾ ਸੈੱਟ ਆ, ਕੁਛ ਨਹੀਂ ਕਹਿਣ ਦੀ ਲੋੜ ਇਹਨਾਂ ਨੂੰ, ਬਸ ਐਂਡ ਤੇ ਆ ਗਿਆ ਤੀਲੀ ਸੁੱਟ ਕੇ ਉਦੋਂ ਬਾਅਦ ਵੋਟਾਂ ਲੈ ਕੇ ਨਿਕਲ ਜਾਓ। ਸੋ ਇਹਦੋਂ ਗੱਲੋਂ ਪੰਜਾਬੀ ਵਧਾਈ ਦੀ ਤੀਲੀ ਵੀ ਐ ਨਹੀਂ ਸੁੱਟਦੇ, ਐਂ ਸੁੱਟ ਕੇ ਭਜਦੇ ਆ, ਸੁੱਟ ਕੇ ਭਜਦੇ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਵੀਰੇ, ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਤੁਸੀਂ ਉਹ ਲਾਈਕ ਤੇ ਸ਼ੇਅਰ ਕਰ ਦਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਵਿਸ਼ਾ TV, ਤੁਹਾਡਾ ਆਪਣਾ, ਤੁਹਾਡੇ ਲਈ।